अगर वो तुहानू बंदा माजरत का मैसेज दूसरे भाई नाल भी यही गल पे करते कॉन्फ्रेंस कॉल का खुलासा यही सी कि जो कोई बंदा मैसेज करे ना तो उन्होंने छड़ छुड़ के ना इस असूल ते पक्के हो जाओ उन्होंने भी आखो तो तुसी भी तो मैं भी ये असूल मेरे ते भी है कि मैं तुहाडे कोल जावां जे तुसी गलत पे करते हो तो मैं तुहानू फोन ते पर्सनल समझा लवांगा जे तुसी समझ गए तो ठीक है ना समझे तो मैं पिछा हो जाता मैं तुहाडे खिलाफ एक लफ्ज़ भी मूँह च नहीं बोलन लगा ਬਰਾੜ ਦੇ ਉੱਤੇ ਸਲਾਹ ਹੁੰਦੀ ਹੈ ਇੱਥੇ ਨਜਫ ਨੂੰ ਮੈਂ ਭਾ ਕੇ ਜ਼ਲੀਲ ਕਰਨਾ ਸ਼ੁਰੂ ਕਰ ਦੇਵਾਂ ਤੇ ਇਹਦੀ ਮੈਂ ਧੋਤੀ ਖਿੱਚਣੀ ਸ਼ੁਰੂ ਕਰ ਦੇਵਾਂ ਤੇ ਮੈਂ ਆਖਾਂ ਮੈਂ ਭਰਾ ਹੈ ਮੁਸਲਮਾਨ ਭਾਈ ਹੈ ਮੇਰਾ ਮੈਂ ਇਹਦੀ ਸਲਾਹ ਪਿਆ ਕਰਨਾ ਇਸਲਾਹ ਨਹੀਂ ਪਿਆ ਕਰਦਾ ਮੈਂ ਇਹਨੂੰ ਜ਼ਲੀਲ ਪਿਆ ਕਰਨਾ ਮੈਂ ਉਹਦੀ ਨੱਕ ਪਿਆ ਰਗੜਨਾ ਸਾਹਮਣੇ ਭਾ ਕੇ ਕਰ ਲਾਂ ਤਾਂ ਜਾਂ ਫਰਜ਼ ਕਰੋ ਜੇ ਉਹ ਮੌਜੂਦ ਹੀ ਨਹੀਂ ਤੇ ਫਿਰ ਤੇ ਭਰਾ ਦਾ ਗੋਸ਼ਤ ਖਾਣ ਵਾਲੀ ਗੱਲ ਹੈ ਨਾ ਫਿਰ ਤੇ ਭਰਾ ਦਾ ਗੋਸ਼ਤ ਖਾਣ ਵਾਲੀ ਗੱਲ ਜਦੋਂ ਉਹ ਯਾਰ ਦੇਖਿਆ ਅਬੂ ਬਕਰ ਭਾਈ ਮੈਂ ਉਹ ਲੱਗੀ ਦੂਜੇ ਮੋਬਾਈਲ ਤੇ ਕੀ ਵੇਖੀ ਉਹਦਾ ਉੱਥੇ ਰੂੜੀ ਦਫਾ ਕਰੋ ਪਰ ਝਟਕ ਆਪੇ ਸਮੈਲ ਉੜ ਜੇ ਤੇ ਫਿਰ ਚੱਲ ਜਾਂਦੇ ਬਾਹਰ ਇਹ ਮੈਂ ਤੁਹਾਨੂੰ ਇੱਕ ਬਰਾਦਰਾਨਾ ਹੰਬਲ ਰਿਕੁਐਸਟ ਜਿਸ ਤਰ੍ਹਾਂ ਕੱਲ ਕੀਤੀ ਸੀ ਤੇ ਤੁਸੀਂ ਆਪ ਕਬੂਲ ਕਰ ਲਈ ਸੀ ਨਾ ਇਹ ਵੀ ਮੇਰੀ ਕਬੂਲ ਕਰ ਲਿਆ ਜੇ ਕਿ ਨੁਕਸਾਨ ਹੋਣ ਲੱਗਿਆ ਖਤਮੇ ਨਬੂਵਤ ਦਾ ਕੁਝ ਲੋਕਾਂ ਦੀ ਤੇ ਬੇਵਕੂਫੀ ਸਮੇਤ ਮੇਰੇ ਪਹਿਲੀ ਮੇਰੀ ਬੇਵਕੂਫੀ ਹੈ ਤੇ ਕੁਝ ਹੋਰ ਲੋਕਾਂ ਦੀ ਬੇਵਕੂਫੀ ਜਿਹੜੇ ਇਸ ਕੰਮ ਨੂੰ ਜਾਣਦੇ ਨੇ ਔਰ ਉਹਨਾਂ ਆਪਣੀ ਬੇਵਕੂਫੀ ਨਾਲ ਇਸ ਕੰਮ ਨੂੰ ਚੌੜ ਕਰ ਲਿਆ ਲੇਕਿਨ ਕੁਝ ਉਹ ਲੋਕ ਨੇ ਜਿਹੜੇ ਇਸ ਕੰਮ ਨੂੰ ਜਾਣਦੇ ਹੀ ਨਹੀਂ ਉਹ ਵਿੱਚ ਆ ਵੜੇ ਨੇ ਉਹਦੇ ਨਾਲ ਜਿਹੜਾ ਚੌੜ ਹੋਇਆ ਨਾ ਉਹ ਖਿਲਰਨ ਲੱਗ ਪਿਆ ਉਹ ਇੰਨਾ ਕੁ ਖਿਲਰਨ ਲੱਗ ਪਿਆ ਕਿ ਉਹ ਕਿਰੇ ਕਿਰੇ ਜਾ ਕੇ ਨਾ ਤੇ ਦੰਦਿਆਂ ਤੋਂ ਥੱਲੇ ਟਹਿੰਦਾ ਪਿਆ ਉਹਨਾਂ ਤੋਂ ਜਾਨ ਛਡਾ ਕੇ ਜਿਹੜੇ ਤੁਸੀਂ ਮਾਸ਼ਾਅੱਲਾ ਸਮਝਦਾਰ ਸਿਆਣੇ ਖਤਮੇ ਨਬੂਵਤ ਦਾ ਕੰਮ ਸਾਲ ਹਾ ਸਾਲ ਤੋਂ ਜਾਣਨ ਵਾਲੇ ਮੇਰੀ ਮੁਰਾਦ ਉਹ ਬੰਦੇ ਜਿਨ੍ਹਾਂ ਦਾ ਸਾਲ ਹਾ ਸਾਲ ਦਾ ਤਜਰਬਾ ਹੈ ਇਲਮ ਹੈ ਮੁਤਾਲਿਆ ਹੈ ਹੁਨਰ ਹੈ ਗੱਲ ਕਰਨੀ ਆਉਂਦੀ ਹੈ ਤੁਸੀਂ ਸਾਰਿਆਂ ਨੂੰ ਇੱਕੋ ਨਜ਼ਰ ਨਾਲ ਵੇਖੋ ਮੈਨੂੰ ਵੀ ਉਸੇ ਨਜ਼ਰ ਨਾਲ ਵੇਖੋ ਤੇ ਦੂਜਿਆਂ ਨੂੰ ਵੀ ਉਸੇ ਨਜ਼ਰ ਨਾਲ ਵੇਖੋ ਉਹਦੇ ਬਾਅਦ ਮੇਰੇ 'ਚ ਕੋਈ ਗਲਤੀ ਨਜ਼ਰ ਆਈ ਮੈਨੂੰ ਫੋਨ ਤੇ ਆਖਿਆ ਜੇ ਮੈਨੂੰ ਬਰਾੜ ਤੇ ਆ ਕੇ ਨਾ ਆਖਿਓ ਬਈ ਇਹ ਤੇਰੇ 'ਚ ਗਲਤੀ ਹੈ ਤੇ ਨਾ ਮੈਂ ਬਰਦਾਸ਼ਤ ਕਰਨੀ ਚ ਠੀਕ ਹੈ ਮੈਂ ਵੀ ਤੁਹਾਨੂੰ ਨਹੀਂ ਆਖਣ ਲੱਗਾ ਉਹ ਗਲਤੀ ਦੀ ਸਲਾਹ ਫੋਨ ਤੇ ਤੁਸੀਂ ਮੇਰੀ ਕਰ ਲਿਓ ਜਾਂ ਮੈਂ ਤੁਹਾਡੀ ਕਰ ਲੈਂਦਾ ਨਾ ਅੰਡਰਸਟੈਂਡਿੰਗ ਹੋਈ ਤੁਸੀਂ ਉਧਰ ਪਰਾਂ ਹੋ ਕੇ ਬਹਿ ਜਾ ਜੇ ਤੇ ਨਾ ਕਿ ਮੇਰੇ ਖਿਲਾਫ ਕੋਈ ਬਰਾੜ ਲਾਇਆ ਜੇ ਨਾ ਮੇਰੇ ਖਿਲਾਫ ਕੋਈ ਲਫ਼ਜ਼ ਬੋਲਿਆ ਜੇ ਨਾ ਮੈਂ ਤੁਹਾਡੇ ਖਿਲਾਫ ਕੋਈ ਬੋਲਾਂਗਾ ਹਰ ਬੰਦੇ ਨੂੰ ਆਪਣੀ ਮਰਜ਼ੀ ਨਾਲ ਕਰਨ ਦਾ ਇਹ ਹੁਣ ਜਿਹਦੀ ਗੱਲ ਪੇ ਕਰਦੇ ਨੇ ਉੱਥੇ ਜਾ ਕੇ ਉਹ ਸਦਾਈ ਚੜਿਆ ਰਹਿਣ ਦਿਓ ਉਹਨੂੰ ਕੱਲ 3-4 ਮੈਂ ਮੈਸੇਜ ਕੀਤੇ ਫਿਰ ਰਾਤੀ ਸੌਣ ਲੱਗਾ ਉਹਦਾ ਮੈਸੇਜ ਸੁਣਿਆ तो हर बंदा अपने आप को सियाना समझता तो समझ लैन दो सियाना अलामा साहब छोटी सी बात करना चाहता हूँ बस खत्म होगी मेरी गल इतनी सी बात है कि टिकटॉक की लाइव पे आपको भी पता है कि कुछ ऐसे भाई हैं जिनका मेरा तल्लक बड़े अरसे से है और उनको ये पता होना चाहिए कि अगर हम साहिल कालों के बिहाफ पे कोई बात कर देंगे ना तो साहिल कालों से इनकार नहीं करेगा तो सब वो भाई जानते हैं वो आप भी जानते हैं आपको भी पता है कि आप उनमें हैं जार सोलमिनी को भी पता है इस तरह दीगर भाई हैं वो जानते हैं कि अगर हम इसको फ़ोन करके कहेंगे ना कि मैंने ऐसा कह दिया है तो मेरे लिए वो ऐसा होगा कि मैं कहूँगा ठीक है आपने कह दिया तो मेरे लिए सर आंखों पे ठीक है नहीं ये मुझे यकीन है कि इंशाल्लाह साहिल कालों दी ठीक है जी ਇਹ ਗੱਲ ਸਾहिल ਕਾਲੋਂ ਦੀ ਠੀਕ ਆ ਕਿਹੜੀ ਇਹ ਜਿਹੜੀ ਕਰ ਰਿਹਾ ਸੀ ਕੁਝ ਲੋਕਾਂ ਨੂੰ ਪਤਾ ਹੈਗਾ ਵੀ ਇਹਨੂੰ ਕੋਈ ਗੱਲ ਕਵਾਂਗੇ ਤੇ ਇਹ ਮੰਨ ਜਾਏਗਾ ਆਮਰ ਭਾਈ ਆਈ ਲਵ ਯੂ ਸੋ ਮਚ ਲਵ ਯੂ ਉੱਤੇ ਆ ਜਾਓ ਕੀ ਨਾਮ ਤੁਹਾਡਾ ਯਾਰ ਡਾਰ ਸਾਹਿਬ ਉੱਤੇ ਆ ਜਾਓ ਇਹਦੇ ਇਲਾਵਾ ਮੈਂ ਤੁਹਾਨੂੰ ਦੱਸਾਂ ਨਾ ਇਹਦੇ ਇਲਾਵਾ ਸਾਡੇ ਕੋਲੇ ਜਿੱਥੇ ਅਸੀਂ ਪਹੁੰਚ ਗਏ ਆ ਨਾ ਦੇਖੋ ਜਿਹੜਾ ਚੀਜ਼ਾਂ ਨੂੰ ਅਵੈਲਿਊਏਟ ਨਹੀਂ ਨਾ ਕਰ ਸਕਦਾ ਜਿਹਦੀ ਨਜ਼ਰ ਦੂਰ ਤੱਕ ਕੰਮ ਨਹੀਂ ਕਰਦੀ ਜਿਹੜਾ ਮਾਹੌਲ ਨੂੰ ਜੱਜ ਨਹੀਂ ਕਰਦਾ ਜਿਹਦੀ ਇੰਨੀ ਨਜ਼ਰ ਨਹੀਂ ਕਿ ਉਹ ਜੱਜ ਕਰੇ ਕਿ ਇੱਥੇ ਆਲੇ ਦੁਆਲੇ ਟਿਕਟਾਕ ਦੇ ਉੱਤੇ ਕੀ ਹੋ ਰਿਹਾ ਅਸੀਂ ਮੁਸਲਮਾਨ ਕਿਸ ਡਾਇਰੈਕਸ਼ਨ 'ਚ ਜਾ ਰਹੇ ਹਾਂ ਸਾਡੇ ਮੁਸਲਮਾਨ ਜਿਹੜੇ ਸਹੀਉਲ ਅਕੀਦਾ ਵੀ ਨੇ ਸਹੀਉਲ ਯਾਨੀ ਕਿ ਉਹਨਾਂ ਦਾ ਯਾਨੀ ਮਿਸ਼ਨ ਵੀ ਸਹੀ ਹੈ ਕਿ ਉਹ ਖਤਮੇ ਨਬੂਵਤ ਦੀ ਇੱਕ ਅੱਛੀ ਸੋਚ ਅੱਛੀ ਗੱਲ ਨੂੰ ਲੈ ਕੇ ਕਰਦੇ ਨੇ ਉਹਦੇ ਬਾਵਜੂਦ ਹੁੰਦਾ ਕੀ ਪਿਆ ਜਾਣੇ ਕਿੱਧਰ ਨੂੰ ਪਏ ਰਿਜ਼ਲਟ ਕੀ ਪਿਆ ਆਉਂਦਾ ਪ੍ਰੋਡਕਸ਼ਨ ਕੀ ਹੈ ਪਿਛਲੇ ਕਈ ਮਹੀਨਿਆਂ ਦੀ ਜਿਹੜਾ ਬੰਦਾ ਇਹਨਾਂ ਚੀਜ਼ਾਂ ਨੂੰ ਜੱਜ ਨਹੀਂ ਕਰਦਾ ਉਹਦਾ ਤੇ ਇਸ ਮਹਿਕਮੇ ਨਾਲ ਕੰਮ ਹੀ ਕੋਈ ਨਹੀਂ ਹੈ
ਉਹ ਜੋ ਮਰਜ਼ੀ ਕਰੇ, ਜਾ ਕੇ ਆਪਣੀ ਜਾ ਕੇ ਡਫਲੀ ਪਿਆ ਹੋ ਜਾਏ, ਉਹਨੂੰ ਛੱਡੋ। ਤੁਸੀਂ ਸਾਲ ਹਾ ਸਾਲ ਤੋਂ ਇਸ ਚੀਜ਼ ਨੂੰ ਕਰ ਰਹੇ ਹੋ, ਸਮਝਦੇ ਹੋ। ਤੇ ਮੈਂ ਜਿਹੜੀ ਤੁਹਾਨੂੰ ਰਿਕੁਐਸਟ ਪਿਆ ਕਰਨਾ, ਮੈਂ ਹੰਬਲ ਰਿਕੁਐਸਟ ਪਿਆ ਕਰਨਾ ਔਰ ਬਾਰ ਪਿਆ ਕਰਨਾ। ਕੱਲ੍ਹ ਵੀ ਆਈ ਆ ਕਿ ਅੱਜ ਵੀ ਆ ਕਿ ਨੁਕਸਾਨ ਹੋਣ ਲੱਗੇ ਸਾਡੇ ਨਬੀ ਦੀ ਖਤਮੇ ਨਬੂਵਤ ਦਾ। ਕਿੰਨਾਂ ਗੱਲਾਂ ਦੀ ਵਜ੍ਹਾ ਤੋਂ? ਸਾਡੀਆਂ ਬੇਵਕੂਫੀਆਂ ਦੀ ਵਜ੍ਹਾ ਤੋਂ, ਕਿ ਅਸੀਂ ਨਾ ਸਿਆਣ ਸਕੇ ਦੋਸਤਾਂ ਨੂੰ ਤੇ ਨਾ ਸਿਆਣ ਸਕੇ ਦੁਸ਼ਮਣਾਂ ਨੂੰ। ਅੱਜ ਅਸੀਂ ਉਹ ਨਈਮ ਭਾਈ ਤੇ ਮੈਂ ਗੱਲ ਕਰਦੇ ਸੀ ਵੀ ਮੁਹੱਲੇ 'ਚ ਉੱਠ ਕੇ ਨਾ ਅਸੀਂ ਇੱਕੋ ਦਮ ਨਾ ਲਾਹੌਰ ਸ਼ਹਿਰ ਆ ਵੜੇ ਹਾਂ। ਵਟਸਐਪ ਗਰੁੱਪ ਤੇ ਇੱਕ ਮੁਹੱਲੇ ਦੀ ਹਸੀਅਤ ਹੈ ਨਾ ਟਿਕਟਾਕ ਦੇ ਬਿਲ ਮੁਕਾਬਲ। ਛੋਟਾ ਜਿਹਾ ਮੁਹੱਲਾ ਜਿਸ ਤਰ੍ਹਾਂ ਹੁੰਦਾ ਹੈ, ਬਸਤੀ ਛੋਟੀ ਜੀ, ਵਟਸਐਪ ਗਰੁੱਪ ਦੇ ਵਿੱਚ ਬਹਿ ਕੇ ਤੁਸੀਂ ਜਿਹੜਾ ਬੰਦਾ ਆਇਆ, ਜੇ ਤੁਹਾਡੇ ਨਾਲ ਮਜ਼ਾਜ ਨਹੀਂ ਮਿਲਿਆ, ਉਹਨੂੰ ਚੁੱਕ ਕੇ ਬਾਹਰ ਮਾਰੋ, ਭਾਵੇਂ ਮੁਸਲਮਾਨ, ਉਹ ਟੁਰ ਜਾਏਗਾ, ਖਤਮ ਹੋ ਜਾਏਗੀ ਗੱਲ, ਉਹਦੀ ਕਹਾਣੀ ਖਤਮ ਹੋ ਜਾਏਗੀ। ਇੱਥੇ ਮਸਲਾ ਇਹ ਵੇ ਕਿ ਜਿਹੜਾ ਬੰਦਾ ਤੁਹਾਨੂੰ ਨਿਭਾਉਂਦਾ ਵੀ ਹੈ ਨਾ, ਉਹ ਵੀ ਤੁਹਾਨੂੰ ਸੁਣਨ ਲੱਗੇ, ਤੁਸੀਂ ਉਹਨੂੰ ਸੁਣਨ ਲੱਗੇ ਹੋ। ਜਿਸ ਤਰ੍ਹਾਂ ਮੈਂ ਉਹ ਦੂਜੇ ਮੋਬਾਈਲ ਦੇ ਉੱਤੇ ਬਰਾੜ ਸੁਣਨ ਲੱਗੇ ਹਾਂ, ਤੇ ਇੱਕ ਕੰਨ ਨਾਲ ਮੈਂ ਤੁਹਾਡੀ ਗੱਲ ਸੁਣੀ, ਇੱਕ ਕੰਨ ਨਾਲ ਮੈਂ ਉਹਨਾਂ ਦੀ ਗੱਲ ਸੁਣਨ ਲੱਗਿਆ। ਤੇ ਇਹ ਮਾਹੌਲ ਬਿਲਕੁਲ ਮੁਖਤਲਿਫ ਹੈ। ਇੱਥੇ ਕਿਸੇ ਨੂੰ ਰੋਕਿਆ ਨਹੀਂ ਜਾ ਸਕਦਾ। 5 ਬੰਦੇ ਹੁੰਦੇ ਨੇ ਬੈਠੇ, ਉਹ ਸਾਰਾ ਦਿਨ ਸਾਨੂੰ ਗਾਲਾਂ ਪੇ ਕੱਢਦੇ ਨੇ, ਲੇਕਿਨ ਉਹ ਚੁੱਪ ਨਹੀਂ ਕਰ ਰਹੇ, ਬਾਜ਼ ਨਹੀਂ ਆ ਰਹੇ। ਫਰਜ਼ ਕਰ ਲਓ ਕਿ ਜੇ ਉਹੀ 5 ਬੰਦੇ, ਬਲਾਕ ਦਾ ਆਪਸ਼ਨ ਤੇ ਹੈ ਭਾਈ ਜਾਨ, ਤੇ ਜੇ ਬਲਾਕ ਆਪਸ਼ਨ ਮਾਰ ਵੀ ਸੜੀਏ ਨਾ, ਇਹ ਮਾਰਵਾ ਭਲਾ, ਮੈਂ ਤੁਹਾਨੂੰ ਇੱਥੋਂ ਬਲਾਕ ਮਾਰ ਵੀ ਦੇਵਾਂ, ਤੁਸੀਂ ਇੱਥੇ ਹੀ ਰਹਿਣਾ। ਕਿਉਂ? ਇਹ ਬਰਾੜ ਹੈ ਜ਼ਿਆ ਰਸੂਲ ਦੀ। ਜੇ ਜ਼ਿਆ ਰਸੂਲ ਤੁਹਾਨੂੰ ਬਲਾਕ ਮਾਰ ਦੇਵੇ, ਜਿਸ ਵੇਲੇ ਇਹੋ ਹੀ ਹੋਸਟ ਮੈਂ ਆਵਾਂ ਐਸੇ ਬਰਾੜ ਤੇ, ਤੁਸੀਂ ਉੱਥੇ ਮੌਜੂਦ ਹੋ, ਜ਼ਿਆ ਬਈ ਉੱਥੇ ਮੌਜੂਦ ਮੰਨਦੇ। ਠੀਕ ਠਾਕ ਤਾਂ ਬਿਲਕੁਲ ਹੋਰ ਸਾਇੰਸ ਨੂੰ ਸਮਝੋ। ਇੱਥੇ ਬਲਾਕ ਵੀ ਨਹੀਂ ਹੋ ਸਕਦਾ ਬੰਦਾ। ਵਟਸਐਪ ਤੇ ਬਲਾਕ ਦਾ ਆਪਸ਼ਨ ਇਹ ਵੇ ਕਿ ਵਟਸਐਪ ਗਰੁੱਪ 'ਤੇ ਤੁਸੀਂ ਉਹਨੂੰ ਬੰਦੇ ਨੂੰ ਚੁੱਕ ਕੇ ਬਾਹਰ ਮਾਰਿਆ, ਗਿਆ ਬੰਦਾ, ਤੁਹਾਡੀ ਦੁਨੀਆ 'ਚੋਂ ਨਿਕਲ ਗਿਆ। ਤੁਹਾਡੀ ਦੁਨੀਆ ਅਲੱਗ, ਉਹਦੀ ਦੁਨੀਆ ਅਲੱਗ ਹੈ। ਇਹ ਟਿਕਟਾਕ ਤੇ ਇੰਝ ਨਹੀਂ ਹੁੰਦਾ ਭਾਈ ਜਾਨ। ਅਸੀਂ ਕਈਆਂ ਨੂੰ ਇੱਥੇ ਬਲਾਕ ਮਾਰ ਕੇ ਵੇਖਿਆ, ਉਹ ਬੰਦੇ ਫਿਰ ਸਾਹਮਣੇ ਬੈਠੇ ਹੁੰਦੇ ਨੇ। ਫਿਰ ਦੂਜੀਆਂ ਆਈਡੀਆਂ ਵੀ ਹਨ, ਲੇਕਿਨ ਛੱਡੋ ਆਈਡੀਆਂ ਨਾਮ ਹੀ ਹੋਣ। ਦੂਸਰੇ ਬਰਾੜ ਤੇ ਜਦੋਂ ਮੈਂ ਕਿਸੇ ਨੂੰ ਬਲਾਕ ਮਾਰਿਆ, ਤਾਂ ਸਿਰਫ ਮੇਰੀ ਬਰਾੜ ਤੋਂ ਬੁਲਾ ਕੇ ਨਾ, ਮੈਂ ਜ਼ਿਆ ਭਾਈ ਦੀ ਬਰਾੜ ਤੇ ਆ ਕੇ ਬੈਠਿਆ, ਤੇ ਉਹ ਮੇਰੇ ਕੋਲ ਆ ਕੇ ਬੈਠੇ, ਮੇਰੇ ਨਾਲ ਪੈਨਲ ਤੇ ਬੈਠੇ, ਕੋਈ ਚੱਕਰ ਹੀ ਨਹੀਂ ਹੈ। ਲਿਹਾਜ਼ਾ ਇਹਨੂੰ ਸਮਝੋ, ਇਹਨਾਂ ਨੂੰ ਨੁਕਸਾਨਾਤ ਨੂੰ ਵੀ ਤੇ ਫਾਇਦਿਆਂ ਨੂੰ ਵੀ ਸਭ ਨੂੰ ਮੱਦੇਨਜ਼ਰ ਰੱਖ ਕੇ ਇੱਕ ਬਰਾਡ ਮਾਈਂਡਡ ਫੈਸਲਾ ਲਵੋ। ਔਰ ਇਸ ਜ਼ਰੀ ਅਸੂਲ ਨੂੰ ਲਿਖ ਕੇ, ਤੇ ਮੈਂ ਤੇ ਆਪਣੇ ਦਿਲ ਤੇ ਨਾਲ ਤਖਤੀ ਲਟਕਾ ਲਈ ਗਲੇ 'ਚ। ਜੇ ਕਿਸੇ ਦਿਲ ਦਾ ਹੋਰ ਵੀ ਕਰੇ ਨਾ, ਤੇ ਇਹ ਤਖਤੀ ਲਿਖ ਲਓ ਤੇ ਗਲੇ 'ਚ ਲਟਕਾ ਲਓ ਕਿ ਅਸੀਂ ਆਪਣੇ ਕਿਸੇ ਮੁਸਲਮਾਨ ਭਰਾ ਨੂੰ ਕ੍ਰਿਟੀਸਾਈਜ਼ ਨਹੀਂ ਕਰਨਾ ਬਰਾਡ ਉੱਤੇ। ਹਾਂ, ਵਟਸਐਪ ਉੱਤੇ ਜਾ ਕੇ ਉਹਨੂੰ ਸਮਝਾਵਾਂਗੇ ਵੀ, ਉਹਦੇ ਨਾਲ ਬਹਿਸ ਵੀ ਕਰਾਂਗੇ, ਲੜਨਾ ਪਿਆ ਲੜ ਵੀ ਲਾਂਗੇ, ਲੇਕਿਨ ਉਹ ਸਿਰਫ ਸਾਡੀ ਤੇ ਉਹਦੀ ਗੱਲ ਹੋਵੇਗੀ, ਸਾਡੇ ਦੋਵਾਂ ਭਰਾਵਾਂ ਦਰਮਿਆਨ ਗੱਲ ਹੋਵੇਗੀ। ਉਹਨੂੰ ਕੋਈ ਸੁਣਨ ਨਹੀਂ ਲੱਗਾ, ਤੇ ਇਨਸ਼ਾਅੱਲਾ ਵੇਖਿਓ ਮਸਲੇ ਹੱਲ ਹੋ ਜਾਣਗੇ। ਇਹਦੇ ਇਲਾਵਾ ਸਾਡੇ ਕੋਲ ਹੋਰ ਰਸਤਾ ਕੋਈ ਨਹੀਂ ਹੈ। ਇੰਨਾ ਗੰਦ ਪੈ ਗਿਆ। ਇੱਕ ਛੋਟੀ ਜਿਹੀ ਚੀਜ਼ ਤੇ ਮੈਂ ਅਰਜ਼ ਕਰਾਂਗਾ ਕਿ ਮੈਂ ਵੀ ਤੁਹਾਡੇ ਨਾਲ ਹੀ ਬਹਿਨਾ ਵਾਂ। ਹਾਲਾਂਕਿ ਮੈਨੂੰ ਵੀ ਸਿਰਫ ਮਰਜ਼ਈਆਂ ਕੋਲੋਂ ਗਾਲਾਂ ਪਈਆਂ ਨੇ ਬਾਹਰੋਂ। ਮੈਨੂੰ ਆਪਣੇ ਭਰਾਵਾਂ ਨੇ, ਮੈਨੂੰ ਅੱਜ ਤੱਕ ਕੋਈ ਵੀ ਹੋਵੇ ਨਾ, ਕੋਈ ਵੀ ਈਵਨ ਕਿ ਸ਼ਾਹਿਦ ਨੂੰ ਵੀ ਲਾ ਲਓ, ਮੈਨੂੰ ਅੱਜ ਤੱਕ ਗਾਲ ਨਹੀਂ ਪਈ। ਵਜ੍ਹਾ ਕੀ ਹੈ ਕਿ ਮੈਂ ਆਪਣੇ ਮਕਸਦ ਦੇ ਉੱਤੇ ਸਿੱਧਾ ਤੀਰ ਅੰਗ ਰਜਾ ਰਿਹਾ। ਮੈਂ ਜਿਹੜੀ ਚੀਜ਼, ਜਿਹੜਾ ਮੇਰਾ ਫੋਕਸ ਹੈ, ਉਹ ਸਿਰਫ ਔਰ ਸਿਰਫ ਖਤਮੇ ਨਬੂਵਤ ਹੈ। ਔਰ ਅਲਹਮਦੁਲਿਲਾ ਮੈਂ ਇਹਦੇ ਉੱਤੇ ਹੀ ਕਾਇਮ ਰਹਾਂਗਾ ਜਿੰਨੀ ਦੇਰ ਤੱਕ ਇਹਦੇ ਉੱਤੇ ਅਸੀਂ ਕਾਮਯਾਬ ਮੈਂ ਨਹੀਂ ਹੋ ਜਾਂਦਾ। ਮੈਂ ਆਪਣੀ ਜ਼ਾਤ ਨੂੰ ਅਗਰ ਜੇ ਮੈਂ ਇਹਦੇ ਵਿੱਚ ਮਰਜ ਕੀਤਾ, ਜੇਕਰ ਮੈਂ ਐਂਟਰ ਹੋਇਆ, ਤਾਂ ਮੇਰਾ ਨਹੀਂ ਖਿਆਲ ਕਿ ਕਿਸੇ ਨੂੰ ਇੰਨੀ ਅਹਿਮੀਅਤ ਦੇਣੀ ਚਾਹੀਦੀ। ਅਗਰ ਕੋਈ ਗੱਲ ਕਰਦਾ ਪਿਆ ਤਾਂ ਠੀਕ ਹੈ, ਉਹਨੂੰ ਚੁੱਪ ਕਰਕੇ ਤੇ ਸੁਣ ਲਵੋ। ਇੱਕ ਕੰਨੋਂ ਸੁਣੋ, ਦੂਜੇ ਕੰਨੋਂ ਕੱਢ ਦਵੋ, ਇਹ ਠੀਕ ਹੈ। ਬਈ ਜਿਹੜੇ ਨੇ ਇਗਨੋਰ ਕਰਨਾ ਵੀ ਨਿਰਾ, ਹਰ ਇੱਕ ਨੂੰ ਇਗਨੋਰ ਨਹੀਂ ਕੀਤਾ ਜਾ ਸਕਦਾ। ਕਿਸੇ ਨੂੰ ਇਗਨੋਰ ਕਰਨਾ ਜ਼ਰੂਰੀ ਹੋ ਜਾਂਦਾ ਹੈ, ਤੇ ਕਿਸੇ ਨੂੰ ਇਗਨੋਰ ਕਰਨਾ ਨੁਕਸਾਨਦੇਹ ਵੀ ਹੋ ਜਾਂਦਾ ਹੈ। ਇੱਥੇ ਹੀ ਬੰਦੇ ਨੇ ਜਿਨ੍ਹਾਂ ਨੇ ਇਹ ਸਾਡਿਆਂ ਹੀ ਬੰਦਿਆਂ ਨੂੰ, ਕਾਰੀਗਰ ਬੰਦਿਆਂ ਨੂੰ, ਮਾਹਿਰ ਬੰਦਿਆਂ ਨੂੰ, ਇਲਮ ਵਾਲਿਆਂ ਬੰਦਿਆਂ ਨੂੰ ਗੁੰਮਰਾਹ ਕੀਤਾ ਹੈ। ਸਾਡੀ ਇਗਨੋਰੈਂਸ ਦੀ ਵਜ੍ਹਾ ਤੋਂ ਅਸੀਂ ਉਹਨਾਂ ਨੂੰ ਇਗਨੋਰ ਕੀਤਾ ਨਾ ਉਸ ਕੇਸ ਨੂੰ। ਤੇ ਇਹ ਸਾਹਿਲ ਕਹਿਲੂ ਹੋਰੀ ਜਨਾਬ ਉੱਥੇ ਜਨਾਬ ਗੁੱਬ ਘਸੁੰਨਾ ਹੋਏ ਸਨ। ਇਹ ਉਸਮਾਨ ਡਾਰ ਥੱਲੇ ਬੈਠਾ ਹੈ, ਜ਼ਾਹਿਦ ਭਾਈ ਨੇ, ਇਹ ਸਾਰੇ ਉੱਥੇ ਗੁੱਬ ਘਸੁੰਨਾ ਪੇ ਚੱਲਦਾ ਸੀ। 3-4 ਮਹੀਨੇ ਹੋ ਗਏ ਨੇ। ਇਹ ਇਗਨੋਰ ਕਰਨ ਦਾ ਹੀ ਨਤੀਜਾ ਨਾ। ਉਹ ਇਗਨੋਰ ਨਾ ਕਰਦੇ, ਉਸੇ ਵੇਲੇ ਛਾਲ ਮਾਰ ਕੇ ਵਿੱਚ ਵੜਦੇ, ਲੇਕਿਨ ਉੱਥੇ ਵੜ ਵੀ ਨਹੀਂ ਸਕਦੇ। ਮੇਰੀ ਇਹਨਾਂ ਨਾਲ ਉਂਝ ਹੀ ਇੰਨੀ ਅੰਡਰਸਟੈਂਡਿੰਗ ਨਹੀਂ, ਮੈਨੂੰ ਉਮੀਦ ਨਹੀਂ ਸੀ ਵੀ ਇਹ ਮੇਰੀ ਗੱਲ ਮੰਨ ਜਾਣ, ਮੈਨੂੰ ਤਾਂ ਗੱਲ ਦਾ ਪਤਾ ਵੀ ਨਹੀਂ ਸੀ। ਬਹਰਹਾਲ
ਕਈ ਮਸਲੇ ਐਸੇ ਹੁੰਦੇ ਨੇ ਉਹਨਾਂ ਨੂੰ ਇਗਨੋਰ ਕਰਨਾ ਫਾਇਦੇ 'ਚ ਹੁੰਦਾ, ਕਈਆਂ ਨੂੰ ਇਗਨੋਰ ਕਰਨਾ ਨੁਕਸਾਨ ਦੇ ਹੁੰਦਾ। ਹਰ ਮਸਲੇ ਨੂੰ ਇਗਨੋਰ ਨਹੀਂ ਕੀਤਾ ਜਾ ਸਕਦਾ ਤੇ ਹਰ ਬੰਦੇ ਨੂੰ ਇਗਨੋਰ ਨਹੀਂ ਕੀਤਾ ਜਾ ਸਕਦਾ। ਜਿਹੜੇ ਕਾਮ ਕੇ ਨਾ ਕਾਜ ਕੇ ਦੁਸ਼ਮਣ ਅਨਾਜ ਕੇ ਨੇ ਉਹਨਾਂ ਨੂੰ ਇਗਨੋਰ ਕਰਨਾ ਚਾਹੀਦਾ, ਬਿਲਕੁਲ ਉਹਨਾਂ ਨੂੰ ਇਗਨੋਰ ਕਰਨਾ ਚਾਹੀਦਾ ਤੇ ਉਹਨਾਂ ਨੂੰ ਆਖਣਾ ਚਾਹੀਦਾ ਜਾਓ ਜਾ ਕੇ ਸੈਣੀ ਸਾਹਿਬ ਦੀ ਬਰਾੜ ਤੇ ਜਾ ਕੇ ਝੋਲੀ ਕਰਕੇ ਤੇ ਰੋ ਲਓ, ਤੇ ਭਾਵੇਂ ਜਾ ਕੇ ਕਿਸੇ ਹੋਰ ਦੀ ਬਰਾੜ ਤੇ ਜਾ ਕੇ ਨਾ ਝੋਲੀ ਕਰਕੇ ਤੇ ਰੋ ਲਓ, ਜਿੱਥੇ ਮਰਜ਼ੀ ਜਾ ਕੇ ਪਏ ਰਹੋ, ਖਸਮਾਂ ਨੂੰ ਖਾਓ, ਤੁਹਾਡੀ ਅਸੀਂ ਇਹਦੀ ਕੋਈ ਨਹੀਂ। ਤੁਸੀਂ ਨਾ ਤੁਸੀਂ ਇਸ ਕੰਮ ਨੂੰ ਜਾਣਦੇ, ਨਾ ਤੁਸੀਂ ਇਸ ਗੱਲ ਨੂੰ, ਸਾਡਾ ਇੱਕ ਮਿਸ਼ਨ ਹੀ ਹੋ ਰਿਹਾ ਯਾਰ, ਸਾਡਾ ਇਹਨਾਂ ਗੱਲਾਂ ਨਾਲ ਲੈਣ ਦੇਣ ਕੋਈ ਨਹੀਂ ਹੈ, ਵੱਡਾ ਕੌਣ ਹੈ ਨਿੱਕਾ ਕੌਣ ਹੈ। ਅਸੀਂ ਖਤਮੇ ਨਬੂਵਤ ਦਾ ਕੰਮ ਕਰਨਾ ਹੈ, ਰੱਦੇ ਮਿਰਜ਼ਾਈਅਤ ਕਰਨੀ ਹੈ, ਮਿਰਜ਼ਾਈਅਤ ਦੀ ਮੰਜੀ ਠੋਕਣੀ ਹੈ। ਸਾਨੂੰ ਵੱਡੇ ਨਿੱਕੇ ਵਾਲਾ ਮਸਲਾ ਹੀ ਕੋਈ ਨਹੀਂ ਸਾਡੇ 'ਚ ਹੈ, ਕੋਈ ਚੌਧਰੀ ਉਹ ਹੋਵੇ ਦਾ ਕਿਉਂ ਹੋਵੇ, ਤਾਂ ਸਾਰੇ ਚੌਧਰੀ ਨੇ, ਜਿਹੜਾ ਹੀ ਕੰਮ ਪਾ ਕੇ ਆਵੇ ਤਾਂ ਉਹੀ ਚੌਧਰੀ ਹੈ। ਅਸੀਂ ਛੋਟੀਆਂ ਛੋਟੀਆਂ ਗੱਲਾਂ ਤੋਂ ਅੱਜ ਦਿਹਾੜੀ ਉਹਦੇ 'ਤੇ ਨਾ ਕਾਨਫਰੰਸ ਕਾਲ 'ਤੇ ਪਿਆਉਂਦੇ ਸੀ ਵੀ ਇਸ ਗੱਲਾਂ ਤੋਂ ਵੀ ਸਾਡੇ ਦਰਮਿਆਨ ਫਾਸਲੇ ਬਣ ਗਏ। ਇੱਕ ਬੰਦੇ ਨੇ ਆਖਿਆ, ਹੁਣ ਸਮਾਨਦਾਰ ਵੀ ਮੈਂ ਗਵਾਹ ਇਸ ਗੱਲ ਦਾ, ਉਹਨੇ ਕਿਹਾ ਇਹ ਅਮਰ ਕਿਸੇ ਨੂੰ ਸ਼ਾਬਾ ਨਹੀਂ ਦਿੰਦਾ। ਅਸੀਂ ਕੋਈ ਮਨਾਜ਼ਰਾ ਕਰਕੇ ਆ ਵੀ ਇਹ ਕੋਈ ਗੇਮ ਪਾ ਕੇ ਆ ਵੀ ਇਹ ਸ਼ਾਬਾ ਨਹੀਂ ਦਿੰਦਾ, ਬੜਾ ਬਖੀਲ ਹੈ। ਉਹ ਮੈਂ ਕਿਹਾ ਯਾਰ ਕੋਈ ਕੰਮ ਕੀਤਾ ਹੋਵੇ ਤੇ ਸ਼ਾਬਾ ਅਮਰ ਨਾ ਦੇ, ਜੇ ਸਾਰਾ ਜਹਾਨ ਤੁਹਾਨੂੰ ਸ਼ਾਬਾ ਦੇਗਾ ਤੇ ਅਮਰ ਦੀ ਸ਼ਾਬਾ ਕੋਈ ਸਰਟੀਫਿਕੇਟ ਹੈ? ਤੁਸੀਂ ਸ਼ਾਬਾ ਲੈਣੀ ਹੈ, ਤੁਸੀਂ ਐਸਾ ਕੰਮ ਕਰਕੇ ਦਿਓ ਕਿ ਅਮਰ ਮਜਬੂਰ ਹੋ ਜਾਏ ਤੁਹਾਨੂੰ ਸ਼ਾਬਾ ਦੇਣ ਤੇ। ਜਦੋਂ ਸਾਰਾ ਪਾਕਿਸਤਾਨ ਵੀ ਤੁਹਾਨੂੰ ਸ਼ਾਬਾ ਦਿੰਦਾ ਹੋਵੇ, ਸਾਰਾ ਪਿੰਡ ਹੀ ਤੁਹਾਨੂੰ ਸ਼ਾਬਾ ਪੇ ਦਿੰਦਾ, ਤੇ ਅਮਰ ਕਿੱਡਾ ਕੁ ਵਕੀਲ ਹੋ ਜਾਏਗਾ। ਤੇ ਖਾਇਆ ਪੀਆ ਕੁਝ ਨਹੀਂ, ਗਲਾਸ ਤੋੜਾ 12 ਨੇ ਤੇ ਸ਼ਾਬਾ ਨਹੀਂ ਦਿੱਤੀ ਸਾਨੂੰ, ਬੜਾ ਵਕੀਲ। ਮਤਲਬ ਐਸੀਆਂ ਛੋਟੀਆਂ ਛੋਟੀਆਂ ਗੱਲਾਂ ਤੋਂ ਵੀ ਸਾਡੀਆਂ ਬੇਵਕੂਫੀਆਂ ਦੀ ਵਜ੍ਹਾ ਤੋਂ ਸਾਡਾ ਨੁਕਸਾਨ ਹੋਇਆ, ਸਾਡਾ ਨਹੀਂ ਨੁਕਸਾਨ ਹੋਇਆ, ਸਾਡੇ ਨਬੀ ਦੀ ਤਹਿਰੀਕ ਦਾ ਨੁਕਸਾਨ ਹੋਇਆ। ਤੁਸੀਂ ਤਾਂ ਸੁਬਾਹ ਉੱਠ ਕੇ ਨਾ ਇੱਕ ਵਾਰੀ ਯਾਦ ਆ ਕਰੋ, ਸ਼ਾਬਾਸ਼ ਮੁਜਾਦੇ ਹੱਥ में ਨਬੂਵਤ ਆ ਲਿਓ, ਸਿਰਫ ਇੰਨਾ ਆ ਦਿਆ ਕਰੋ, ਦਿਲ ਪੂਰਾ ਦਿਨ ਹੌਸਲਾ ਰਹੇਗਾ ਸਾਨੂੰ, ਫਿਰ ਜੇ ਇਹ ਚੀਜ਼ ਚਾਹੁੰਦੇ ਨੇ। ਨਹੀਂ ਇਹ ਸਾਰੀ ਅਸਲ ਵਿੱਚ ਪਤਾ ਜੀ ਗੱਲ ਕੀ ਹੈ, ਆਂਦੇ ਨੇ ਨਾ ਉਹ ਮੌਲਾਨਾ ਖਾਦਮ ਰਿਜ਼ਵੀ ਸੀ, ਆਂਦੇ ਵੀ ਪੀੜਾਂ ਹੋਰ ਤੇ ਫੱਕੀਆਂ ਹੋਰ। ਯਾਰ ਮਸਲੇ ਲੋਕਾਂ ਨੂੰ ਹੋਰ ਨੇ ਤੇ ਉਹ ਗੱਲਾਂ ਹੋਰ ਕਰਦੇ ਨੇ। ਯਾਨੀ ਬੰਦਿਆਂ ਨੂੰ ਐਵੇਂ ਖਾਮ ਫਿਰ ਉਹੀ ਗੱਲ ਛਿੜ ਜਾਂਦੀ। ਇੱਕ ਬੰਦਾ ਕੱਲ ਪੇ ਆਖੇ ਇੱਥੇ ਹੀ ਸਨ ਸਾਹਿਲ ਭਾਈ, ਬਈ ਮਸਲਾ ਇਹ ਹੈ ਕਿ ਇਹ ਦੂਜਿਆਂ ਨੂੰ ਮੁਸਲਮਾਨ ਨਹੀਂ ਸਮਝਦਾ। ਮੈਂ ਕਿਹਾ ਵੀ ਮੇਰੇ ਕੋਲ ਤੁਸੀਂ ਮੁਸਲਮਾਨੀ ਦਾ ਸਰਟੀਫਿਕੇਟ ਲੈਣਾ ਹੈ, ਜੇ ਤੁਸੀਂ ਸਾਰਿਆਂ ਦੇ ਸਾਹਮਣੇ ਮੁਸਲਮਾਨ ਹੋ, ਮੇਰੇ ਸਰਟੀਫਿਕੇਟ ਦੀ ਕੀ ਹਸੀਅਤ ਹੈ? ਅਸਲ ਚੀਜ਼ ਹੈ ਕਿ ਤੁਹਾਨੂੰ ਖੁਦ ਕੋਈ ਪ੍ਰੋਬਲਮ ਹੈ ਮੇਰੇ ਤੋਂ, ਮੇਰੀ ਸ਼ਖਸੀਅਤ ਤੋਂ ਕੋਈ ਪ੍ਰੋਬਲਮ ਹੈ, ਐਲਰਜੀ ਹੈ ਤੁਹਾਨੂੰ, ਤੇ ਤੁਸੀਂ ਇਹ ਚਾਹੁੰਦੇ ਹੋ ਵੀ ਜੋ ਅਸੀਂ ਆਖੀਏ ਸਾਡੀ ਉਹ ਗੱਲ ਮੰਨੇ, ਸਾਨੂੰ ਸਰਟੀਫਿਕੇਟ ਲਿਖ ਕੇ ਦੇਵੇ, ਸਾਨੂੰ ਤਹਿਰੀਰ ਹੈ ਲਿਖ ਕੇ ਦੇਵੇ, ਮੂੰਹ 'ਚ ਇਹ ਲਫ਼ਜ਼ ਬੋਲੇ, ਇਹ ਤੁਸੀਂ ਚਾਹੁੰਦੇ ਹੋ। ਮੇਰੀ ਕੀ ਹਸੀਅਤ ਹੈ ਕਿ ਮੈਂ ਤੁਹਾਨੂੰ ਕਨਫਰਮ ਕਰਨਾ ਹੈ ਤੁਹਾਡੀ ਮੁਸਲਮਾਨੀ ਨੂੰ? ਤੁਸੀਂ ਮੁਸਲਮਾਨ ਹੋ ਤਾਂ ਮੁਸਲਮਾਨ ਹੋ, ਕਾਫਰ ਹੋ ਤੇ ਕਾਫਰ ਹੋ ਗਏ। ਇਹ ਸੋਸ਼ਲ ਮੀਡੀਆ ਹੈ, ਤੁਹਾਡਾ ਕੰਮ ਬੋਲੇਗਾ, ਤੁਹਾਡਾ ਕਿਰਦਾਰ ਬੋਲੇਗਾ, ਤੁਹਾਡੇ ਅਫਕਾਰ ਬੋਲਣਗੇ, ਤੁਹਾਡੀ ਸੋਚ ਬੋਲੇਗੀ। ਅਗਰ ਤੁਸੀਂ ਅੱਛਾ ਕੰਮ ਕਰ ਰਹੇ ਹੋ, ਤੁਹਾਡੀ ਸੋਚ ਅੱਛੀ, ਤੁਹਾਡੀ ਥਿਊਰੀ ਅੱਛੀ, ਨਜ਼ਰੀਆ ਅੱਛਾ, ਖਿਆਲਾਤ ਅੱਛੇ ਨੇ, ਤੇ ਤੁਸੀਂ ਮੁਸਲਮਾਨ ਹੋ। ਅਗਰ ਤੁਸੀਂ ਇਸਲਾਮ ਔਰ ਅਹਿਲੇ ਇਸਲਾਮ ਦੇ ਹਮਦਰਦ ਹੋ ਤਾਂ ਤੁਸੀਂ ਮੁਸਲਮਾਨ ਹੋ। ਇਹ ਬੰਦਾ ਹੁਣ ਜੋ ਕੋਈ ਜਾ ਕੇ ਕਰਨ ਲੱਗਿਆ, ਮੁਸਲਮਾਨਾਂ ਦੀ ਮਾਂ ਦੀ ਫਲਾਂਟਿੰਗ ਦੇਣ ਲੱਗਿਆ, ਉੱਥੇ ਖੁੱਲੀਆਂ ਗਾਲਾਂ ਪੈ ਕੱਢਦਾ ਮੁਸਲਮਾਨਾਂ ਨੂੰ, ਤੇ 8 ਬੰਦੇ ਮਿਰਜ਼ਾਈ ਨੇ ਤੇ ਵਿਸ਼ਕਾਰ ਉਹ ਇਕੱਲਾ ਬੈਠੇ ਆ। ਤੇ ਸੈਣੀ ਸਾਹਿਬ ਨੇ ਉਹਨੂੰ 2-3 ਵਾਰੀ ਟਿਚਕਰਾਂ ਵੀ ਕੀਤੀਆਂ ਨੇ, ਵੱਲਾ ਅੱਲਾ ਦੀ ਕਸਮ ਖਾ ਕੇ ਕਹਿੰਦਾ ਵਾ। ਜਿਸ ਵੇਲੇ ਉਹਨੇ ਆਖਿਆ ਨਾ ਬਈ ਉਹ ਮਿਰਜ਼ਾਈ ਸਾਡੇ ਨਾਲ ਬਹੁਤਾ ਦਰੂਦ ਪੜ੍ਹਦੇ ਨੇ, ਐਜ਼ਿਆ ਭਾਈ ਸੁਣਿਓ, ਤੇ ਸੈਣੀ ਸਾਹਿਬ ਪਤਾ ਕੀ ਕਹਿੰਦੇ ਨੇ, ਆਹ ਉਹਨਾਂ ਦਾ ਕੰਮ ਹੀ ਦਿਹਾੜੀ ਸਾਰੀ ਦਰੂਦ ਉਹ ਬਹੁਤ ਪੜ੍ਹਦੇ ਨੇ। ਸੁਣਿਆ ਇਹਨੂੰ ਖੁੱਦੂ ਨੂੰ ਫੇਰ ਵੀ ਨਹੀਂ ਪਤਾ ਲੱਗਾ ਮੇਰੀਆਂ ਟਿਚਕਰਾਂ ਪੇ ਕਰਦੇ ਨੇ। ਇਹਨਾਂ ਬੰਦਿਆਂ ਨੂੰ ਮੈਨੂੰ ਦੱਸੋ, ਇਹਨੂੰ ਕਿਹੜਾ ਮੈਂ ਸਰਟੀਫਿਕੇਟ ਦੇ ਕੇ ਟੋਰਾਂ? ਅਲਾਉਦੀਨ ਖਿਲਜੀ ਆਖਿਆ ਸੀ, ਜਿਹੜੇ ਦੋਸਤ ਤੁਹਾਡੇ, ਜਿਹੜੇ ਸਪਾਈ ਦੀ ਤਾਰੀਫ ਤੁਹਾਡਾ ਕਰੇ ਨਾ ਦੁਸ਼ਮਣ, ਉਹ ਸਭ ਤੋਂ ਵੱਡਾ ਗੱਦਾਰ ਹੈ ਜੀ। ਨਹੀਂ ਇਹਨੂੰ ਮੈਂ ਦੱਸੋ ਕਿਹੜਾ ਸਰਟੀਫਿਕੇਟ ਇਹਨੂੰ ਮੈਂ ਦੇਵਾਂ ਇੱਥੋਂ ਆਪਣੇ ਹੱਥ ਨਾਲ ਲਿਖ ਕੇ? ਇਹੋ ਜਿਹੇ ਬੰਦਿਆਂ ਨੂੰ ਜਿਹੜੇ ਰਵਾਲ ਸਾਰੀ ਗੱਲ ਵੇ, ਮੈਂ ਜੀ ਨਜਫ ਨੂੰ ਗਾਲ ਕੱਢ ਦਿੱਤੀ ਹੈ ਜਾਂ ਨਜਫ ਨੇ ਮੈਨੂੰ ਗਾਲ ਕੱਢ ਦਿੱਤੀ ਹੈ, ਤੇ ਮੈਂ ਜਾ ਕੇ ਮਿਰਜ਼ਾਈਆਂ ਦੀ ਬਰਾੜ ਤੇ ਚੜ੍ਹ ਕੇ ਜਾਂ ਮਿਰਜ਼ਾਈਆਂ ਨੂੰ ਆਪਣੀ ਬਰਾੜ ਦੇ ਉੱਤੇ ਬਹਾ ਕੇ ਤੇ ਮੈਂ ਮੁਸਲਮਾਨਾਂ ਦੀ ਮਾਂ ਦੀ ਫਲਾਂਟਿੰਗ ਪੈ ਦੇਣਾ ਵਾ, ਤੇ ਕਿਹੜਾ ਸਰਟੀਫਿਕੇਟ ਮੈਨੂੰ ਲੱਭੇਗਾ? ਇਹੀ ਸਰਟੀਫਿਕੇਟ ਫਿਰ ਲੱਭੇਗਾ ਨਾ। ਸਰਟੀਫਿਕੇਟ ਲੈਣਾ ਹੈ ਤੇ ਆਪਣਾ ਕਿਰਦਾਰ ਚੰਗੇ ਕਰੋ, ਆਪਣੇ ਅਫਕਾਰ ਚੰਗੇ ਕਰੋ, ਆਪਣੀ ਸੋਚ ਨੂੰ ਵਸਤ ਦਿਓ, ਆਪਣੀ ਨਜ਼ਰ ਨੂੰ ਵੱਡਾ ਕਰੋ, ਆਪਣੀ ਅਕਲ ਨੂੰ ਵੱਡਾ ਕਰੋ, ਤੇ ਆਪਣੇ ਖਿਆਲਾਤ ਨੂੰ ਖੁੱਲਾ ਕਰੋ।
ਖਿਆਲਾਤ ਉਹ ਨੇ ਜਿਵੇਂ ਚੂਹਿਆਂ ਦੇ ਹੁੰਦੇ ਨੇ, ਨਿੱਕੇ ਨਿੱਕੇ ਸਿਰ ਨੇ, ਨਿੱਕੀਆਂ ਨਿੱਕੀਆਂ ਗੱਲਾਂ ਨੇ। ਇਹ ਹੁਣ ਸੈਣੀ ਸਾਹਿਬ ਵੀ ਉਹੀ ਕਹਿੰਦੇ 55 55 60 60 ਸਾਲ ਦੇ ਬੰਦੇ ਨੇ ਇੱਥੇ ਟਿਕਟਾਕ ਦੇ ਉੱਤੇ, ਤੇ ਆਂਦੇ ਨੇ ਜਿਸ ਵੇਲੇ ਗੱਲ ਸ਼ੁਰੂ ਕਰਦੇ ਨੇ ਤੇ ਚੰਗੀ ਭਲੀ ਗੱਲ ਸ਼ੁਰੂ ਹੁੰਦੀ ਹੈ, ਤੇ 10-15 ਮਿੰਟਾਂ ਬਾਅਦ ਜਿਵੇਂ ਬੱਚੇ ਲੜਦੇ ਨੇ ਇਸ ਤੋਂ ਵੀ ਬੁਰੀ ਲੜਾਈ ਹੋ ਰਹੀ ਹੁੰਦੀ ਹੈ। ਇਹ ਕੀ ਹੈ? ਇਹ ਪੂਰੇ ਮੁਆਸ਼ਰੇ ਦੀ ਇਖਲਾਕੀ ਗਿਰਾਵਟ ਵਿੱਚੇ ਮਰਜ਼ਈ ਨੇ, ਵਿੱਚੇ ਮੁਸਲਮਾਨ ਨੇ। ਇਹਦੇ ਵਿੱਚ ਅਗਰ ਮੁਸਲਮਾਨ ਵੀ ਛੋਟੀਆਂ ਛੋਟੀਆਂ ਗੱਲਾਂ ਤੋਂ, ਛੋਟੇ ਛੋਟੇ ਤਾਨੇ, ਛੋਟੇ ਛੋਟੇ ਮਿਹਣੇ, ਦੂਜੇ ਦੀ ਮਾਮੂਲੀ ਜਿਹੀ ਤਾਰੀਫ ਨਹੀਂ ਸੁਣ ਸਕਦਾ। ਲਓ ਜੀ, ਮੈਂ ਉਹਨੂੰ ਕਹਿ ਦਿੱਤਾ, ਇਹ ਹੁਣ ਦਾ ਵਾਕਿਆ ਸੁਣ ਲਓ। ਸੈਣੀ ਸਾਹਿਬ ਨੇ ਇੰਨਾ ਕਹਿ ਦਿੱਤਾ ਵੀ ਲਾਮਾ ਸਾਹਿਬ ਦਾ ਬੜਾ ਹੀ ਬਾਦਸ਼ਾਹ ਸਬਰ ਬੜਾ। ਮੈਂ ਕਿਹਾ ਜਿਸੇ ਤੁਸੀਂ ਗਾਲਾਂ ਪਵਾਉਣੀਆਂ ਹੁੰਦੀਆਂ ਤੁਸੀਂ ਇਹ ਗੱਲ ਕਰ ਛੱਡਦੇ ਹੋ, ਤੇ ਮਰਜ਼ਾਈ ਫੜਕਣ ਲੱਗ ਪੈਂਦੇ, ਤੱਤੇ ਤਵੇ ਤੇ ਬਹਿ ਜਾਂਦੇ ਨੇ। ਇਹ ਇੱਥੇ ਇੰਝ ਬੈਠਾ ਹੈ ਤੇ ਉੱਥੇ ਸਾਨੂੰ ਗਾਲਾਂ ਕੱਢਦਾ। ਅੱਛਾ, ਉਹਨੇ ਆਖਿਆ ਪਤਾ ਨਹੀਂ ਮੈਨੂੰ ਉਸ ਗੱਲ ਦਾ, ਮੈਂ ਤੇ ਇੰਨਾ ਮੈਂ ਮਜ਼ਾਕ ਨਾਲ ਨਾ ਜਾਣ ਕੇ ਪਤਾ ਨਹੀਂ ਭਾਵੇਂ ਕਹਿ ਲਓ ਤੰਜ਼ ਕਰਨ ਵਾਸਤੇ ਮੈਂ ਕਿਹਾ ਇਹ ਚਲੋ ਅਸੀਂ ਇਹਦੀ ਗੱਲ ਹੀ ਲੈ ਲੈਂਦੇ ਹਾਂ, ਧੀ ਧਿਆਣੀ ਹੈ ਸਫੀਆ ਸਿਸਟਰ, ਇਹਦੀ ਗੱਲ ਲੈ ਲੈਂਦੇ। ਇਹ ਲਫ਼ਜ਼ ਜਿਹੜਾ ਨਾ ਧੀ ਧਿਆਣੀ, ਹੁਣ ਇਹਨੇ ਉਹਦਾ ਦਿਲ ਹੀ ਚੀਰ ਕੇ ਰੱਖ ਛੜਿਆ ਹੈ ਮਰਜ਼ਾਈ ਦਾ। ਮਰਜ਼ਾਈ ਪਤਾ ਕਹਿੰਦਾ ਇਹ ਧੀ ਧਿਆਣੀ ਹੈ ਤੇ ਉਮਰ ਬਾਪ ਖੁਸਰਾ ਹੈ। ਕੁੱਤੇ ਦੇ ਫਿਰ ਮੈਨੂੰ ਦੱਸੋ ਮੈਂ ਉਹਨੂੰ ਕਿਹੜੀ ਗੱਲ ਆ ਬੈਠਾ ਵਾ। ਕਹਿੰਦਾ ਤੂੰ ਇਹਨੂੰ ਧੀ ਧਿਆਣੀਆਂ ਕਿ ਉਹ ਖੁਸਰਾ। ਇੰਨੇ ਤੰਗ ਨਜ਼ਰ ਜਿਸ ਕੌਮ ਦੀ, ਜਿਸ ਮੁਆਸ਼ਰੇ ਦੀ, ਜਿਨ੍ਹਾਂ ਲੋਕਾਂ ਦੀ ਇੰਨੀ ਛੋਟੀ ਸੋਚ ਹੋਵੇ ਦੀ ਕਿ ਉਹ ਕਿਸੇ ਦਾ ਅੱਛਾ ਲਫ਼ਜ਼ ਸੁਣ ਨਹੀਂ ਸਕਦੇ। ਉਹਨਾਂ ਬੱਚਿਆਂ ਦੀ ਲੜਨਾ ਨਾ, ਉਹਨਾਂ ਗਾਟੀਆਂ ਤੋਂ ਲੜਨਾ ਨਾ ਹੁਣੇ 2 ਮਿੰਟ ਬਾਅਦ। ਇਹ ਹਾਲਾਤ 'ਤੇ ਚੱਲਦੇ ਨੇ। ਬਹਰਹਾਲ ਸਾਨੂੰ ਦੂਜਿਆਂ ਨਾਲ ਤੇ ਕਿਸੇ ਨਾਲ ਕੋਈ ਗਰਜ਼ ਨਹੀਂ, ਖਸਮਾਂ ਨੂੰ ਖਾਣ ਜੋ ਮਰਜ਼ੀ। ਸਾਨੂੰ ਤੇ ਸਿਰਫ ਔਰ ਸਿਰਫ ਇਸ ਕੰਮ ਨਾਲ ਤੇ ਇਸ ਮਿਸ਼ਨ ਨਾਲ ਦਿਲਚਸਪੀ ਕਿ ਇਹਦੇ ਵਿੱਚ ਬਹੁਤ ਵੱਡਾ ਖਲਾਅ ਆਇਆ ਪਿਛਲੇ 3-4 ਮਹੀਨਿਆਂ ਤੋਂ। ਕੋਈ ਗਿੱਲੇ ਤਿੱਤਰ ਤੇ ਕੋਈ ਸੱਪ ਆਸਤੀਨ ਦੇ, ਉਹਨਾਂ ਬਹੁਤ ਜ਼ਿਆਦਾ ਨੁਕਸਾਨ ਪਹੁੰਚਾਇਆ ਹੈ। ਤੇ ਸਾਡੇ ਕਈ ਜਿਹੜੇ ਮਾਹਿਰ ਬੰਦੇ ਨੇ ਉਹਨਾਂ ਨੂੰ ਅੰਗੇਜ ਕਰਕੇ ਐਸੀ ਸੜਕੇ ਚਾੜ ਛੜਿਆ ਕਿ ਉਹ ਸਫ਼ਰ ਜਿਹੜਾ ਹੈ ਉਹ ਖੋਟਾ ਹੋ ਗਿਆ ਸਾਰਾ। ਵਰਨਾ ਪਹਿਲੇ ਸਾਲ ਮਿਰਜ਼ਾਈਆਂ ਦੇ ਇੱਥੇ ਉਹ ਮੰਜੀ ਠੁੱਕੀ ਹੈ ਟਿਕਟਾਕ ਦੇ ਉੱਤੇ ਕਿ ਉਹਦੇ ਨਾਲ ਮਿਰਜ਼ਾਈ ਚੰਗੇ ਭਲੇ ਸੋੜੇ ਹੋਏ ਸਨ। ਹੁਣ ਵੀ ਜਿੰਨਾ ਅਸੀਂ ਲਹਿਦਾ ਪਿਠੋਕਨੇ ਉਹਨਾਂ ਦੀ ਮੰਜੀ, ਹੁਣ ਵੀ ਅਗਰ ਅਸੀਂ ਇੱਕ ਡਾਇਰੈਕਸ਼ਨ 'ਚ ਹੋ ਕੇ ਸਾਰੇ ਮੰਜੀ ਠੋਕਾਂਗੇ ਮਿਰਜ਼ਾਈ ਟਿਕਟਾਕ ਛੱਡ ਕੇ ਦੌੜ ਜਾਣਗੇ। ਲੇਕਿਨ ਸਾਨੂੰ ਸਿਰਫ ਇੱਕ ਇਸ ਅਸੂਲ ਤੇ ਇਹ ਗੱਡੀ ਤਾਂ ਅਗਾਂ ਚੱਲ ਸਕਦੀ ਹੈ ਕਿ ਜੇ ਮੈਂ ਤੁਹਾਨੂੰ ਗਲਤ ਨਾ ਆਖਾਂ, ਤੁਸੀਂ ਮੈਨੂੰ ਗਲਤ ਨਾ ਆਖੋ ਬੰਦਿਆਂ ਦੇ ਸਾਹਮਣੇ। ਜਿਹੜੀ ਗੱਲ ਕਰਨੀ ਮੇਰੇ ਨਾਲ ਫੋਨ ਤੇ ਕਰ ਲਿਓ, ਮੈਂ ਤੁਹਾਨੂੰ ਆਖਣਾ ਹੋਇਆ ਕੋਈ ਗਲਤੀ ਤੁਹਾਡੀ ਬਿਆਨ ਕਰੀ ਤੁਹਾਨੂੰ ਫੋਨ ਤੇ ਕਰ ਲਓ। ਵਰਨਾ ਇਹ ਟਿਕਟਾਕ ਐਸੀ ਬੈਡ ਐਪਲੀਕੇਸ਼ਨ ਹੈ, ਇੱਕ ਕਹਿ ਲਓ ਕਿ ਗੰਦੀ ਐਪਲੀਕੇਸ਼ਨ ਹੈ ਕਿ ਜਦੋਂ ਅਸੀਂ ਇੱਥੇ ਕਿਸੇ ਭਾਈ ਨੂੰ ਕਹਿ ਦਿੰਦੇ ਨਾ ਨਈਮ ਭਾਈ ਜਿਹੜੀ ਤੁਹਾਡੀ ਡੀਪੀ ਹੈ ਨਾ ਇਹਦੇ ਉੱਤੇ ਇਹ ਸ਼ੇਰ ਦੀ ਇੰਝ ਲੱਗਦਾ ਥੱਲੇ ਦਾੜੀ ਹੈ, ਇੱਕ ਫੋਟੋ ਹੀ ਚੰਗੀ ਲਾ ਲਓ। ਹੁਣ ਕੀ ਪਤਾ ਨਈਮ ਭਾਈ ਨੂੰ ਥੋੜਾ ਬੁਰਾ ਲੱਗੇ, ਜਿਹੜੇ ਦੁਆਲੇ ਬੰਦੇ ਬੈਠੇ ਨੇ ਨਾ ਉਹ ਟਿਚਕਰਾਂ ਕਰ ਕਰਕੇ ਨਈਮ ਭਾਈ ਨੂੰ ਬੁਰਾ ਲਵਾ ਛੱਡਣ, ਕਿਉਂਕਿ ਬੰਦੇ ਵੀ ਸੁਣਦੇ ਨੇ ਦੁਆਲੇ। ਇੰਝ ਹੀ ਬਸ ਬੰਦੇ ਦੀ ਇੱਜ਼ਤ ਨਫਸ ਮਜਰੂ ਹੁੰਦੀ ਹੈ ਕਿ ਮੈਂ ਕਿਸੇ ਭਾਈ ਦੀ ਛੋਟੀ ਜਿਹੀ ਕੋਈ ਇੱਥੇ ਗਲਤੀ ਬਿਆਨ ਕਰਾਂਗਾ ਨਾ, ਯਾਰ ਤੁਹਾਡੀ ਆਵਾਜ਼ ਨਹੀਂ ਸਹੀ, ਯਾਰ ਤੁਹਾਡਾ ਲਹਿਜਾ ਨਹੀਂ ਸਹੀ, ਓਏ ਤੁਹਾਡੇ ਸਾਹਮਣੇ ਉਹ ਦਰੂਦ ਪੜਨ ਲੱਗਿਆ ਤੁਸੀਂ ਰੋਕਦੇ ਨਹੀਂ ਪਏ, ਓਏ ਤੁਸੀਂ ਯਾਰ ਇਹ ਗੰਦਾ ਲਫ਼ਜ਼ ਕਿਉਂ ਬੋਲਦੇ ਹੋ ਕਿਸੇ ਖਿਲਾਫ ਨਜਾਇਜ਼। ਇਹੋ ਜਿਹੀ ਕਿਸੇ ਕਿਸਮ ਦੀ ਕ੍ਰਿਟਿਸਿਜ਼ਮ ਉਸ ਬੰਦੇ ਨੂੰ ਮਜਬੂਰ ਕਰ ਦੇਗੀ ਉੱਥੇ ਹੀ ਰਿਐਕਟ ਕਰਨ ਤੇ। ਜਦੋਂ ਉਹ ਰਿਐਕਟ ਕਰੇਗਾ ਲੜਾਈ ਸ਼ੁਰੂ ਹੋ ਜਾਏਗੀ ਤੁਹਾਡੀ। ਫਿਰ ਉਹਦੇ ਬਾਅਦ ਨਤੀਜਾ ਕੀ ਹੋਣਾ? ਤੁਸੀਂ ਉਤਰਨਾ ਥੱਲੇ, ਤੁਸੀਂ ਆਪਣੀ ਬਰਾੜ 'ਤੇ ਜਾ ਕੇ ਉਹਦੀ ਮਾਂ ਭੈਣੇ ਕਰਨੀ, ਉਹਨੇ ਤੁਹਾਡੀ ਮਾਂ ਭੈਣੇ ਕਰਨੀ। ਇੱਥੋਂ ਤੱਕ ਮੁਸਲਮਾਨ ਪਹੁੰਚੇ ਨੇ ਇੱਕ ਦੂਜੇ ਨਾਲ। ਐਸੇ ਗੱਲ ਦਾ ਨਤੀਜਾ ਨਾ ਕਿ ਇੱਕ ਦੂਜੇ ਨੂੰ ਸਮਝਾਉਣ ਦੀ ਨੀਅਤ ਨਾਲ ਇੱਥੇ ਪਹੁੰਚ ਗਏ। ਇਹ ਸਮਝਾਉਣ ਵਾਲਾ ਜਿਹੜਾ ਪ੍ਰੋਸੈਸ ਹੈ ਨਾ, ਇਹਨੂੰ ਸਸਪੈਂਡ ਕਰਕੇ ਤੇ ਜਿਹੜਾ ਕੰਮ ਹੈ ਉਹਦੇ ਵੱਲ ਧਿਆਨ ਕਰੀਏ। ਹੁਣ ਮੈਂ ਸਾਰੀਆਂ ਗੱਲਾਂ ਮੈਂ ਹੀ ਨਹੀਂ ਕਰੀ ਜਾਣੀ, ਹੁਣ ਕਰੋ ਜਿੰਨੇ ਗੱਲ ਕਰ। ਲਵੀ ਵਾਲਾ ਮੁਕਾਮ ਹੈ। ਬਾਕੀ ਮੇਰਾ ਨਹੀਂ ਖਿਆਲ ਕਿ ਇਸ ਤੋਂ ਬਾਅਦ ਕੋਈ ਹੋਰ ਕੋਈ ਜ਼ਰੂਰੀ ਹੈ। ਬਹੁਤ ਯਾਰ ਇਮਤਿਆਜ਼ ਜਾਓ ਜਾ ਕੇ ਸੁਣੋ, ਤੁਸੀਂ ਉਹਨੂੰ ਨਾ ਲੈ ਜਾਓ ਨਾਲ, ਜੋ ਕੋਈ ਤੁਸੀਂ ਕਰਦੇ ਹੋ ਤੇ ਤੁਸੀਂ ਆਪਣੇ ਦਿਲ ਨੂੰ ਜਿਹੀ ਤਸੱਲੀ ਦੇ ਸਕਦੇ ਹੋ ਦਿਓ। ਜੇ ਤੁਸੀਂ ਨਜ਼ੀਰੇ ਹਾਰ ਤੁਹਾਨੂੰ ਖੁਰਕ ਵੀ ਹੁੰਦੀ ਤਾਂ ਰਾਹ ਮੈਂ ਠੋਕ ਦੇਣਾ ਮੰਜੀ, ਤੁਸੀਂ 5 ਸਕਿੰਟ ਨਹੀਂ ਹੱਥ ਕੱਢਣੇ ਆ। ਉੱਥੇ ਜਾ ਕੇ ਆਂਦਾ ਜੀ ਅੱਜ ਆਮਰ ਦਾ ਬੜਾ ਸਬਰ ਵੇਖਿਆ ਕਿ ਉਹ ਆਖਣ ਲੱਗੇ ਅਸੀਂ ਲੈ ਇਸਲਾਮ ਉਹ ਕੀ ਨਾ ਉਹਦਾ ਅਤਾਲ ਕਦੀਰ, ਉਹ ਪਹਿਲੀ ਵਾਰੀ ਆਇਆ ਤੇ ਕਹਿੰਦਾ ਜੀ ਪਤਾ ਨਹੀਂ ਆਮਰ ਦੀ ਤਬਦੀਲੀ ਆ ਗਈ ਰਵਈਏ। ਮੈਂ ਕਿਹਾ ਮੈਂ ਮਨਾ ਕਦੋਂ ਕੀਤਾ ਹੈ? ਉਹ ਦਿਹਾੜਾ ਦਾ ਜਿਸ ਦਿਨ ਮੈਂ ਮਨਾ ਕੀਤਾ ਹੈ। ਮੈਂ ਤੇ ਆਖਿਆ ਇਜਾਜ਼ਤ ਹੈ ਤੁਹਾਨੂੰ ਵੀ, ਤੁਸੀਂ ਵੀ ਆਪਣਾ ਕੰਮ ਕਰ ਲਓ, ਲੇਕਿਨ ਇਜਾਜ਼ਤ ਸਾਨੂੰ ਵੀ ਹੈ ਜੇ, ਇਹ ਚੇਤਾ ਰੱਖਿਓ। ਸੀਟ ਬੈਲਟ ਬੰਨ ਕੇ ਨਾ ਤੇ ਆਪਣੀ ਇਜਾਜ਼ਤ ਇਸਤੇਮਾਲ ਕਰੋ।
ਮੈਂ ਤਾਂ ਕਦੇ ਵੀ ਨਹੀਂ ਮਨਾ ਕੀਤਾ ਤੁਹਾਨੂੰ। ਇੰਨੇ ਕੁ ਤੁਸੀਂ ਪੁੱਤਰ ਹੋ, ਇੰਨੀ ਕੁ ਤੁਹਾਡੀ ਸੋਚ ਹੈ, ਉੱਥੇ ਹੀ ਜਿਹੜੀ ਗੱਲ ਕਰਦੇ ਹੋ ਅਗਲੇ ਪੈਰ ਤੇ ਫੜ ਕੇ ਦਿਓ, ਅੱਗੋਂ ਦੁੜਕੀ ਲਾ ਜਾਂਦੇ ਹੋ। ਇਸ ਗੱਲੇ ਅਸੀਂ ਆਪਸ ਦੀ ਗੱਲ ਪੇ ਕਰਨੇ ਆ, ਤੁਸੀਂ ਉੱਥੇ ਆਪਣੀ ਫਿਲਮ ਚਲਾਓ ਤੇ ਖਿੱਚ ਨਾ ਪੱਟ ਨਾ ਕੇ ਰੱਖੋ, ਕਾਮਯਾਬ ਅੱਜ ਹੁੰਦੇ ਹੋ ਇਹਨੂੰ ਤੁਸੀਂ। ਕੱਖ ਨਹੀਂ ਆਣਾ, ਅੱਜ ਇਹਨੂੰ ਕੱਖ ਨਹੀਂ ਆਣਾ ਅਮਰ ਭਾਈ, ਮੈਂ ਰਿਕੁਐਸਟ ਕਰ ਰਿਹਾ। ਮੈਂ ਤਾਂ ਹੀ ਪੈਣਾ ਨਾ, ਕਾਮਯਾਬ ਹੁੰਦੇ ਹੋ ਤੁਸੀਂ। ਟਿਕਟਾਕ ਦੇ ਉੱਤੇ ਮਿਰਜ਼ਾਈਅਤ ਫੈਲ ਚੱਲੀ, ਤੁਸੀਂ ਉਹ ਜਿਹੜਾ ਪੇ ਕੰਮ ਕਰਦੇ ਹੋ ਕਰੀ ਜਾਓ ਸੈਨ ਸਾਹਿਬ ਦੀ ਬਰਾੜ ਤੇ, ਅਸੀਂ ਆਪਸ ਦੀ ਗੱਲ ਪੇ ਕਰਨੇ ਆ, ਇਸ ਗੱਲੇ ਪਰਾਂ ਹੋ ਜਾਓ। ਨਾ ਨਾ ਇਹਨੂੰ ਨਹੀਂ ਕੱਖ ਨਾ, ਨਹੀਂ ਜਦੋਂ ਵਿਚਾਰੇ ਨੇ ਨਾ ਬੜਾ ਪਿਆਰਾ ਪੋਸਟਰ ਬਣਾਇਆ ਸੀ ਆਪਣੇ ਵੱਲੋਂ, ਇਹਨੇ ਸਾਡੀ ਨਕਲ ਮਾਰੀ, ਅਸੀਂ ਇਹਦੀ ਅਸਲ ਮਾਰ ਲਈ। ਆਹ ਕੀ ਨਾਂ ਇਹਨਾਂ ਦਾ ਜੀ, ਇਮਤਿਆਜ਼ ਸਾਹਿਬ, ਵੇਖੋ ਨਾ। ਉਹ ਲੈ, ਅੱਛਾ ਇਹ ਜਿਹੜੇ ਆਪਸ 'ਚ ਨਹੀਂ ਲੜਦੇ, ਇਹਨਾਂ ਹੁਣ ਭਾਈ ਜਾ ਕੇ ਉੱਥੇ ਜਾ ਕੇ ਸ਼ੁਰੂ ਕਰ ਲਿਆ ਕੰਮ। ਇਹ ਸਾ- ਨਹੀਂ ਮਵਾਨ ਸਾਹਿਬ, ਮੈਨੂੰ ਇਹ ਦੱਸੋ ਕਿ ਜ਼ਿੰਦਗੀ 4 ਦਿਨਾਂ ਦੀ ਹੈ? ਉਸਤਾਦ ਵਾਲੇਕੁਮ ਅਸਲਾਮ। ਮੈਂ ਤੇਰੀ ਗੱਲ ਸੁਣ ਕੇ ਸੋਚ ਰਿਹਾ ਵੀ ਹੁਣ ਤੂੰ ਆਖੇਗਾ ਟੈਸਟ ਮੈਚ ਕਿਉਂ 5 ਦਿਨਾਂ ਦਾ ਹੁੰਦਾ ਹੈ। ਇਹਦਾ ਮਤਲਬ ਤੁਸੀਂ ਵੇਖਦੇ ਹੋ ਸਟੇਜ ਡਰਾਮੇ। ਅਲਾਮਾ ਸਾਹਿਬ ਵਾਪਸ ਆਉਂਦੇ ਨੇ ਤੇ ਇੱਕ ਇੱਥੇ ਰੌਲਾ ਇੱਕ ਜਿਹੜਾ ਨਾ ਉਹ ਵੀ ਮੁਕਾ ਦਿੰਦੇ ਆ, ਤਾਂ ਕਿ ਅਗਰ ਇੱਥੇ ਗੱਲ ਇਹ ਹੋ ਰਹੀ ਹੈ, ਸੁਲ੍ਹਾ ਦੀ ਗੱਲ ਹੋ ਰਹੀ ਹੈ, ਅੱਛੇ ਮਾਹੌਲ ਦੀ ਗੱਲ ਹੋ ਰਹੀ ਹੈ, ਇਕੱਠੇ ਬਹਿਣ ਦੀ ਗੱਲ ਹੋ ਰਹੀ ਹੈ, ਤੇ ਅਲਾਮਾ ਸਾਹਿਬ ਜਰਾ ਮੌਲਵੀ ਗੰਡਾਸੇ ਨਾਲ ਤੇ ਮੇਰੀ ਸੁਲ੍ਹਾ ਕਰਵਾ ਦਿਓ। ਅੱਛਾ ਨਹੀਂ ਨਹੀਂ, ਮੌਲਵੀ ਗੰਡਾਸੇ ਨਾਲ ਹੀ ਸੀ ਉਸ ਵੇਲੇ, ਕਾਨਫਰੰਸ ਕਾਲ ਸੀ, ਤੇ ਇਹਨਾਂ ਵੱਲੋਂ ਤੇ ਤੁਸੀਂ ਮੇਰੀ ਹਾਂ ਹੀ ਸਮਝ ਲਓ। ਮੌਲਵੀ ਗੰਡਾਸਾ ਮੋਹ ਕੇ ਜਿਵੇਂ ਵਲੀ ਨਹੀਂ ਕੁੜੀ ਦੀ ਤਰਫੋਂ ਹਾਂ ਕਰ ਸਕਦਾ, ਜਿਹੜਾ ਕੁੜੀ ਦਾ ਵਲੀ ਹੁੰਦਾ ਹੈ, ਇਸੇ ਤਰ੍ਹਾਂ ਇਹਨਾਂ ਦੀ ਤਰਫੋਂ ਮੈਂ ਹਾਂ ਕਰ ਦਿੰਦਾ, ਤੁਸੀਂ ਫਿਕਰ ਹੀ ਨਾ ਕਰੋ। ਟੋਰੋ ਟੋਰੋ ਪਾਓ ਜੀ, ਚਾਦਰ ਟੋਰੋ। ਨਹੀਂ ਇਹ ਆਪਣੇ ਮੂੰਹੋਂ ਬੋਲੇਗਾ ਤਾਂ ਫੇਰ ਇੰਜ ਨਹੀਂ। ਇਹਨਾਂ ਦਾ ਗਲਾ ਖਰਾਬ ਹੈ। ਕੀ ਸੁਣਨਾ ਹੀ ਮੌਲਵੀ। ਮੈਨੂੰ ਪਤਾ ਕੋਈ ਗੱਲ ਆਪਣੀ ਹੈ, ਕੋਈ ਔਖੀ ਜੀ ਗੱਲ ਆਪਣੀ। ਉਹ ਨਹੀਂ ਮੌਲਵੀ, ਗੱਲ ਇਹ ਨਾ ਵੇਖ ਅੱਗੇ ਵਿਖੇੜੇ ਬਹੁ ਪੇਨ ਤੇ ਬੜਾ ਵਿਖੇੜੇ ਸਮੇਟਨੇ। ਹਾਂ ਜਦ ਫਲਾਣੇ ਦੀ ਦੇਰ ਨਹੀਂ ਲੱਗਣੀ ਨਾ, ਲੱਸੀ ਤੇ ਲੜਾਈਆਂ ਵਧਾਣੇ ਦੇਰ ਤੇ ਨਹੀਂ ਨਾ ਲੱਗਣੀ, ਲੇਕਿਨ ਸਮੇਟਣਾ ਔਖਾ ਹੁੰਦਾ ਹੈ, ਤੇ ਸਮੇਟਣੇ ਦੇ ਪਾਸੇ ਤਵੱਜੋ ਦੇਣੀ ਚਾਹੀਦੀ ਹੈ। ਇਸ ਤੇ ਕੋਈ ਔਖੀ ਸੌਖੀ ਬਰਦਾਸ਼ਤ ਵੀ ਕਰਨੀ ਪਵੇ ਤੇ ਸਮੇਟ ਕਰਨਾ ਬੰਦਾ ਫਿਰ ਵੀ, ਤੇ ਤਣੀਆਂ 2-4 ਬਰਦਾਸ਼ਤ ਕਰਨੀਆਂ ਪਿਆ ਤਾਂ ਵੀ ਕਰ, ਵੈਸਾ ਕੋਈ ਨਹੀਂ ਰੋਲਾ। ਹੋਰ ਦੱਸ। ਮਾਰ ਡਿਪਟੀ ਗੱਲ ਹੀ ਮੁਕਾਤੀ, ਦੱਸਣਾ ਕੀ ਹੈ ਉਸਤਾਦ ਜੀ? ਤੁਸੀਂ ਐਂਡ ਵਾਲੀ ਗੱਲ ਜਿਹੜੀ ਨਾ ਪਹਿਲਾਂ ਕਰ ਦਿੰਦੇ। अस्सलामुअलैकुम वरहमतुल्लाहि वबरकातुहू। ਵਾਲੇकुम ਵਾਲੇकुम अस्सलाम। ਯਾ ਹਬੀਬੀ। ਇਹ ਦੱਸੋ ਮੌਲਵੀ, ਇੱਥੇ ਚੱਲ ਕੀ ਰਿਹਾ ਹੈ? ਕੋਈ ਮੁੱਦਾ ਚੱਲ ਰਿਹਾ ਹੈ ਜਾਂ ਇੱਕ ਦੂਜੇ ਨੂੰ ਫੁੱਲ ਮਾਰ ਕੇ ਚੈੱਕ ਕਰ ਰਹੇ ਜੇ? ਮੁੱਦਾ ਤੇ ਨਿੱਕਾ ਜਿਹਾ ਹੀ ਹੈ, ਤੇ ਉਹਦੀ ਇਹ ਤਾਂ ਹਿਮਾਇਤ ਕਿਸੇ ਨਹੀਂ ਕੀਤੀ, ਤੇ ਕੀ ਪਤਾ ਹੈ ਉਹ मिर्जा कादियानी नहीं से आंदा ਹੁੰਦਾ, हमारे दिल में शायद पता नहीं आंदा ख्याल आता है कि हो सकता है अल्लाह ताला ने ये आपके हाथों ही ये नेकी लिखी हुई हो, पहल आप ही करें नेकी की इरशाद सही हो। हुक्म करें आमिर भाई। ਇੱਕ ਨੁਕਤੇ ਦਾ ਏਜੰਡਾ ਹੈ ਹਾਂ ਕਿ ਜਿਹੜੇ ਬੰਦੇ ਖਤਮੇ ਨਬੂਵਤ ਦੇ ਉੱਤੇ ਕੰਮ ਕਰ ਰਹੇ ਨੇ ਜਾਂ ਕਰਨਾ ਜਾਣਦੇ ਨੇ, ਜਾਂ ਜਿਨ੍ਹਾਂ ਦੀ ਕੋਈ ਪਿਛਲੀ ਕਾਰਕਰਦਗੀ ਹੈ, ਉਹਨਾਂ ਨੂੰ ਪਤਾ ਹੈ ਕਿ ਉਹ ਇੱਕ ਕੰਮ ਨੂੰ ਕਰਨਾ ਜਾਣਦੇ ਨੇ, ਤੇ ਉਹਨਾਂ ਨੂੰ ਸਾਰਿਆਂ ਨੂੰ ਇੱਕ ਦੂਜੇ ਨੂੰ ਇਗਨੋਰ ਕਰੋ, ਯਾਨੀ ਉਹ ਨਾਰਾਜ਼ਗੀਆਂ ਗਿਲੇ ਸ਼ਿਕਵੇ ਇੱਕ ਦੂਜੇ ਦਾ ਗੁੱਸਾ ਥੁੱਕ ਦਿਓ। ਜਿਹਦੇ ਨਾਲ ਦਿਲ ਭਿੱਜਦਾ ਹੈ ਉਹਦੇ ਨਾਲ ਬਵੋ, ਨਹੀਂ ਦਿਲ ਭਿੱਜਦਾ ਨਾ ਬਵੋ, ਲੇਕਿਨ ਇੱਕ ਨੁਕਤੇ ਦਾ ਏਜੰਡਾ ਇਹ ਵੇ ਕਿ ਹਰ ਮੁਸਲਮਾਨ ਖਤਮੇ ਨਬੂਵਤ ਵਾਲਾ ਜਿਹੜਾ ਖਤਮੇ ਨਬੂਵਤ ਦਾ ਕਰ ਕਰੇ, ਉਹ ਕਿਸੇ ਦੂਜੇ ਦੇ ਉੱਤੇ ਇੱਕ ਲਫ਼ਜ਼ ਵੀ ਨਾ ਬੋਲੇ ਬਰਾੜ ਕਿਸੇ ਦੇ ਉੱਤੇ। ਇਹਦੇ ਚ ਥੋੜੀ ਜੀ ਕਿਬਲਾ ਵਜ਼ਾਹਤ ਕਰੋ ਕਿ ਇਹ ਚ ਉਹ ਵੀ ਆ ਜਾਂਦੇ ਨੇ, ਉਹ ਵੀ ਸਾਰੇ ਹੀ ਸਾਰੇ ਆ ਜਾਂਦੇ ਨੇ, ਜਿਨ੍ਹਾਂ ਨੂੰ ਤੁਸੀਂ ਵੇਖ ਲਿਆ, ਤੁਸੀਂ ਆਪਣੀ ਨਜ਼ਰ ਮਾਰ ਲਓ, ਜਿਹੜਾ ਜਿਹੜਾ ਤੁਹਾਨੂੰ ਦਿਸਦਾ ਹੈ ਕਿ ਇਹ ਖਤਮੇ ਨਬੂਵਤ ਦਾ ਕੰਮ ਕਰਦੇ ਨੇ ਪਏ, ਜਾਂ ਇਹਨਾਂ ਨੇ ਕੀਤਾ ਹੈ, ਜਾਂ ਇਹਨਾਂ ਨੂੰ ਜਾਂਚ ਹੈ, ਤੇ ਸਾਰੇ ਆਉਂਦੇ ਨੇ।
ਤੇ ਜੇ ਤੁਸੀਂ ਕਿਸੇ ਐਸੇ ਬੰਦੇ ਦਾ ਨਾਂ ਲੈ ਰਹੇ ਹੋ ਜਿਨ੍ਹਾਂ ਨੂੰ ਇਹ ਵੀ ਨਹੀਂ ਪਤਾ ਵੀ ਮਿਰਜ਼ੇ ਕਾਦੀਆਨੀ ਦੀਆਂ ਕਿਤਾਬਾਂ ਕਿੰਨੀਆਂ ਨੇ, ਜਾਂ ਮਿਰਜ਼ੇ ਕਾਦੀਆਨੀ ਦੀ ਪੈਦਾਇਸ਼ ਕਦੋਂ ਹੋਈ ਤੇ ਮੌਤ ਕਦੋਂ ਹੋਈ ਹੈ, ਤੇ ਖਤਮੇ ਨਬੂਵਤ ਦੀਆਂ ਕੁਰਾਨ 'ਚ ਐਤਾਂ ਕਿਹੜੀਆਂ ਕਿਹੜੀਆਂ ਪੇਸ਼ ਕੀਤੀਆਂ ਜਾ ਸਕਦੀਆਂ ਨੇ ਅਕੀਦਾ ਖਤਮੇ ਨਬੂਵਤ ਉੱਤੇ, ਇਹਨਾਂ ਲੋਕਾਂ ਨੂੰ ਜੇ ਤੁਸੀਂ ਸਮਝਦੇ ਪਏ ਹੋ ਤੇ ਉਹ ਕੋਈ ਨਹੀਂ ਵਿੱਚ ਆਉਣਾ। ਵੈਰੀ ਗੁੱਡ, ਓਨੈਸਟਲੀ ਕਮਾਲ ਦੀ ਗੱਲ ਹੈ। ਵੇਖੋ ਇਸ਼ਾਰਿਆਂ ਤੁਸੀਂ ਵੀ ਸਮਝ ਗਏ, ਮੈਂ ਵੀ ਸਮਝ ਗਿਆ, ਕੋਈ ਰੌਲਾ ਵੀ ਨਹੀਂ ਪਿਆ ਤੇ ਠੀਕ ਹੈ। ਜੇ ਗੱਲ ਆਈ ਹੈ ਤੇ ਠੀਕ ਹੈ, ਜੇ ਵਾਕਿਆ ਹੀ ਨਹੀਂ ਕਿਸੇ ਨੇ ਕੀਤਾ ਹੱਥ ਖੜਾ ਤੇ ਲਿਖੋ, ਮੇਰਾ ਨਾਂ ਲਿਖੋ, ਬਿਸਮਿਲ੍ਲਾ ਜੀ, ਹਾਜ਼ਰ। ਤੁਹਾਡੇ ਨਾਲ ਪਹਿਲਾਂ ਅਲੀ ਭਾਈ ਨੇ ਕਰ ਦਿੱਤਾ, ਹੁਣ ਮਾਸ਼ਾਅੱਲਾ ਅੱਲਾਹ ਤਾਲਾ ਨੇ ਉਹਨਾਂ ਨੂੰ ਪਹਿਲੀ ਚਲੋ ਨੇਕੀ ਦੂਜਾ ਲਿਖ ਲਓ ਸਾਡਾ, ਮਾਸ਼ਾਅੱਲਾ, ਹਾਜ਼ਰ ਜੀ, ਹਾਜ਼ਰ। ਪਹਿਲੀ ਨੇਕੀ ਉਹਨਾਂ ਨੂੰ ਅੱਲਾਹ ਤਾਲਾ ਤੌਫੀਕ ਦੇਤੀ। ਉਸਮਾਨ ਡਾਰ ਭਾਈ ਨੇ ਵੀ ਕਹਿ ਦਿੱਤਾ ਹੈ, ਮੁਤਫਿਕ ਨੇ। ਇਹ ਜਿਹੜਾ ਜ਼ਿਆ ਰਸੂਲ ਹੈ ਨਾ, ਇਹ ਘੁੰਨਾ ਜਿਹਾ ਬਣ ਕੇ ਬੈਠੇ ਉਸ ਵੇਲੇ ਦਾ, ਇਹ ਬਰੇਲਵੀ ਹੈ ਨਾ, ਤੇ ਉਹ ਨਹੀਂ ਆਮਰ ਭਾਈ, ਜ਼ਿਆ ਰਸੂਲ ਭਾਈ ਮੈਂ ਕਿਸੇ ਨਾਲ ਲੜੇ ਹੀ ਨਹੀਂ ਤੇ ਮੈਂ ਕੀ ਵਿੱਚ ਲੁਕਵਾ ਦੇਤਾ। ਇਹ ਕੱਲ ਨਾ ਮੈਂ ਲੜਿਆ, ਨਾ ਮੈਂ ਕਿਸੇ ਦੇ ਖਿਲਾਫ ਕੋਈ ਗੱਲ ਕੀਤੀ। ਮੈਂ ਤਾਂ ਆਪ ਬੜੀ ਅਲਰਜੀ ਇਹਨਾਂ ਚੀਜ਼ਾਂ ਤੋਂ। ਅੱਗੇ ਤਮਾਸ਼ੇ ਸਾਰੇ ਵੇਖ ਕੇ ਐਂਡ ਤੇ ਹੁੰਦਾ ਕੀ ਆ, ਹੁਣ ਦੀ ਸੁਲ੍ਹਾ ਹੀ ਆ, ਜਾਂ ਸੁਲ੍ਹਾ ਹੋਏਗੀ ਜਾਂ ਦੋਵਾਂ ਪਾਰਟੀਆਂ 'ਚ ਇੱਕ ਪਾਰਟੀ ਗਾਇਬ ਹੋ ਜਾਏਗੀ। ਤੇ ਭਾਈ ਜੇ ਕੰਮ ਤੁਸੀਂ ਇੱਥੇ ਆਪਣੀਆਂ ਜਦਾਦਾਂ ਦੀ ਕੋਈ ਲੜਾਈ ਹੈ ਜਾਂ ਤੁਹਾਡੇ ਕੋਈ ਜ਼ਾਤੀ ਝਗੜੇ ਨੇ ਤੇ ਫਿਰ ਤਾਂ ਇੱਥੇ ਸਾਰਾ ਦਿਨ ਕੁੱਤਿਆ ਕਰੋ। ਤੇ ਜਦੋਂ ਤੁਸੀਂ ਇੱਕ ਨੇਕੀ ਦਾ ਕੰਮ ਕਰਨ ਆਏ ਹੋ, ਕਿਸੇ ਦਾ ਤੁਹਾਨੂੰ ਨਹੀਂ ਕੰਮ ਚੰਗਾ ਲੱਗਦਾ, ਚੁੱਪ ਕਰਕੇ ਉਹਨੂੰ ਆਪਣਾ ਕਰ ਲੈਣ ਤੇ ਤੁਸੀਂ ਆਪਣਾ ਕਰੋ। ਮੈਂ ਤਾਂ ਇਹਦੇ ਅੱਗੇ ਸਖਤ ਖਿਲਾਫ ਆ। ਮੈਂ ਤਾਂ ਕਦੀ ਨਹੀਂ ਕਿਸੇ ਨੂੰ ਕੁਛ ਵੀ ਕਿਹਾ। ਮੈਂ ਤਾਂ ਕੋਈ ਭਾਬੀ ਨਾਲ ਦੋਸਤੀ ਪਾ ਲਈ ਆ ਤੇ ਇਸ ਤੋਂ ਵੱਡਾ ਹੁਣ ਮੇਰੇ ਸ਼ਰੀਫ ਹੋਣ ਦਾ ਕੀ ਸਬੂਤ ਹੈ? ਇਹਦੇ ਨਾਲ ਵੱਡਾ ਜੁਰਮ ਹੋਰ ਕਿਹੜਾ ਹੋ ਸਕਦਾ? ਜ਼ਿਆ ਭਾਈ ਨੇ ਉਹ ਗੱਲ ਕੀਤੀ ਹੈ ਕਿ ਸ਼ਰੀਕੇ ਜੁਰਮ ਨਾ ਹੋਤੇ ਤਾਂ ਹਮ ਵੀ ਮੁਖਬਰੀ ਕਰਤੇ। ਤੁਹਾਡੇ ਨਾਲ ਮੈਂ ਇਹੀ ਅਰਜ਼ ਕਰਨ ਲੱਗਾ ਸਾਂ, ਤੁਹਾਡੇ ਨਾਲ ਬਹੁਤੀ ਵੱਡੀ ਦੋਸਤੀ ਮੁਫਤੀ ਸਾਹਿਬ ਦੀ ਹੈ, ਜਿਨ੍ਹਾਂ ਦੇ ਉੱਤੇ ਬਕੌਲ ਉਹਨਾਂ ਦੇ ਇੱਕ ਦਿਨ ਉਹਨਾਂ ਨੇ ਮੈਨੂੰ ਦੱਸਿਆ ਕਿ ਮੇਰੇ ਤੇ ਫਤਵੇ ਵੀ ਲੱਗ ਗਏ ਨੇ। ਉਹਨਾਂ ਆਖਿਆ ਤੂੰ ਭਾਬੀ ਨਾਲ ਬਹਿ ਬਹਿ ਕੇ ਤੂੰ ਵੀ ਭਾਬੀ ਹੋ ਗਏ। ਅੱਛਾ, ਅੱਜ ਤੁਹਾਡਾ ਇੱਕ ਸ਼ਕੀਰ ਦੇ ਤੇ ਉਹਨੇ ਮੈਨੂੰ ਕੀ ਆਖਿਆ, ਤੁਹਾਨੂੰ ਇਮੇਜਿਨ ਕਰੋ, ਤੁਹਾਡਾ ਬੜਾ ਪਿਆਰਾ ਇੱਕ ਸ਼ਕੀਰ ਦੇ, ਉਹਨੇ ਮੈਨੂੰ ਕੀ ਆਖਿਆ ਹੋਣਾ? ਅੱਛਾ, ਉਹ ਬਈ ਤੂੰ ਭਾਬੀ ਕੋ ਬਹਿ ਬਹਿ ਕੇ ਤੂੰ ਵੀ ਸ਼ਿਆਰੇ ਨੂੰ ਰਿਹਾ ਭਾਬੀ ਹੋ ਗਈ। ਆਂਟੀ ਨੇ ਆਖਿਆ ਹੋਣਾ। ਅੱਛਾ, ਇਹ ਹੁਣ ਤੇ ਸਾਰੇ ਲੋਕਾਂ ਨੂੰ ਪਤਾ ਲੱਗ ਗਿਆ ਨਾ, ਹੁਣ ਤਾਂ ਕੋਈ ਗੱਲ ਨਹੀਂ ਕਰਦਾ। ਤਕਰੀਬਨ 2-3 ਸਾਲ ਹੋ ਗਏ ਕਿਸੇ ਨੇ ਕੋਈ ਗੱਲ ਨਹੀਂ ਕੀਤੀ। ਉਸ ਤੋਂ ਪਹਿਲੇ ਜਿਹੜਾ ਨਾ ਮੈਨੂੰ ਇਨਬਾਕਸ ਦੇ ਵਿੱਚ ਆਪਣੇ ਪਿਆਰੇ ਭਾਈ ਕੋਈ ਵੀ ਗੱਲ ਹੋਣੀ ਕੋਈ ਤੇ ਉਹ ਨਾ ਵਿੱਚੋਂ ਵਿੱਚ ਕਹਿ ਜਾਂਦੇ ਸੀ, ਯਾਰ ਆਖਰ ਉਹ ਹੈ ਤੇ ਭਾਬੀ ਨਾ, ਤੇ ਫਿਰ ਵੀ ਥੋੜਾ ਜਿਹਾ ਤੇ ਮੈਂ ਬਸ ਇਗਨੋਰ ਮਾਰ ਦਿੰਦਾ ਸੀ। ਮੈਂ ਕਦੀ ਨਹੀਂ, ਜਿਹਦਾ ਪਤਾ ਸੀ ਵੀ ਇਹ ਮੇਰੀ ਗੱਲ ਸਮਝ ਜਾਏਗਾ ਉਹਨੂੰ ਮੈਂ ਸਮਝਾ ਦਿੰਦਾ ਸੀ। ਜਿਹਦਾ ਪਤਾ ਸੀ ਵੀ ਇਹਨੇ ਕੋਈ ਅੱਗੋਂ ਕੰਮ ਨੂੰ ਖਿਲਾਰਨਾ ਹੀ ਆ, ਜੇ ਸਮਝੇਗਾ ਨਹੀਂ ਗੱਲ, ਕੋਈ ਬਹਿਸ ਕਰੇਗਾ, ਉਹਨੂੰ ਮੈਂ ਠੀਕ ਕਹਿ ਰਿਹਾ, ਤੂੰ ਹੈ ਤਾਂ ਭਾਬੀ। ਹੁਣ ਨੇ ਮੈਨੂੰ ਕੋਈ अस्सलाम वालेकुम। ਵਾਲੇਕੁਮ ਸਲਾਮ। ਅਸਲ 'ਚ ਜਿੱਦਣ ਕੋਈ ਕੰਮ ਹੋ ਜਾਂਦਾ ਨਾ ਤੇ ਉਸ ਤੋਂ ਬਾਅਦ ਸਾਨੂੰ ਸੋਚ ਆਉਂਦੀ ਏ, ਆਮਰ ਭਾਈ ਵੀ ਉਸ ਤੋਂ ਬਾਅਦ ਹੀ ਜ਼ਿਆਦਾ ਤਰਜੀਹ ਦਿੰਦੇ ਨੇ ਉਸ ਗੱਲ ਨੂੰ। ਤੇ ਅਗਰ ਮੈਂ ਤੇ ਕਈ ਦਫਾ ਸੋਚਦਾ ਵਾਂ ਕਿ ਸਾਰੇ ਜਿੰਨੇ ਵੀ ਬਰੋਡਕਾਸਟਰ ਨੇ ਉਹ ਇੱਕ ਦਿਨ ਇਕੱਠੀ ਬਰੋਡ ਲਾਣ, ਇਹਦੇ ਵਿੱਚ ਕਿਹੜਾ ਕੋਈ ਮਸਲਾ ਬਣ ਸਕਦਾ? ਕੋਈ ਨਹੀਂ, ਇੱਕ ਤਾਸਰ ਪੈਦਾ ਹੋਏਗਾ ਕਿ ਵਾਕਈ ਕਮਿਊਨਿਟੀ ਦੇ ਵਿੱਚ ਕੋਈ ਇਕੱਠ ਹੈਗਾ। ਅਸੀਂ ਤਾਂ ਸਾਰੇ ਇਕੱਲੇ ਉਹੀ ਬੰਦਾ ਇੱਥੋਂ ਉੱਠ ਕੇ ਦੂਜੀ ਬਰਾੜ ਤੇ ਚਲਾ ਜਾਂਦਾ, ਉਹੀ ਬੰਦਾ ਉੱਥੇ ਜਾ ਗੱਲਾਂ ਕਰਦਾ, ਇਹ 4 ਬੰਦੇ ਉਹਦੇ ਖਿਲਾਫ ਹੋ ਜਾਂਦੇ ਨੇ, ਉਹ ਇਹਨਾਂ ਦੇ ਖਿਲਾਫ ਹੋ ਜਾਂਦਾ। ਉਹ ਗਰੁੱਪਾਂ ਦੇ ਵਿੱਚ ਬਹਿ ਕੇ ਨਾ ਤੇ ਉਹ ਇਹ ਗੱਲ ਨੂੰ ਬਹੁਤ ਜ਼ਿਆਦਾ ਇੰਝ ਲੱਗਦਾ ਜਿਵੇਂ ਪਤਾ ਨਹੀਂ ਕਿਹੜੇ ਬੰਦੇ ਰਹਿ ਗਏ ਨੇ ਜਿਹੜੇ ਨਹੀਂ ਮੰਨ ਰਹੇ? ਕਿਹੜੇ ਨੇ? ਨਹੀਂ ਮੰਨਦੇ ਤਾਂ ਸਾਰੇ ਨੇ, ਅੱਲਾ ਮਾਫੀ ਤੇ ਜਿਨ੍ਹਾਂ ਦੇ ਜ਼ੇਨ ਅੱਛੇ ਨੇ ਉਹ ਸਾਰੇ ਮੰਨਦੇ ਨੇ, ਠੀਕ ਹੈ। ਵਿੱਚੋਂ ਚੰਦ ਇੱਕ ਬੰਦੇ ਤੇ ਜ਼ਾਰੀ ਬਾਤ ਦੇ ਵਿੱਚ ਹੈ ਨੇ ਨਾ ਜਿਹੜੇ ਕੋਈ ਸ਼ਰਾਰਤਬਾਜ਼ੀ ਕਰਦੇ ਨੇ, ਠੀਕ ਹੈ। ਅੱਛਾ, ਰਾਣਾ ਸਾਹਿਬ ਸੁਲਾ ਕਰੋ ਸਾਰੇ। ਮੈਂ ਤੇ ਜੇ ਆਖਿਆ ਉਹਨਾਂ ਦੇ ਸ਼ਾਇਦ ਭਾਈ ਨੂੰ ਵੀ ਮੈਂ ਲੈ ਆਣਾ, ਉਹਨਾਂ ਵੀ ਆਪਣੀ ਇਸ ਗੱਲ ਤੇ ਛੱਡ ਦਿਓ। ਕੀ ਹੋਇਆ? ਮੈਂ ਸ਼ਾਇਦ ਭਾਈ ਨੂੰ ਵੀ ਲੈ ਆਣਾ। ਵੇਖ ਲਓ ਜਿਹੜੇ ਵੀ ਹੈ ਨੇ, ਸ਼ਾਹਦ ਭਾਈ ਵੀ ਉਹ ਸਾਡੇ ਮੁਸਲਮਾਨ ਭਰਾ ਨੇ। ਉਹ ਵੀ ਵੇਖੋ, ਜਦੋਂ ਸੁਲ੍ਹਾ ਤੁਸੀਂ ਕਰਨੀ ਆ, ਗੁੱਸਾ ਛੱਡਣਾ ਵਾ, ਤੇ ਫਿਰ ਜਿਹੜੇ ਜੋ ਕਿਸੇ ਨੇ ਕੀਤਾ, ਅਸੀਂ ਤਾਂ ਕੋਈ ਆਪਣਾ ਜ਼ਾਤੀ ਤਾਂ ਕੱਢਣੀ ਕੋਈ ਨਹੀਂ, ਤੇ ਜਦੋਂ ਗੱਲ ਛੱਡਣੀ ਆ ਤਾਂ ਮਿੱਟੀ ਪਾਣੀ ਹੈ ਤੇ ਬਸ ਫਿਰ ਸਾਰੇ ਨੂੰ ਲੈ ਆਓ ਕੋ ਭਾਈ। ਮਾਫੀ ਦਾ ਐਲਾਨ ਕਰ ਦਿਓ ਇੱਕ ਵਾਰੀ ਸਾਰੇ, ਕੋਈ ਮਸਲਾ ਨਹੀਂ, ਅੱਲਾ ਤੇ ਅੱਲਾ ਦੇ ਰਸੂਲ ਵਾਸਤੇ। ਇਸ ਅਸੂਲ ਤੇ ਕਿਹੜਾ ਅਮਨ ਨੂੰ ਤਿਆਰ ਹੈ ਬਈ? ਉਹਨਾਂ ਸਾਨੂੰ ਨਹੀਂ ਦੱਸਣਾ ਬਈ ਤਬਲੀਗ ਕਿੰਜ ਕਰਨੀ ਹੈ ਤੇ ਅਸੀਂ ਉਹਨਾਂ ਨੂੰ ਨਹੀਂ ਦੱਸਣਾ ਤਬਲੀਗ ਕਿੰਜ ਕਰਨੀ। ਕਿਹੜਾ ਅਮਨ ਨੂੰ ਤਿਆਰ ਹੈ? ਲੋ ਜੀ ਆਮਰ ਭਾਈ, ਅਸੀਂ ਤੁਹਾਡਾ ਤਰੀਕਾ ਆਪਣਾ ਲੇਕਿਨ ਸੁਲ੍ਹਾ ਸਾਰੇ ਰੱਖਣ।
ਨਹੀਂ, ਸਾਡੀ ਬਰਾੜ ਤੇ ਫਰਜ਼ ਕਰ ਲਓ ਕੋਈ ਮਰਜ਼ਈ ਆ ਗਿਆ ਹੈ, ਤੇ ਉਹਨੇ ਉਸ ਲਾਂਤੀ ਦੇ ਉੱਤੇ ਲੈ ਸਲਾਮ ਕਹਿ ਦਿੱਤਾ ਹੈ, ਤੇ ਫੌਰੀ ਤੌਰ ਤੇ ਉਹਨੂੰ ਅੱਗੋਂ ਜੁੱਤੀ ਨਹੀਂ ਵੱਜੀ, ਤੇ ਕਿਹੜਾ ਸਬਰ ਕਰਕੇ ਉੱਥੇ ਬਹਿ ਰਵੇ ਦਾ। ਇਹ ਅਮਰ ਦੱਸੋ ਕਿ ਭਾਈ ਮੈਂ ਜੇ ਉਹਦੇ ਉਹਨੇ ਉੱਤੇ ਬੈਠਾ ਆਦਤਾਂ ਹੋਵਾਂਗਾ ਜਾਂ ਥੱਲੇ? ਜੇ ਤੇ ਉਹਨੇ ਆਦਤਾਂ ਜੇ ਬੰਦੇ ਨੂੰ ਤੁਸੀਂ ਮੂੰਹ ਚੋਂ ਉੱਤੇ ਨਿਕਲ ਵੀ ਬੈਠੇ ਹੋ ਜਾਂਦਾ ਜੇ ਤੇ ਤੁਸੀਂ ਉੱਤੇ ਬੈਠੇ ਹੋ ਤੇ ਫਿਰ ਤੇ ਖੈਰ ਨਹੀਂ ਨਾ ਹੁੰਦੀ, ਫਿਰ ਤੇ ਜੁੱਤੀ ਵੱਜ ਜਾਏਗੀ। ਫਰਜ਼ ਕਰ ਲਓ ਮੇਰੇ ਹੱਥ ਦਾ ਠੰਡਾ ਮੱਠਾ ਬੰਦਾ ਬੈਠੇ ਹੈ, ਉਹ ਆਂਦਾ ਚੱਲ ਯਾਰ ਅਗਲੀ ਵਾਰੀ ਮਾਰ ਲਾਂਦੇ, ਫਰਜ਼ ਕਰ ਲਓ ਤੇ ਬਰਦਾਸ਼ਤ ਕਰ ਲੋਗੇ। ਹਰ ਬੰਦੇ ਇਹ ਦੀ ਕਿੰਨੀ ਵਾਰੀ ਹੋਇਆ ਆਪਣਾ ਵੇ? ਤਰੀਕਾ ਇਹ ਕਾਰ। ਅਮਰ ਭਾਈ ਸੌਰੀ ਤੁਹਾਡੀ ਗੱਲ ਕੱਟ ਰਿਹਾ, ਇਹ ਕਿੰਨੀ ਵਾਰੀ ਹੋਇਆ ਵੇ? ਤੇ ਮੈਂ ਇੱਕੋ ਹੀ ਗੱਲ ਹੈ, ਜਦੋਂ ਪੂਰਾ ਰੌਲਾ ਚੱਲਦਾ ਰਿਹਾ ਨਾ ਇੱਥੇ, ਮੇਰੀ ਧੌਣ ਤੇ ਬੰਦੂਕਾਂ ਰੱਖ ਕੇ ਪੁੱਛਦੇ ਸਨ, ਹੀਰ ਸਾਹਿਬ ਕਿਸੇ ਇੱਕ ਪਾਰਟੀ ਵੱਲ ਹੋਵੋ, ਤੁਸੀਂ ਇਹ ਸਲਾਤੋ ਸਲਾਮ ਵਾਲੀ ਲੜਾਈ 'ਚ ਕਿੱਧਰ ਜੇ? ਮੈਂ ਕਿਹਾ ਚੰਨ ਮੱਖਣਾ, ਮੇਰੇ ਸਾਹਮਣੇ ਜਿਹੜਾ ਪਰੇਗਾ ਮੇਰਾ ਮੌਕਫ ਤੁਹਾਨੂੰ ਉੱਥੇ ਪਤਾ ਲੱਗ ਜਾਏਗਾ। ਜੇ ਮੈਂ ਹੋਇਆ ਉੱਤੇ ਮੈਂ ਕੁਝ ਕਰ ਲਾਂਗਾ, ਜੇ ਮੈਂ ਉੱਤੇ ਨਾ ਹੋਇਆ ਨਾ ਤੇ ਮੇਰੇ ਕੋ ਆਪਣੀ ਬਰਾੜ ਤੇ ਆਇਆ ਨਾ, ਫਿਰ ਮਿਰਜ਼ੇ ਦੀ ਖੈਰ ਕੋਈ ਨਹੀਂ। ਅੱਲਾ ਖੈਰ ਸੱਲਾ, ਸਿੰਪਲ। ਸੋ ਰਾਜ਼ੀ, ਨੋ ਪ੍ਰੋਬਲਮ। ਇਹ ਗੱਲ ਨਾ ਪਹਿਲਾਂ ਵੀ ਆਮਰ ਭਾਈ ਸਾਹਿਬ ਤੁਹਾਡੀਆਂ ਗੱਲਾਂ ਬਾਤਾਂ ਹੁੰਦੀਆਂ ਸਨ, ਮੁਨਾਜ਼ਰੇ ਹੁੰਦੇ ਸਨ, ਤੇ ਕੋਈ ਐਸਾ ਕੋਈ ਚੀਜ਼ ਨਹੀਂ ਸੀ ਹੈ ਬਤੂਕੇ ਅੱਛੇ ਤਰੀਕੇ ਦੇ ਨਾਲ ਗੱਲ ਕਨਵੇ ਹੋ ਜਾਂਦੀ ਸੀ। ਲੇਕਿਨ ਇੱਕ ਸ਼ਖਸ ਦੇ ਆਉਣ ਨਾਲ ਨਾ ਬੜੀਆਂ ਚੀਜ਼ਾਂ ਐਵੇਂ ਹੀ ਮੁੱਦੇ ਹੋ ਚੁੱਕੇ ਗਏ ਨੇ। ਸਿਰਫ ਇੱਕ ਸ਼ਖਸ। ਬਸ ਜੋ ਵੀ ਹੋ ਗਿਆ ਨਾ, ਮੈਂ ਕਹਿੰਦਾ ਜੇ ਹੁਣ ਉਹਨੂੰ ਪਿਛਲੇ ਨੂੰ ਬਹਿ ਕੇ ਪੇ ਰੋਵਾਂਗੇ ਨਾ, ਅਗਾਂਹ ਅਸੀਂ ਕਦਮ ਚੁੱਕ ਨਹੀਂ ਸਕਦੇ। ਜੋ ਹੋ ਗਿਆ ਉਹਨੂੰ ਮਹਿਸੂਸ ਕਰਕੇ ਉਹਦੇ ਤੋਂ ਸਮਝੋ, ਸਿੱਖੋ ਕਿ ਹੁਣ ਅਸੀਂ ਅਗਾਂਹ ਟੁਰਨਾ ਕਿੰਝ ਹੈ। ਟਿਕਟਾਕ ਦੇ ਉੱਤੇ ਇਹ ਸਫ਼ਰ ਖਤਮੇ ਨਬੂਵਤ ਵਾਲਿਆਂ ਨੇ ਕਰਨਾ ਕਿਸ ਤਰ੍ਹਾਂ? ਜੇ ਅਸੀਂ ਇੱਕ ਦੂਜੇ ਨਾਲ ਇੰਝ ਲੜਾਂਗੇ, ਓਏ ਤੈਨੂੰ ਨਹੀਂ ਜਾਚ ਹੋਏ, ਓਏ ਤੂੰ ਇਹ ਨਹੀਂ ਕੀਤਾ, ਓਏ ਤੂੰ ਉਹਦੇ ਸੱਜੇ ਮਾਰ, ਤੂੰ ਉਹਦੇ ਗਿੱਟੇ ਤੇ ਮਾਰ, ਤੂੰ ਉੱਤੇ ਧੌਣ ਤੇ ਮਾਰ, ਇੰਝ ਨਹੀਂ ਹੁੰਦਾ ਭਾਈ। ਉਹਨੂੰ ਕਰਨ ਦਿਓ, ਤੁਸੀਂ ਆਪਣੀ ਵਾਰੀ ਕਰ ਲਿਆ ਜੀ, ਜਿਸੇ ਤੁਹਾਡੀ ਵਾਰੀ ਆਵੇ ਜੀ, ਉਹਦੇ ਨੂੰ ਬਿਹਤਰ ਕਰਕੇ ਵਿਖਾਓ। ਲੋਕੀ ਤੁਹਾਡੇ ਗਰਵੀਦਾ ਹੋ ਜਾਂਦੇ, ਤੁਹਾਨੂੰ ਕਹਿੰਦੇ ਤੁਸੀਂ ਤੇ ਬੈਸਟ ਡਿਬੇਟਰ ਹੋ, ਤੁਸੀਂ ਸਾਡੀ ਨੁਮਾਇੰਦਗੀ ਕਰਿਆ ਕਰੋ। ਲੋਕ ਤੁਹਾਨੂੰ ਆਪਣਾ ਬਣਾ ਕੇ ਅੱਗੇ ਪੇਸ਼ ਕਰਨਗੇ। ਇਹ ਵੈਸੇ ਐਡਾ ਕੋਈ ਔਖਾ ਕੰਮ ਤਾਂ ਨਹੀਂ ਹੈਗਾ ਵੀ ਤੁਸੀਂ ਆਪਣੇ ਹਿਸਾਬ ਨਾਲ ਕੰਮ ਕਰੋ, ਅਗਲੇ ਨੂੰ ਆਪਣੇ ਹਿਸਾਬ ਨਾਲ ਕਰਨ ਦਿਓ, ਲੱਤਾਂ ਨਾ ਖਿੱਚੋ, ਕਿਸੇ ਦੀ ਕ੍ਰਿਟਿਸਾਈਜ਼ ਨਾ ਕਰੋ ਵੀ ਉਹਨੇ ਇਹ ਨਹੀਂ ਸਹੀ ਕੀਤਾ ਤੇ ਇਹ ਨਹੀਂ ਸਹੀ ਕੀਤਾ। ਇਹਦੇ ਵਿੱਚ ਅਲਾਮਾ ਅਮਨ ਨਜ਼ੀਰ ਸਾਹਿਬ ਜਿਹੜੇ ਉਹ ਸਭ ਤੋਂ ਪਹਿਲੇ ਤੌਬਾ ਕਰਨਗੇ, ਕਿਉਂਕਿ ਸਭ ਤੋਂ ਬਹੁਤੇ ਇਹੀ ਕੀੜੇ ਕੱਢਦੇ ਹੁੰਦੇ ਲੋਕਾਂ ਦੇ। ਅੱਛਾ, ਮੈਂ ਤੇ ਉਹ ਸਭ ਤੋਂ ਪਹਿਲੇ ਤੌਬਾ ਕਰਨਗੇ ਤੇ ਬਾਕੀ ਵੀ ਜਿਹੜਾ ਮੈਂ ਤੋਬਾ ਕਰਕੇ ਐਲਾਨ ਪਿਆ ਕਰਨਾ ਨਾ। ਹਾਂਜੀ, ਮੈਂ ਤਾਂ ਤੋਬਾ ਕਰਕੇ ਐਲਾਨ ਪਿਆ ਕਰਨਾ ਵੀ ਮੈਂ ਕਿਸੇ ਦਾ ਕੋਈ ਕੀੜਾ ਨਹੀਂ ਕੱਢਣ ਨੂੰ ਤਿਆਰ ਹੈ। ਮੇਰੇ ਵੱਲੋਂ ਕੋਈ ਬੰਦਾ ਗਾਲਾਂ ਨਾਲ ਤਬਲੀਗ ਕਰੇ ਤੇ ਮੇਰੇ ਵੱਲੋਂ ਭਾਵੇਂ ਕੋਈ ਬੰਦਾ ਐਡਾ ਬਗੈਰਤ ਬਣ ਕੇ ਤਬਲੀਗ ਕਰੇ ਵੀ ਉਹਦੇ ਸਾਹਮਣੇ ਲੈ ਸਲਾਮ ਪੜਿਆ ਜਾ ਰਿਹਾ ਵੀ ਤੂੰ ਨਾ ਬੋਲੇ, ਉਹ ਜਾਣੇ ਤੇ ਉਹਦੀ ਤਬਲੀਗ ਜਾਣੇ। ਇੱਕ ਨਾ ਚਲੋ ਅਗਲੀ ਇਸ ਤੋਂ ਅੱਗੇ ਹੁਣ ਸਟੈਪ ਚੁੱਕੋ ਕਿ ਬਰਾਡਾਂ ਦੀ ਟਾਈਮਿੰਗ ਦੱਸ ਦਿਓ। ਚਲੋ ਇਸ ਤਰੀਕੇ ਦੇ ਨਾਲ ਇਕੱਠੇ ਹੋ ਕੇ ਬਹਿ ਕੇ ਜੇਕਰ ਚੀਜ਼ ਇਕੱਠਿਆਂ ਚੱਲਣੀ ਹੈ ਨਾ ਤੇ ਬਰਾਡਾਂ ਤੇ ਆਪਣੀਆਂ ਜਿੰਨੀਆਂ ਜਿਸ ਵੇਲੇ ਮਰਜ਼ੀ ਕੋ ਲਾ ਲਵੇ ਨਾ, ਅਸੀਂ ਤੇ ਮੈਂ ਤੇ ਸਵੇਰੇ ਬਰਾੜ ਤੇ ਆਉਣਾ ਹੀ ਉਸ ਵੇਲੇ ਜਿਸ ਵੇਲੇ ਮੈਂ ਵੇਖਣਾ ਬਈ ਕੋਈ ਮਾਹੌਲ ਮੈਨੂੰ ਕਿਤੇ ਹੋਰ ਨਹੀਂ ਚੰਗਾ ਲੱਭਾ ਤੇ ਮੈਂ ਜਿੱਥੇ ਸਮਝਿਆ ਉੱਥੇ ਠੀਕ ਹੈ ਉੱਥੇ ਟੁਰ ਗਿਆ। ਉਹ ਤੇ ਬਰਾਡਾਂ ਦਾ ਤਾਂ ਕੋਈ ਨਹੀਂ, ਸਾਰੇ ਬਰਾਡਾਂ ਮੁਸਲਮਾਨ ਭਾਵੇਂ ਇੱਕ ਵਕਤ 'ਚ ਜੇ ਸਾਰੇ ਪੇ ਕੰਮ ਕਰਦੇ ਨੇ, 2 ਵੀ ਪੀਆਂ ਚੱਲਦੀਆਂ ਹੁਣ 3 ਵੀ ਪੀਆਂ ਚੱਲਦੀਆਂ ਤਾਂ ਵੀ ਕੋਈ ਫਰਕ ਨਹੀਂ ਪੈਂਦਾ। 10 20 30 40 ਬੰਦੇ ਉੱਥੇ ਬੈਠੇ ਹੋਣ। ਇਹਦਾ ਨਾ ਟਿਕਟੋਕ ਦਾ ਇੱਕ ਬੜਾ ਵੱਡਾ ਇੱਕ ਚੀਜ਼ ਹੈ ਕਿ ਇਹ ਜਿੱਥੇ ਰਸ਼ ਹੋਵੇ ਨਾ ਉਹ ਠੀਕ ਹੈ, ਪਰ ਨਜਫ ਇਹਦੇ ਨਾਲ ਜਿਹੜੀਆਂ ਨੇ ਨਾ ਇਹਦੇ ਸਾਈਡ ਇਫੈਕਟ ਵੀ ਹੁੰਦੇ ਨੇ ਨਾ। ਸਾਰਿਆਂ ਨੂੰ ਇਕੱਠਿਆਂ ਜੋੜ ਕੇ ਬਹਾਣ ਵਿੱਚ ਜਲਦੀ ਰਿਐਕਸ਼ਨ ਆ ਜਾਏਗਾ, ਜਲਦੀ ਇਹਦਾ ਸਾਈਡ ਇਫੈਕਟ ਹੋਵੇਗਾ, ਕਿਉਂਕਿ ਜ਼ਿਹਨੀ ਹਮਾਹੰਗੀ ਆਹਿਸਤਾ ਆਹਿਸਤਾ ਹੁੰਦੀ ਹੈ। ਫੜ ਕੇ ਬੰਨ ਕੇ ਜੁੱਟ ਕੇ ਜ਼ਿਹਨੀ ਹਮਾਹੰਗੀ ਨਹੀਂ ਪੈਦਾ ਕਰਨਾ ਹੁੰਦੀ। ਥੈਂਕ ਯੂ ਸੋ ਮਚ ਅਮਰ ਭਾਈ। ਨਾਲੇ ਵੈਸੇ ਵੀ ਅਮਰ ਭਾਈ ਜਦੋਂ ਸਾਰੇ ਬੰਦੇ ਆਪਣੀ ਬਰਾੜ ਤੇ ਕਿਤੇ ਬਹਿ ਜਾਣਗੇ ਆਣ ਕੇ, ਤੇ ਤਬਲੀਗ ਕਿਹੜੀ ਗੱਲ ਦੀ ਕਰਨੀ, ਕੋਈ ਮਰਜ਼ਈ ਵੀ ਆ ਜਾਂਦਾ ਉਹਦੇ ਨਾਲ ਵੀ ਗੱਲ ਕਰਨੀ ਪੈ ਜਾਂਦੀ ਆ। ਹੁਣ ਆਪਣੇ ਮਾਸ਼ਾਅੱਲਾ ਇੰਨੇ ਮੁਜਾਹਦ ਨੇ, ਇੱਕ ਬਰਾੜ ਤੇ ਤਾਂ ਪੂਰੇ ਵੀ ਨਹੀਂ ਜਾਣੇ, ਤੇ ਫਿਰ ਕੋਈ ਮੁਅੱਜ਼ਜ਼ ਬੰਦੇ ਥੱਲੇ ਬੈਠੇ ਹੋਣ ਤੇ ਉਹ ਬੰਦਾ ਫਿਰ ਪਰੇਸ਼ਾਨ ਹੋ ਜਾਂਦਾ ਮੈਨੂੰ ਕਿਹਨੂੰ ਲਾਈਏ ਤੇ ਕਿਹਨੂੰ ਚੱਕੀਏ। ਬਰਾਡਾਂ 2-3 ਲੱਗਣੀਆਂ ਚਾਹੀਦੀਆਂ ਮੇਰੇ ਖਿਆਲ ਐਟ ਅ ਟਾਈਮ, ਕਿਉਂਕਿ ਪੈਨਲ ਤੇ ਮੈਕਸਿਮਮ 9 ਬੰਦਿਆਂ ਦਾ ਹੀ ਹੁੰਦਾ ਨਾ, ਤੇ ਕਈ ਵਾਰੀ ਸਾਡੇ ਕੋਲ 15-15 ਬੰਦੇ ਹੁੰਦੇ ਨੇ ਜਿਹੜੇ ਸਾਰੇ ਗੱਲ ਕਰਨਾ ਚਾਹ ਰਹੇ ਹੁੰਦੇ ਨੇ। ਤੇ ਅਮਰੀਕਾ ਗਰੁੱਪ ਕਿੱਥੇ ਵੇ? ਅਮਰੀਕਾ ਗਰੁੱਪ ਕਿੱਥੇ ਵੇ? ਨਹੀਂ, ਇੱਥੇ ਇੱਕ ਮੈਂ ਜੀ ਗੱਲ ਕਰਨਾ ਚਾਹੁੰਦਾ ਵਾਂ ਮਾਜ਼ਰਤ ਨਾਲ। ਨਹੀਂ ਬਾਈ, ਮੈਂ ਤੁਹਾਡੀ ਗੱਲ ਪੂਰੀ ਨਹੀਂ ਸੀ ਸੁਣ ਸਕਿਆ ਪਹਿਲੀ ਵਾਰ, ਤੇ ਕਿਉਂਕਿ ਮੈਂ ਜ਼ਰਾ ਬਾਹਰ ਗਿਆ ਸਾਂ। ਤੇ ਲਾਮਾ ਸਾਹਿਬ ਗੱਲ ਰੌਲਾ ਇਹ ਵੇ ਕਿ ਇਕੱਠੇ ਸਾਰੇ ਰਲ ਕੇ ਬਹਿ ਜਾਈਏ, ਮੈਂ ਬਹਿ ਜਾਵਾਂ, ਜ਼ਿਆ ਬਹਿ ਜਾਏ, ਤੁਸੀਂ ਬਹਿ ਜਾਏ, ਮੌਲਵੀ ਨਈਮ ਬਹਿ ਜਾਏ, ਮੁਫਤੀ ਮੁਬਸ਼ਰ ਸ਼ਾਹ ਸਾਹਿਬ ਬਹਿ ਜਾਣ, ਸੀਕਰ ਬਹਿ ਜਾਏ, ਦੂਜੇ ਤੀਜੇ ਬਹਿ ਜਾਣ,
ਤੇ ਇੱਕ ਮਰਜ਼ਈ ਵਿੱਚੋਂ ਫੜਿਆ ਗਿਆ ਤੇ ਬਾਕੀਆਂ ਦੇ ਹੱਥਾਂ 'ਚ ਜਿਹੜੀ ਖਾਰਿਸ਼ ਹੋਣੀ ਲਾਮਾ ਸਾਹਿਬ ਤੁਸੀਂ ਕਿਸੇ ਨੂੰ ਹੋਰ ਨੂੰ ਬੋਲਣ ਨਹੀਂ ਦੇਣਾ ਤੇ ਫਿਰ ਇੱਥੇ ਬੰਦੇ ਲੜਦੇ ਹੀ ਆ, ਹੋਰ ਕੀ ਕਰਨਾ। ਮੈਂ ਕਹਿੰਦਾ ਨਾ ਤੁਸੀਂ ਦੂਜੀ ਬਰਾਤ ਦਾ ਆਪਣਾ ਸ਼ਿਕਾਰ ਫੜੋ। ਉਹ ਫਿਰ ਲੜਾਈ ਆਪਸ 'ਚ ਹੀ ਕਰਨੀ ਅਸੀਂ, ਹੋਰ ਸਹੀ ਗੱਲ ਆ ਉਹਦੀ। ਸਰ ਉਹਦਾ ਲਾਜ ਹਰ ਬੰਦੇ ਦਾ ਦਿਲ ਕਰ ਰਿਹਾ ਹੁੰਦਾ ਮੈਂ ਮਾਈਕ ਖੋਲਾਂ, ਮੈਂ ਇਹਨੂੰ ਜਵਾਬ ਦਿਆਂ। ਅਗਲਾ ਬੰਦਾ ਬੋਲ ਰਿਹਾ ਹੁੰਦਾ, ਹਰ ਬੰਦੇ ਦਾ ਦਿਲ ਕਰ ਰਿਹਾ ਹੁੰਦਾ ਮੈਂ ਇਹਨੂੰ ਦਿਆਂ ਜਵਾਬ, ਮੈਂ ਦਿਆਂ ਜਵਾਬ ਇਹਨੂੰ। ਉਹ ਫਿਰ ਲੜਾਈ ਬਣਦੀ ਹੈ ਉੱਥੇ। ਮੌਲਵੀ ਜ਼ਿਆ ਰਸੂਲ ਉਦਣ ਵਾਲਾ ਅਸੂਲ ਰੱਖ ਲਓ। ਸਭ ਤੋਂ ਪਹਿਲੇ ਤੇ ਹੋਸਟ ਦੇ ਜ਼ਿੰਮੇ ਇੱਕ ਕੰਮ ਲਾਓ ਕਿ ਤੂੰ ਬਰਾੜ ਲਾ ਕੇ ਨਾ ਤੇ ਸੌਂ ਜਾ, ਠੀਕ ਹੈ। ਜਿਹੜਾ ਕੰਮ ਉਦਣ ਮੈਂ ਕੀਤਾ ਨਾ, ਨੀਂਦ ਵੀ ਪੂਰੀ ਤੇ ਮੈਨੂੰ ਖਾਰਿਸ਼ ਵੀ ਨਹੀਂ ਹੋਈ। ਤੁਸੀਂ ਉਹ ਮੈਂ ਬਾਅਦ ਚ ਰਿਕਾਰਡਿੰਗ ਵੇਖੀ, ਤੁਸੀਂ ਤੇ ਚੰਗਾ ਉਹਨੂੰ ਛਿੱਲਿਆ। ਇਹ ਵੀ ਕੰਮ ਠੀਕ ਹੈ ਨਾ। ਜਿਹੜਾ ਸਭ ਤੋਂ ਤੱਤਾ ਮੁਜਾਹਿਦ ਨੇ ਉਹਨੂੰ ਕਹੋ ਵੀ ਤੂੰ ਬਰਾੜ ਲਾ ਕੇ ਨਾ ਤੇ ਸੌਂ ਜਾ, ਅਸੀਂ ਆਪੇ ਸਾਂਭ ਲਵਾਂਗੇ। ਮੈਂ ਅਮਰ ਭਾਈ ਮੈਂ ਤੁਹਾਨੂੰ ਇੱਕ ਚੀਜ਼ ਦੱਸਦਾ, ਮੈਂ ਅੱਛਾ ਅਬੂ ਬਕਰ ਮੀਰ ਭਾਈ ਨੂੰ ਜੇ ਲਾਣਾ ਤੇ ਥੱਲੇ ਲਾ ਦਿਓ, ਇਹ ਉਧਰ ਹੀ ਪੇ ਸੁਣਦੇ ਨੇ ਜਾ ਕੇ। ਕੋਈ ਬਰਾੜ ਦੇ ਹੱਥੇ ਕੋਈ ਨਹੀਂ ਛੜੀ ਤੇ ਫੋਟੋ ਪਈ ਨੇ। ਨਹੀਂ ਥੱਲੇ ਕਮੈਂਟਾਂ 'ਚ ਹੈਗੇ, ਥੱਲੇ ਕਮੈਂਟਾਂ 'ਚ ਹੈਗੇ। ਨਹੀਂ ਕਮੈਂਟ ਤੋਂ ਦੂਰੀ ਕਰ। ਅੱਛਾ ਤੁਸੀਂ ਤੇ ਸੈਣੀ ਸਾਹਿਬ ਦੀ ਬਰਾੜ ਤੇ ਮੈਸੇਜ ਕਰਦੇ ਸੋ, ਮੈਂ ਦੇਖਿਆ ਅੱਗੇ ਹਰ ਪਾਸੇ ਲੱਗੇ ਨੇ ਆਲ ਰਾਉਂਡਰ ਨੇ, ਆਲ ਰਾਉਂਡਰ। ਮੈਂ ਉਹੀ ਆ ਨਾ ਵੀ ਉਧਰ ਮੈਸੇਜ ਕਰਦੇ ਆ, ਇਧਰ ਕਿੰਜ ਸੁਣ ਸਕਦੇ ਤੁਸੀਂ। ਦੇਖੋ ਨਾ ਕੰਨਾਂ ਨਾਲ ਹੁੰਦਾ ਭਾਈ, ਦੋ ਰੰਦਿਸ਼ ਦੀ ਗੱਲ ਹੈ ਨਾ ਕਿ ਸਵਾਲ ਜਿਹੜਾ ਮੈਂ ਕੀਤਾ ਹੈ ਉਹਦਾ ਜਵਾਬ ਦਾ ਤੇ ਵਿੱਚ ਹੰਸੀ ਮਜ਼ਾਕ ਉਡਾ ਦਿੱਤਾ ਹੈ। ਲੇਕਿਨ ਮਸਲਾ ਇਹ ਵੇ ਕਿ ਜਦੋਂ ਇਹ ਪੈਨਲ ਬੈਠਾ ਹੋਵੇ ਤੇ ਮੈਨੂੰ ਦੱਸੋ ਇਹ ਮਰਜ਼ੀ ਚੜ੍ਹਨਾ ਕਿਹੜਾ ਉੱਤੇ? ਨਹੀਂ ਸਾਹਿਲ ਭਾਈ ਤੁਸੀਂ ਗੱਲ ਨਹੀਂ ਸਮਝੇ ਸੀ। ਅਸਲ 'ਚ ਆਮਰ ਭਾਈ ਤੇ ਜ਼ਿਆ ਭਾਈ ਔਰ ਤੁਸੀਂ ਮਾਸ਼ਾਅੱਲਾ ਗੱਲ ਇਹ ਸੀ ਕਿਸੇ ਦਿਨ ਮਤਲਬ ਮਹੀਨੇ 'ਚ ਇੱਕ ਦਿਨ ਤੁਸੀਂ ਘੰਟੇ ਲਈ ਅੱਧੇ ਘੰਟੇ ਲਈ, ਕਿਉਂਕਿ ਸੁਣਦੇ ਬੰਦੇ ਮਤਲਬ ਸੀਕਰ ਨੂੰ 60 70 80 ਬੰਦੇ ਸੁਣਦੇ ਨੇ, ਜ਼ਿਆ ਭਾਈ ਨੂੰ ਸੁਣਦੇ ਨੇ, ਆਮਰ ਭਾਈ ਨੂੰ 100 150 ਬੰਦਾ ਸੁਣਦਾ ਹੈ, ਠੀਕ ਹੈ। ਅਹੀਰ ਭਾਈ ਨੇ, ਅਲੀ ਭਾਈ ਨੇ, ਜਾਂ ਜਿੰਨੇ ਵੀ ਸਪੀਕਰ ਨੇ ਅੱਛੇ ਸਪੀਕਰ ਨੇ, ਉਹਨਾਂ ਨੂੰ ਸੁਣਨ ਵਾਲੇ ਬੰਦੇ ਜਿਹੜੇ ਨੇ ਉਹਨਾਂ ਦੀ ਗੱਲ ਹੀ ਮੰਨਦੇ ਨੇ ਨਾ। ਅਗਰ ਉਹ ਤਾਸਰ ਦੇਣਗੇ ਕਿ ਅਸੀਂ ਉੱਤੋਂ ਇਕੱਠੇ ਹਾਂ ਤੇ ਥੱਲੇ ਜ਼ਾਰੀ ਬਾਤ ਹੈ ਉਹ ਅੱਜ ਨਹੀਂ ਕੱਲ ਮਹੀਨੇ ਦੋ ਨੂੰ ਚੇਂਜ ਆਉਣਾ ਸ਼ੁਰੂ ਹੋ ਜਾਏਗਾ। ਲੋਕ ਇੱਕ ਦੂਜੇ ਨਾਲ ਮੁਹੱਬਤ ਕਰਨਗੇ, ਨਾ ਫਿਰਕਾ ਪ੍ਰਸਤੀ ਤੇ ਨਾ ਹੋਰ ਕੋਈ ਗੱਲ। ਅਸਲ ਮਕਸਦ ਇਹ ਹੋਣਾ ਚਾਹੀਦਾ, ਨਾ ਕਿ ਸਾਰਾ ਦਿਹਾੜੀ ਇਕੱਠੇ ਬੈਠ। ਜ਼ਿਆ ਭਾਈ ਇੱਕ ਨਾ ਥੱਲੇ ਬਾਰ-ਬਾਰ ਰਿਕੁਐਸਟ ਆ ਰਹੀ ਹੈ ਨਬੀਲ ਭਾਈ ਨੇ, ਉਹ ਕਹਿ ਰਹੇ ਨੇ ਸਾਹਿਲ ਭਾਈ ਦੀ ਇੱਕ ਮਾਫੀ ਤੁਹਾਡੇ ਕੋਲੋਂ ਬਣਦੀ ਹੈ, ਸੋ ਪਲੀਜ਼। ਉਹ ਸਾਰਿਆਂ ਨੂੰ ਕਹਿ ਰਹੇ ਨੇ, ਮੈਨੂੰ ਵੀ ਕਹਿ ਰਹੇ ਨੇ ਤੁਹਾਡੀ ਮਾਫੀ ਬਣਦੀ। ਮੈਂ ਕਿਹਾ ਜੀ ਮੈਂ ਮਾਫੀ ਚਾਹਤਾ ਹੂੰ, ਮੈਂ ਮੰਗ ਲਈ ਮਾਫੀ। ਮੈਂ ਵੀ ਮਾਫੀ ਚਾਹਨਾ ਜੀ। ਹਾਂਜੀ ਸਾਰੇ ਮਾਫੀਆਂ ਮੰਗ ਰਹੇ ਹੋ, ਸਾਰੇ ਮਾਫੀਆਂ ਮੰਗ ਰਹੇ ਹੋ। ਬਰਾੜ ਫਿਰ ਮੇਰੇ ਤੇ ਸਾਹਿਲ ਦੇ ਹਵਾਲੇ ਕਰੋ ਤੇ ਸੌਂ ਜਾਓ। ਅੱਛਾ ਗੱਲ ਮੈਂ ਵੀ ਕਰਨੀ ਹੈ ਨਿੱਕੀ ਜੀ। ਅੱਛਾ ਗੱਲ ਇੰਜ ਨਾ, ਇਹ ਤੇ ਹੋ ਗਈ ਮਾਫੀ ਤਲਾਫੀ ਦੀ ਗੱਲ। ਇਹਨਾਂ ਕੋਈ ਕੰਮ ਦਾ ਲਾਏ ਅਮਲ ਸਮਝਾਓ ਕਿ ਲਾਜ਼ਮੀ ਨਹੀਂ ਹੁੰਦਾ ਮਿਰਜ਼ਾਈ ਨਾਲ ਡਿਬੇਟ ਕਰੋ। ਕੰਮ ਅਗਰ ਤਰੀਕੇ ਨਾਲ ਲਗਾ ਟੋਰੋ ਛੋੜੋ, ਆਪਸ ਵਿੱਚ ਲੜ ਲੋੜ ਬੋ ਲੈ ਆਓ। ਉਹ ਮਰਜ਼ਈਆ ਸਬਰ ਕਰ ਥੋੜੀ ਦੇਰ, ਅਸੀਂ ਆਪਣਾ ਮਾਮਲਾ ਨਿਪਟਾ ਲਈਏ। ਮਿਰਜ਼ਾ ਹੀ ਟੰਗਾਂਗੇ ਅਸੀਂ, ਟੈਨਸ਼ਨ ਨਾ ਲੈ। ਜਿਹਨੂੰ ਟੈਨਸ਼ਨ ਪੈ ਗਈ ਹੈ ਮਿਰਜ਼ਾ ਨਹੀਂ ਟੰਗ ਰਿਹਾ, ਇੰਨੇ ਲੋਕ ਬੈਠੇ ਨੇ ਮਿਰਜ਼ਾ ਟੰਗ ਹੀ ਨਹੀਂ ਰਿਹਾ। ਮੈਂ ਉਹੀ ਗੱਲ ਤੇ ਹੁਣ ਤੂੰ ਤੈਨੂੰ ਉਂਗਲ ਲੈ ਰਿਹਾ ਵਾ ਕਿ ਵੀ ਕਿਸੇ ਤਰੀਕੇ ਮਿਰਜ਼ਾ ਟੰਗਣਾ, ਟੰਗ ਦਿੰਨੇ। ਮਿਰਜ਼ਾ ਥੋੜਾ ਦੇਰ ਸਬਰ ਕਰ, ਮਿਰਜ਼ਾ ਹੀ ਟੰਗਣ ਵਾਸਤੇ ਬੈਠੇ ਹੋ, ਅਸੀਂ ਕੀ ਕਰਨਾ। ਸੈਫੀ ਨੂੰ ਖੁਰਕ ਹੁੰਦੀ ਨਾ, ਇਹਨਾਂ ਨੂੰ ਮਰਜ਼ਾਈਆਂ ਨੂੰ ਖੁਰਕ ਹੁੰਦੀ। ਵੱਲਾ ਇਹਨਾਂ ਨੂੰ ਆਦਤ ਪੈ ਗਈ ਏ, ਇਹਨਾਂ ਨੂੰ ਜਿੰਨੀ ਦੇਰ ਇਹਨਾਂ ਦੀ ਖੁਰਾਕ ਪੂਰੀ ਨਾ ਹੋਵੇ ਇਹਨਾਂ ਨੂੰ ਖੁਰਕ ਹੁੰਦੀ ਹੈ। ਇਹ ਲੈ ਇਹ ਹੀ ਤੇਰਾ ਮਿਰਜ਼ਾ ਕਾਦੀਆਨੀ। ਇਹ ਚਾਹੁੰਦਾ ਸੀ ਆਏ ਡਾਕਟਰ ਜ਼ਕਰੀਆ ਵੇਖ, ਉਹ ਵੇਖ। ਅੱਛਾ ਦੇਖੋ, ਇੱਕ ਗੱਲ ਜਿਹੜੀ ਤੁਸੀਂ ਦੋਸਤਾਂ ਨੇ ਕੀਤੀ ਹੈ ਨਾ, ਉਹਦੇ ਤੇ ਇੱਕ ਛੋਟਾ ਜਿਹਾ ਆਜਜ਼ਾਨਾ ਗੱਲ ਜ਼ੇਨ ਚਾਹੀਏ ਕਿ ਉਹ ਜ਼ਿਆ ਭਾਈ ਨੇ ਗੱਲ ਬੜੀ ਖੂਬਸੂਰਤ ਕੀਤੀ ਹੈ ਕਿ ਜ਼ਰੂਰੀ ਨਹੀਂ ਹੈ ਕਿ ਹਰ ਟਾਈਮ ਜਿਹੜਾ ਨਾ ਸਾਰੇ ਇਕੱਠੇ ਹੋ ਕੇ ਇੱਕ ਜਗ੍ਹਾ ਤੇ ਬੈਠੇ ਰਹੀਏ। ਇਹਦਾ ਨਾਂ ਇਤਿਹਾਦ ਹੈ। ਪਹਿਲੇ ਨੰਬਰ ਤੇ ਜਿਹੜੀ ਅਮਨ ਜ਼ੀਰ ਭਾਈ ਦੀ ਗੱਲ ਹੈ ਉਹਦੇ ਤੇ ਅਮਲ ਕੀਤਾ ਜਾਵੇ ਕਿ ਛੱਡ ਦਿਓ ਦੂਸਰੇ ਨੂੰ, ਜੋ ਕੋ ਕਰ ਰਿਹਾ ਠੀਕ ਹੈ, ਅੱਲਾ ਮਾਲਕ ਹੈ, ਆਪਣੇ ਤਰੀਕੇ ਨਾਲ ਕਰਨ ਦਿਓ। ਨੰਬਰ 2, ਆਮਰ ਭਾਈ ਇਸ ਤਰ੍ਹਾਂ ਵੀ ਤੇ ਕੀਤਾ ਜਾ ਸਕਦਾ ਨਾ, ਜਿਸ ਮੌਕੇ ਤੇ ਹੁਣ ਦੇਖੋ ਯਾਦ ਮੈਨੂੰ ਪੈਂਦਾ ਹੈ ਕਿ ਲਾਸਟ ਟਾਈਮ ਜਦੋਂ ਉਹ ਮੀਏ ਨੇ ਬੇਸ਼ਰਮੀ ਕੀਤੀ ਸੀ ਆਈਡੀਆਂ ਦਾ ਨਾਂ ਰੱਖ ਕੇ, 15 ਮਿੰਟਾਂ ਦੇ ਵਿੱਚ ਮਰਜ਼ਈ ਆ ਕੇ ਤੁਹਾਡੇ ਪੈਰਾਂ ਤੇ ਡਿੱਗੇ ਸਨ ਕਿ ਨਹੀਂ ਵੀ ਇਹਨਾਂ ਨੂੰ ਰੋਕੋ। ਮੇਰੇ ਖਿਆਲ ਨਾਲ ਯਾਨੀ ਕਿ ਜਦੋਂ ਜ਼ਰੂਰਤ ਹੋਵੇ ਇੱਕ ਇਤਿਹਾਦ ਦਾ ਮੈਸੇਜ ਦੇਣ ਦਾ ਜ਼ਰੂਰਤ ਹੋਵੇ, ਸਾਰਿਆਂ ਨੂੰ ਆਵਾਜ਼ ਮਾਰੋ ਕਿ ਯਾਰ ਫਲਾਣੀ ਬਰਾੜ ਤੇ ਇਕੱਠੇ ਹੋ ਜਾਓ ਬਈ,
ਕੋਈ ਵੱਡਾ ਕੰਮ ਹੈ ਇਹਨਾਂ ਦੀਆਂ ਨਾਸਾਂ 'ਚ ਜਿਹੜਾ ਨਾ ਧੂਣੀ ਦੇਣੀ ਹੈ, ਇਕੱਠੇ ਹੋ ਜਾਓ। ਅਦਰਵਾਈਜ਼ 2-3 ਬਰਾਡਾਂ ਚੱਲਦੀਆਂ ਰਹਿਣ, ਮਕਸਦ ਹੈ ਕਿ ਚੱਲ ਰਹੀਆਂ ਨੇ, 2-3 ਚੱਲਦੀਆਂ ਰਹਿਣ। ਬਾਕੀ ਜਿੱਦਾਂ ਤੁਹਾਡਾ ਹੁਕਮ ਹੈ। ਠੀਕ ਹੈ ਤੁਹਾਡੀ ਗੱਲ ਹੈ ਹੀ ਸਹੀ ਹੈ, ਮੈਂ ਇਹਦੇ ਨਾਲ ਮੁਤਫਿਕ ਹਾਂ 100% ਕਿ ਇਹੋ ਜਿਹਾ ਕੋਈ ਇਸ਼ੂ ਹੋ ਸਕਦਾ ਹੈ ਇਕੱਠਿਆਂ ਵੀ ਇੱਕ ਬਰਾੜ ਤੇ ਵੀ ਅਗਰ ਕੋਈ ਬਹਿ ਸਕਦੇ ਨੇ ਬੰਦੇ, ਤੇ ਮੈਂ ਕਦੋਂ ਕਹਿਣਾ ਵੀ ਨਾ ਬਵਣ। ਮੈਂ ਤਾਂ ਕਹਿੰਦਾ ਕਿ ਜਿਨ੍ਹਾਂ ਦੇ ਜ਼ਿਹਨੀ ਹਮਾਹੰਗੀ ਆਹਿਸਤਾ ਆਹਿਸਤਾ ਪੈਦਾ ਹੁੰਦੀ ਹੈ, ਬੇਸ਼ੱਕ ਇਕੱਠੇ ਬਵਣ, ਇੱਕ ਬਰਾੜ ਦੇ ਤੇ ਬਵਣ, ਕੋਈ ਮਸਲਾ ਨਹੀਂ ਹੈ। ਲੇਕਿਨ ਅਗਰ ਫਰਜ਼ ਕਰ ਲਓ ਕਿ ਕੋਈ ਬੰਦਾ ਹੈ ਉਹ ਪਸੰਦ ਨਹੀਂ ਕਰਦਾ ਉਹਨੂੰ, ਉਹ ਪਸੰਦ ਨਹੀਂ ਕਰਦਾ ਉਹਨੂੰ, ਉਹ ਵੇਖਦਾ ਕਿ ਯਾਰ ਇਹ ਢਿੱਲਾ ਜਿਹਾ ਡਿਬੇਟਰ ਹੈ, ਯਾਰ ਇਹ ਢਿੱਲੀ ਜੀ ਗੱਲ ਕਰਦਾ ਹੈ, ਤੇ ਉਹ ਜਾ ਕੇ ਆਪਣੀ ਲਾ ਲਵੇ, ਤਾਂ ਕੀ ਆਪਣੀ ਬਰਾੜ ਲਾ ਲਵੇ। ਲੇਕਿਨ ਉਹਦੇ ਖਿਲਾਫ ਬੋਲੇ ਨਾ, ਉਹਦੇ ਖਿਲਾਫ ਉਹਦੀ ਇਸਲਾਹ, ਇਹ ਜਿਹੜਾ ਇਸਲਾਹ ਦੇ ਨਾਂ ਤੇ ਫਸਾਦ ਹੋਇਆ ਨਾ, ਇਹਨੇ ਨੁਕਸਾਨ ਪਹੁੰਚਾਇਆ। ਮੁਖਤਸਰ ਇੱਕ ਫਿਕਰੇ 'ਚ ਜਿਹੜਾ ਨੁਕਸਾਨ ਹੈ ਨਾ, ਉਹਨੂੰ ਬਿਆਨ ਕਰਨਾ ਪਵੇ ਤੇ ਐਸੇ ਇੱਕ ਫਿਕਰੇ 'ਚ ਮੈਂ ਬਿਆਨ ਕਰ ਦੇਣਾ ਕਿ ਇਸਲਾਹ ਦੇ ਨਾਂ ਤੇ ਫਸਾਦ ਹੋਇਆ ਪਿਛਲੇ ਕਈ ਮਹੀਨਿਆਂ ਦਾ। ਅਲੀ ਭਾਈ ਤੁਸੀਂ ਕੋਈ ਗੱਲ ਕਰੋ, ਤੁਸੀਂ ਚੁੱਪ ਕਰਕੇ ਉਸ ਵੇਲੇ ਬੈਠੇ ਹੋ। ਮਲਕ नहीं अमर भाई ਤੁਸੀਂ माशाल्लाह ठीक फरमा रहे हो। मैं वैसे ही एक नीचे कमेंट लिखा है भी, बाकी तो इतफाक सब कुछ ठीक है। मरज़इयां ਦਾ ਇੱਕ ਮੁੰਡਾ ਹੈ ਮਰਵਾਨ, ਜੇ ਉਹ ਕਿਧਰੇ ਆ ਗਿਆ ਤੇ ਇਤਿਹਾਦ ਹੋ ਸਕਦਾ ਪਾਰਾ ਪਾਰਾ ਹੋ ਜਾਏ ਉਸ ਨਸ਼ਿਸਤ ਤੇ। ਬਾਕੀ ਤੇ ਇਤਿਹਾਦ ਇਨਸ਼ਾਅੱਲਾ ਇਸੇ ਤਰ੍ਹਾਂ ਕਾਇਮ ਰਹੇਗਾ। ਇਸ ਨਾਂ ਦੀ ਆਈਡੀ ਨੂੰ ਮੈਂ ਥੋੜਾ ਜਿਹਾ ਜਾਣਨਾ ਤੇ ਇੱਕ ਵਾਰੀ ਮੇਰੇ ਨਾਲ ਥੋੜੀ ਜਿਹੀ ਗੱਲ ਤੇ ਹੋਈ ਮੇਰੀ ਉਸ ਮੁੰਡੇ ਨਾਲ ਇਸ ਨਾਂ ਦੇ, ਇੱਕ ਵਾਰੀ ਥੋੜੀ ਜਿਹੀ ਚੰਦ ਮਿੰਟ। ਇਹ ਡਾਕਟਰ ਨੂ ਨੇ ਐਵੇਂ ਲਾਰਾ ਲਾਇਆ ਹੋਇਆ 4-5 ਦਿਨਾਂ ਤੋਂ ਕਿ ਮਰਵਾਨ ਆ ਰਿਹਾ, ਮਰਵਾਨ ਆ ਰਿਹਾ। ਕਿੰਨੇ ਲਾਰਾ ਲਾਇਆ? ਨਹੀਂ ਕੱਲ ਅਸੀਂ ਬੜੀ ਦੇਰ ਬੈਠੇ ਰਹੇ, ਮਰਵਾਨ ਆ ਰਿਹਾ ਤੇ ਉਹ ਨਹੀਂ ਆਇਆ। ਹੋਰ ਮਰਵਾਨ ਆ ਰਿਹਾ, ਮਰਵਾਨ ਖੁਦ ਆ ਰਿਹਾ, ਆਪ ਆ ਰਿਹਾ, ਉਹਨਾਂ ਦਾ ਮੁੰਡਾ 20-22 ਸਾਲ ਦਾ। ਉਹ ਮਰਵਾਨ ਆ ਰਿਹਾ ਉਹ ਕਿਉਂ ਮਰਵਾਨ ਆ ਰਿਹਾ, ਉਹਨੂੰ ਕੀ ਮੈਂ ਕਿੱਥੇ ਉਹਨੂੰ ਕਰ ਬੜੀ ਲੰਬੀ ਕਹਾਣੀ ਹੈ ਨਾ ਚਾਹ। ਤੇ ਉਹ ਉੱਥੇ ਥੱਲੇ ਮਰਜ਼ਈਆਂ ਦੀ ਬਰਾੜ ਦੇ ਥੱਲੇ ਬੈਠਾ ਹੁੰਦਾ, ਕਦੀ ਉੱਤੇ ਹੁੰਦਾ ਮਰਵਾਨ। ਉੱਥੇ ਉਹਨੂੰ ਕੱਲ ਪੈਗਾਮ ਦਿੱਤਾ ਵਾ ਨੇ ਡਾਕਟਰ ਡੋ ਨੇ ਵੀ ਭਾਈ ਇੱਥੇ ਜ਼ਿਆ ਦੀ ਬਰਾੜ ਤੇ ਆ ਜਾ, ਤੇ ਕਹਿੰਦਾ ਮੈਂ ਆ ਰਿਹਾ। ਉਹ ਆਏ ਨਹੀਂ, ਅਸੀਂ ਕੱਲ ਵੀ ਪਰਸੋਂ ਵੀ ਉਡੀਕਦੇ ਰਹੇ, ਕੱਲ ਵੀ ਉਡੀਕਦੇ ਰਹੇ, ਅੱਜ ਵੀ ਹੁਣ ਆ ਕੇ ਡਾਕਟਰ ਡੋ ਕਹਿ ਰਿਹਾ ਸੀ ਯਾਰ ਮਰਵਾਨ ਨਹੀਂ ਆਇਆ। ਮੈਂ ਕਿਹਾ ਮੈਂ ਆਪ ਉਡੀਕ ਰਿਹਾ, ਨਹੀਂ ਆ ਰਿਹਾ। ਅੱਛਾ, ਜਦੋਂ ਵੀ ਤੁਸੀਂ ਮਿਰਜ਼ਾ ਕਾਦੀਆਨੀ ਦੀ ਗੱਲ ਕਰ ਰਹੇ ਹੋਗੇ, ਠੀਕ ਹੈ, ਤੇ ਮਰਵਾਨ ਆ ਜਾਏਗਾ, ਤੁਹਾਡਾ ਜ਼ਿਹਨ ਡਾਇਵਰਟ ਕਰ ਦੇਗਾ। ਯਾਰ ਦੇਖੋ ਸਹੀ ਅਲੀ ਭਾਈ ਨੇ ਕਿਹਾ ਸੀ ਕਿ ਇਤਫਾਕ ਵੇਖ ਲਓ, ਹੁਣੇ ਮੌਲਵੀਆਂ ਦਾ ਪਾਰਾ ਪਾਰਾ ਹੋ ਗਿਆ ਮਰਵਾਨ ਦੇ ਨਾਂ ਤੇ। ਯਾਰ ਤੁਹਾਨੂੰ ਉਸ ਮੁੰਡੇ ਨਾਲ ਠੀਕ ਹੈ ਮੁਖਾਲਫਤ ਹੈ, ਪਰ ਤੁਹਾਨੂੰ ਉਹਦੀ ਦੁੱਖ ਭਰੀ ਕਹਾਣੀ ਪਤਾ ਹੈ ਕਿ ਉਹਦੇ ਨਾਲ ਹੋਇਆ ਕੀ ਜ਼ੁਲਮ ਹੈ ਜ਼ਿੰਦਗੀ। ਨਹੀਂ ਅਖੀਰ ਭਾਈ ਦੇਖੋ, ਮੇਰਾ ਦਾਵਾ ਸੀ ਤੇ ਅਮਰ ਭਾਈ ਇਹ ਵੇਖਿਆ ਜੇ ਨਾ ਵੀ ਅਜੇ ਮਰਵਾਨ ਆਇਆ ਨਹੀਂ ਤੇ ਮੌਲਵੀਆਂ ਦਾ ਇਤਫਾਕ ਤੁਹਾਡੇ ਸਾਹਮਣੇ ਜੇ। ਮੈਂ ਤੁਹਾਡਾ ਪੈਗਾਮ ਪਹੁੰਚਾ ਕੇ ਮੌਲਵੀਆਂ ਨੂੰ ਤਾਂ ਪਤਾ ਲੱਗ ਜੇ ਕੋਈ ਮਰਵਾਨ ਆ ਰਿਹਾ, ਤੇ ਉਹ ਮਰਵਾਨ ਆ ਰਿਹਾ ਤੇ ਮੌਲਵੀ ਤਾਂ ਤੁਹਾਨੂੰ ਪਤਾ ਇਤਿਹਾਦ ਤੋੜ ਦਿੰਦੇ ਨੇ। ਨਹੀਂ, ਮੈਂ ਇਹਨਾਂ ਨੂੰ ਪਿਛਲੀ ਦਫਾ ਵੀ ਇੱਕ ਫਿਕੀ ਮਸਲਾ ਬਿਆਨ ਕੀਤਾ ਸੀਗਾ ਕਿ ਇਦਾਂ ਦੇ ਮਾਮਲੇ 'ਚ ਇਤਿਹਾਦ ਹੁੰਦਾ ਹੀ ਨਹੀਂ ਹੈ। ਮਨਾਜ਼ਰਾ ਕੱਲੇ ਕੱਲੇ ਬੰਦੇ ਦਾ ਹੁੰਦਾ ਹੈ। ਕਿਹੜੀ ਗੱਲ ਹੈ ਕਿ ਤੁਸੀਂ 2 ਜਣੇ ਹੋ ਜਾਓ, ਉਹਨਾਂ ਦਾ ਮੁੰਡਾ ਮਰਵਾਨ ਕੱਲਾ ਹੀ ਅੱਗੋਂ, ਤੇ ਯਾਰ ਇਹ ਜ਼ਿਆਦਤੀ ਜ਼ੁਲਮ ਹੈ ਨਹੀਂ, ਔਰ ਇਹ ਜਾਇਜ਼ ਵੀ ਨਹੀਂ ਹੈ। ਮਰਵਾਨ ਜਦੋਂ ਵੀ ਆਂਦਾ ਨਾ, ਉਹ ਕਹਿੰਦਾ ਸਾਰੇ ਹੀ ਕਰੋ ਵਾਰੀ ਵਾਰੀ, 2-2 ਮਿੰਟ। ਯਾਰ ਉਹਦੇ 'ਚ ਨਾ ਆਪਣਾ ਜ਼ਿਆ ਭਾਈ, ਉਹਦੇ 'ਚ ਬਹੁਤ ਲੰਮੀ ਦੁੱਖ ਭਰੀ ਕਹਾਣੀ ਹੈ। ਉਹ ਵਿਚਾਰਾ ਇੱਕ ਵਾਰੀ ਨਾ ਉਹਨੂੰ ਖਲੀਫਾ ਉਹਦੇ ਨੇ ਗਾਨਾ ਤਬਲੀਗ ਤੇ ਭੇਜਿਆ ਸੀ, ਬੜੀ ਟ੍ਰੈਜਡੀ ਹੋਈ ਉੱਥੇ। ਉਹ ਤਾਂ ਕਹਿੰਦਾ ਕਿ ਸਾਰੇ ਇਕੱਠੇ ਹੀ ਮਤਲਬ ਮਨਾਜ਼ਰਾ ਕਰੋ, ਜਿਹੜਾ ਨਾ ਬੜਾ ਮਸਲਾ ਹੈ। ਚਲੋ ਜੀ, ਹੁਣ ਮੇਰੇ ਖਿਆਲ ਗੱਲਬਾਤ ਕਾਫੀ ਹੋ ਗਈ ਹੈ। ਮੇਰੇ ਖਿਆਲ ਮਿਰਜ਼ਾ ਟੰਗਣਾ ਚਾਹੀਦਾ ਹੁਣ। ਚਲੋ ਫਿਰ ਤੁਸੀਂ ਸ਼ੁਰੂ ਕਰ ਦਿਓ ਜਾਂ ਅਮਰ ਭਾਈ ਕਰਨ, ਥੋੜਾ ਜਿਹਾ ਛਿੱਲ ਛੁੱਲ ਕੇ ਦਿਓ, ਫਿਰ ਅਸੀਂ ਉੱਤੇ ਲੂਣ ਸ਼ੂਣ ਪਾਵਾਂਗੇ ਵਾਰੀ ਵਾਰੀ। ਆ ਗਈ ਮਲਕ ਭਾਈ, ਆ ਗਈ ਆਵਾਜ਼। ਜ਼ਿਆ ਭਾਈ ਤੁਸੀਂ ਬਹੁਤ ਵੱਡੇ ਮੁਨਾਫਿਕ ਬੰਦੇ ਹੋ, ਕੀ ਹਾਲ ਹੈ? ਠੀਕ ਹੋ? ਅਲਹਮਦੁਲਿਲਾ, ਅੱਲਾ ਦਾ ਸ਼ੁਕਰ ਹੈ, ਤੁਸੀਂ ਸੁਣਾਓ? ਅੱਲਾ ਦਾ ਸ਼ੁਕਰ, ਠੀਕ ਠਾਕ। ਮੈਂ ਨਾ ਗੱਲ ਸੁਣ ਰਿਹਾ ਹਾਂ ਅਮਰ ਨਜ਼ੀਰ ਭਾਈ ਦੀ, ਤੇ ਮਾਸ਼ਾਅੱਲਾ ਬੜੀ ਅੱਛੀ ਗੱਲ ਕੀਤੀ, ਔਰ ਹੋਣਾ ਵੀ ਇਹੀ ਚਾਹੀਦਾ। ਤੇ ਭਾਈ ਮੇਰਾ ਜਿਸ ਮੁਸਲਮਾਨ ਦੇ ਨਾਲ ਰਿਹਾ ਵੀ ਹੈ ਵੇ, ਮੈਂ ਉਹਨਾਂ ਸਾਰਿਆਂ ਤੋਂ ਲਾਨੇ ਬਰਾਤ ਕਰਨਾ, ਤੇ ਜਿੰਜ ਸਾਡੇ ਵੱਡੇ ਕਹਿੰਦੇ ਨੇ ਅਸੀਂ ਉਂਝ ਅੱਗੇ ਟੁਰ ਪੈਂਦੇ। ਗੱਲ ਮੁੱਕੀ। ਮਾਸ਼ਾਅੱਲਾ। ਲਓ ਜੀ, ਮਲਕ ਸਾਹਿਬ ਨੇ ਵੀ ਆਪਣਾ ਬਿਆਨ ਦੇ ਦਿੱਤੇ। ਹੁਣ ਰਹਿ ਕਿਹੜਾ ਗਿਆ ਪਿੱਛੇ? ਮਿਰਜ਼ਾ ਹੀ ਰਹਿ ਗਿਆ, ਉਹਨੂੰ ਟੰਗੋ ਹੁਣ।
ਮੈਂ ਜਨਾਬ ਹਰ ਗੱਲ ਤੇ ਅਮਰ ਭਾਈ ਦੇ ਨਾਲ ਆ, ਪਰ ਅਮਰ ਭਾਈ ਦੀ ਮੰਨੀ ਇੱਕ ਵੀ ਨਹੀਂ। ਬਹੁਤ ਆਲਾ, ਬਹੁਤ ਆਲਾ। ਇਹ ਵੀ ਠੀਕ ਆ, ਇਹ ਵੀ ਸਹੀ ਹੋ ਗਿਆ। ਦੇਖੋ ਉਹਨਾਂ ਨੇ ਹੁਣੇ ਹੀ ਕਿਹਾ ਨਾ ਕਿ ਇਸਲਾਹ ਇੱਥੇ ਨਹੀਂ ਕਰਨੀ, ਸੋ ਤੁਸੀਂ ਠੀਕ ਕਹਿ ਰਹੇ ਹੋ। ਤੁਸੀਂ ਜੋ ਵੀ ਫਰਮਾਇਆ ਠੀਕ ਫਰਮਾਇਆ। ਨਹੀਂ, ਅਮਰ ਭਾਈ ਦੇ ਨਾਲ ਆ ਹਰ ਕੰਮ ਵਿੱਚ। जवान औरतों के छूने से परहेज ना करने वाला शख्स कैसा शख्स होता है? दसो भी मौलवी। अच्छा की थोड़ी जी गल सुन चला गया की वाकया है मेरे पिछों मलक नहीं यही कह रहे ने कि मिर्जा छिलो नहीं ਉਹ ਤਾਂ ਉਹਨੂੰ ਛਿੱਲ ਕੇ ਅਸੀਂ ਤੀਲਾ ਕਰ ਛੜੇ ਉਹਦੇ ਹੁਣ ਛਿੱਲੀਏ ਕਿ ਉਹਦੇ ਛਿੱਲ ਲੈਂਦੀ ਹੀ ਨਹੀਂ ਹੈ, ਛਿੱਲ ਹੀ ਸਾਰੀ ਖਤਮ ਨਿਕਲ ਆਈਆਂ ਥੱਲੇ ਹੈ, ਹੱਡੀਆਂ ਨਿਕਲ ਆਈਆਂ ਉਹਦੀਆਂ ਥੱਲੇ। ਕਿੰਨਾ ਕੁ ਨੂੰ ਛਿੱਲੀਏ। ਲਓ ਜੀ, ਅਬੂ ਬਕਰ ਮੀਰ ਭਾਈ ਦਾ ਜਵਾਬ ਦਰੁਸਤ ਹੋਇਆ, ਲੇਕਿਨ ਮੈਂ ਪੜ੍ਹ ਨਹੀਂ ਸਕਦਾ, ਥੱਲੇ ਪੜ੍ਹ ਲਓ। ਜੀ ਇਹ ਉਧਰ ਵੀ ਲੱਗਿਆ ਕਮੈਂਟ ਕਰਨ, ਕੱਲਾ ਇਹਨੇ ਹੀ ਜਵਾਬ ਦਿੱਤਾ ਕਮੈਂਟਾਂ ਦੇ ਵਿੱਚ। ਉਹ ਵੇਖ ਲਓ ਵੀ ਅਬੂ ਬਕਰ ਨੂੰ ਉਸ ਕੰਮ ਤੋਂ ਢਾ ਕੇ ਨਾ ਤੇ ਲਾਮਾ ਸਾਹਿਬ ਨੇ ਆਪ ਹੀ ਉਹ ਕੰਮ ਸ਼ੁਰੂ ਕਰਤਾ। ਕਿਹੜਾ ਸਵਾਲ ਪੁੱਛ ਸਕਦਾ ਵਾ? ਤੁਸੀਂ ਵੀ ਤੇ ਉਧਰ ਪਹੁੰਚੇ ਹੋਏ ਹੋ। ਨਹੀਂ ਮੈਂ ਉਧਰ ਆਵਾਜ਼ ਥੋੜੀ ਉੱਚੀ ਹੋ ਗਈ, ਮੈਂ ਕਲਾ ਦੇਣਾ। ਉਹ ਮਨਾਜ਼ਰਾ ਉਧਰ ਸ਼ੁਰੂ ਹੋ ਗਿਆ ਤਾਰਕ ਚੌਹਾਨ ਦਾ ਤੇ ਉਹ ਸਿਆਲ ਦਾ। ਅੱਛਾ ਲਿਆ ਭਾਈ, ਮੈਂ ਕਿਹਾ ਕਿ ਮਨਾਜ਼ਰਾ ਇੱਕੋ ਟਾਈਮ 'ਚ ਦੋਏ ਬੋਲ ਰਹੇ ਨੇ। ਹੈਲੋ, ਆਵਾਜ਼ ਆ ਰਹੀ ਹੈ? ਹਾਂਜੀ ਹਾਂਜੀ ਆ ਰਹੀ। ਮੈਂ ਕਿਹਾ ਸਵਾਲ ਇੱਕ ਪੁੱਛ ਸਕਣਾ ਕਿ ਇਹਦੇ ਬਾਰੇ ਦੇ ਵਿੱਚ ਵੀ ਥੋੜਾ ਜਿਹਾ ਕਲੀਅਰ ਕਰ ਦਿਓ ਫਿਰ, ਕਿਉਂਕਿ ਉਸ ਚੀਜ਼ ਦਾ ਵੀ ਪਤਾ ਹੋਵੇ। ਜਿਹੜੇ ਸਾਡੇ ਆਪਣੇ ਮੁਸਲਮਾਨ ਜਿਹੜੇ ਬਿਠਾ ਕੇ ਦਰੂਦ ਸਲਾਮ ਪੜ੍ਹਾਉਂਦੇ ਨੇ ਆਪਣੀ ਲਾਈਵਾਂ ਦੇ ਉੱਤੇ, ਜਾਂ ਜਦੋਂ ਮਨਾਜ਼ਰਾ ਉਹਨਾਂ ਦੇ ਨਾਲ ਜਦੋਂ ਇਹ ਬੰਦੇ ਐਗਰੀ ਕਰਦੇ ਨੇ ਕਿ ਠੀਕ ਹੈ ਮਨਾਜ਼ਰਾ ਹੋ ਜਾਏਗਾ ਹੋਸਟ ਟੂ ਹੋਸਟ ਨਾ, ਕਿਉਂਕਿ ਇਹ ਵੀ ਬੜਾ ਮਾਮਲਾ ਚੱਲਿਆ ਦਾ ਸੀ ਔਰ ਮੈਂ ਖੁਦ ਵੀ ਇਸ ਦੇ ਵਿੱਚ ਸ਼ਾਮਿਲ ਰਿਹਾ ਵਾਂ, ਯਾਨੀ ਕਿ ਪੜ੍ਹਾਉਣ ਦੇ ਵਿੱਚ ਨਹੀਂ, ਉਹਨਾਂ ਬੰਦਿਆਂ ਨੂੰ ਠੀਕ ਕਰਨ ਦੇ ਵਿੱਚ ਕਿ ਜਿਹੜੇ ਬੰਦੇ ਕਰਦੇ ਪਏ ਸਨ। ਅਗਰ ਇਹਦੀ ਵੀ ਰਹਿਨਮਾਈ ਕਰ ਦਿਓ ਬਿਹਤਰ ਹੋ ਜਾਏਗਾ, ਕਿਉਂਕਿ ਸਾਰੀ ਗੱਲ ਕਲੀਅਰ ਹੋ ਜਾਏਗੀ ਤੇ ਫਿਰ ਸਾਨੂੰ ਪਤਾ ਹੋਏਗਾ ਕਿ ਭਾਈ ਸਾਰੇ ਭਰਾ ਜਿਹੜੇ ਨੇ ਜਾਂ ਸਾਡੇ ਜਿਹੜੇ ਵੱਡੇ ਜਿਹੜੇ ਮਾਸ਼ਾਅੱਲਾ ਬਹੁਤ ਦੇਰ ਤੋਂ ਕੰਮ ਪੇ ਕਰਦੇ ਨੇ, ਉਹਨਾਂ ਬੰਦਿਆਂ ਦਾ ਇਹ ਹੋ ਜਾਏਗਾ ਕਿ ਭਾਈ ਫਿਰ ਉਹਨਾਂ ਬੰਦਿਆਂ ਦਾ ਇੱਕ ਰੱਦੇ ਅਮਲ ਆ ਜਾਏਗਾ ਤੇ ਸਾਨੂੰ ਵੀ ਪਤਾ ਹੋਏਗਾ ਕਿ ਨੈਕਸਟ ਟਾਈਮ ਫਿਰ ਅਸੀਂ ਉਸ ਬੰਦੇ ਤੇ ਬਰਾੜ ਨਹੀਂ ਲਗਾਵਾਂਗੇ, ਫਿਰ ਉਸ ਬੰਦੇ ਦਾ ਅਸੀਂ ਬਾਈਕਾਟ ਕਰ ਦਿਆਂਗੇ। ਇਹਦੇ ਬਾਰੇ ਦੇ ਵਿੱਚ ਜ਼ਰਾ ਤੁਸੀਂ ਦੱਸ ਦਿਓ ਕਿ ਜਿਹੜਾ ਉੱਥੇ ਬਿਠਾ ਕੇ ਮੈਂ ਤੇ ਸਿੱਧੀ ਇਹ ਦੋ ਹਰਫੀ ਗੱਲ ਆ ਕਿ ਇਹ ਜਿਹੜਾ ਮਿਰਜ਼ੇ ਤੇ ਸਲਾਤ ਸਲਾਮ ਪੜਨ ਵਾਲੀ ਗੱਲ ਆ ਨਾ, ਭਾਵੇਂ ਕੋ ਮਰਜ਼ਈ ਮਨਾਜ਼ਰਾ ਕਰੇ ਤੇ ਭਾਵੇਂ ਨਾ ਕਰੇ, ਇਹਦੀ ਤਾਂ ਬਿਲਕੁਲ ਇਜਾਜ਼ਤ ਹੋਣੀ ਨਹੀਂ ਨਾ ਚਾਹੀਦੀ। ਬਿਲਕੁਲ ਟੋਟਲ ਨਹੀਂ ਹੋਣੀ ਚਾਹੀਦੀ। ਖਸਮਾਂ ਨੂੰ ਖਾਣ ਨਹੀਂ ਕਰਦੇ ਗੱਲ ਤੇ ਨਾ ਕਰਨ। ਅੱਗੇ ਕਿਹੜਾ 24 ਘੰਟੇ ਸਾਡੀ ਬਰਾਟਾਂ ਤੇ ਚੜੇ ਨੇ, ਕਿਉਂਕਿ ਇੱਥੇ ਨਾ ਜ਼ਿਆ ਭਾਈ ਗੱਲ ਸ਼ਰਤ ਪਹਿਲੀ ਇਹੀ ਰੱਖੋ ਵੀ ਇਹ ਕੰਮ ਨਹੀਂ ਹੋਣਾ, ਅਸਲਾ ਸਲਾਮ ਵਾਲਾ ਕੋਈ ਚੱਕਰ ਨਹੀਂ ਹੈ, ਤੇ ਜੇ ਅਗਰ ਇੱਥੇ ਤੱਕ ਵੀ ਹੋ ਗਿਆ ਸੀ ਨਾ, ਅਸੀਂ ਕਜ਼ਾਬ ਦੇ ਜਾਲ ਕਵਾਂਗੇ। ਜ਼ਿਆ ਭਾਈ ਇੱਥੇ ਇਹ ਵੀ ਹੋ ਗਿਆ ਸੀ ਕਿ ਉਹਨਾਂ ਨੇ ਕਿਹਾ ਕਿ ਮਿਰਜ਼ੇ ਕਾਦੀਆਨੀ ਦਾ ਹਵਾਲਾ ਤੱਕ ਨਹੀਂ ਵਿੱਚ ਹੋਏਗਾ, ਸਿਰਫ ਕੁਰਾਨ ਤੋਂ ਗੱਲ ਕਰੋ ਸਾਡੇ ਨਾਲ ਹੋਸਟ ਟੂ ਹੋਸਟ। ਯਾਰ ਫਿਰ ਪਿੱਛੇ ਮੁਨਾਜ਼ਰਾ ਕਿਹੜਾ ਵੇ, ਮੈਨੂੰ ਇਹ ਦੱਸੋ ਨਾ। ਫਿਰ ਮਾਮਲਾਤ ਫਿਰ ਇੱਥੋਂ ਹੀ ਖਰਾਬ ਹੁੰਦੇ ਨੇ ਨਾ। ਫਿਰ ਸਾਨੂੰ ਬੰਦੇ ਕਹਿੰਦੇ ਨੇ ਕਿ ਯਾਰ ਇਹ ਬੰਦੇ ਜਿਹੜਾ ਨਾ ਦੇਖੋ ਖਤਮੇ ਨਬੂਵਤ ਦਾ ਕੰਮ ਕਰ ਰਹੇ ਨੇ। ਦੇਖੋ ਗਲਾਜ਼ਤ ਮਿਰਜ਼ਾ ਕਾਦੀਆਨੀ ਨੇ ਆਪਣੀ ਕਿਤਾਬਾਂ ਦੇ ਵਿੱਚ ਲਿਖੀ ਦੀ ਹੈ ਨਾ ਜ਼ਿਆ ਭਾਈ, ਜਿਹੜੀ ਅਸੀਂ ਤੁਸੀਂ ਦਿਖਾਉਂਦੇ ਫਿਰਨੇ ਆ। ਤੇ ਫਿਰ ਜੇ ਸਾਨੂੰ ਕੁਰਾਨ ਦੇ ਉੱਤੇ ਸ਼ੱਕ ਹੈ ਤੇ ਫਿਰ ਭਾਈ ਜੀ ਫਿਰ ਕਰਦੇ ਫਿਰਨ। ਉਹ ਆਂਦੇ ਨੇ ਮਿਰਜ਼ੇ ਦੀ ਗੱਲ ਵੀ ਨਹੀਂ ਹੋਏਗੀ, ਮਿਰਜ਼ੇ ਦਾ ਨਾਮ ਵੀ ਨਹੀਂ ਲਿਆ ਜਾਏਗਾ ਔਰ ਮਿਰਜ਼ੇ ਦਾ ਹਵਾਲਾ ਵੀ ਨਹੀਂ ਦਿੱਤਾ ਜਾਏਗਾ, ਸਿਰਫ ਕੁਰਾਨ ਤੋਂ ਗੱਲ ਹੋਏਗੀ। ਮਰਜ਼ਈਆਂ ਨੇ ਤਾਂ ਇਹੀ ਕਰਨਾ ਹੈ ਨਾ, ਲੇਕਿਨ ਇਹ ਹੈ ਇਸ ਗੱਲ ਦੇ ਵਿੱਚ ਬੰਦਾ ਕਰਦਾ ਹੋਵੇ ਤੇ ਉਹਨਾਂ ਦੇ ਬਾਰੇ ਦੇ ਵਿੱਚ ਵੀ ਸਾਨੂੰ ਦੱਸ ਦਿਓ। ਸਾਡਾ ਵਿੱਚ ਗੁੰਜਾਇਸ਼ ਸਿਰਫ ਉਹਨਾਂ ਲੋਕਾਂ ਵਾਸਤੇ ਹੈ ਜਿਹੜੇ ਜਿਨ੍ਹਾਂ ਨੂੰ ਪਤਾ ਵਾ ਕਿ ਅਸੀਂ ਮਰਜ਼ਈਆਂ ਨੂੰ ਅਗਰ ਕੁਰਾਨ ਤੇ ਗੱਲ ਕਰਨ ਦਾ ਕਹਿੰਦੇ ਤਾਂ ਅਸੀਂ ਉਹਨਾਂ ਨੂੰ ਕਿੰਜ ਨੱਪਣਾ ਜੀ, ਉਹ ਬੰਦੇ ਕਰ ਲੈਣ। ਉਹਦੇ ਵਿੱਚ ਵੀ ਇਹ ਸ਼ਰਤ ਪਹਿਲੀ ਹੋਣੀ ਚਾਹੀਦੀ ਹੈ ਕਿ ਭਾਈ ਦੌਰਾਨ ਮਨਾਜ਼ਰਾ ਮਿਰਜ਼ੇ ਦਾ ਜ਼ਾਹਰਾ ਨਾਂ ਤੇ ਆ ਹੀ ਜਾਂਦਾ ਕਿਧਰੇ ਨਾ ਕਿਧਰੇ, ਉੱਥੇ ਉਹ ਬੈਠੇ ਸਲਾਹ ਸਲਾਮ ਨਾ ਪੜਨ। ਬਾਕੀ ਤਾਂ ਕੁਰਾਨ ਦਾ ਨਾਂ ਲੈ ਕੇ ਰੋਜ਼ ਛਿੱਤਰ ਖਾਂਦੇ ਨੇ, ਆ ਜਾਂਦੇ ਨੇ ਜੀ ਕੁਰਾਨ ਤੋਂ ਗੱਲ ਕਰੋ। ਮੈਂ ਕਿਹਾ ਜੀ ਕਰੋ, ਕੁਰਾਨ ਤੋਂ ਗੱਲ ਕਰੋ। ਉਹ 2 ਮਿੰਟ ਨਹੀਂ ਕੱਢਦੇ ਤੋਂ ਲੰਮਿਆ ਉਹਨਾਂ ਨੂੰ ਪਾਇਆ ਹੁੰਦਾ ਉੱਥੇ, ਉਹ ਨਹੀਂ ਕਰ ਸਕਦੇ। ਜਿਨ੍ਹਾਂ ਲੋਕਾਂ ਨੂੰ ਨਹੀਂ ਪਤਾ ਤੇ ਉਹ ਆਂਦੇ ਨੇ ਵੀ ਕੁਰਾਨ ਦੀਆਂ ਪਤਾ ਨਹੀਂ ਅਸੀਂ ਆਇਤਾਂ ਪੜ੍ਹ ਕੇ ਤੇ ਤਰਜਮੇ ਕਰਕੇ ਇਹਨਾਂ ਨੂੰ ਦੱਸਣੇ ਨੇ, ਸੁਣਾਣੇ ਨੇ, ਇੰਜ ਕਰਨਾ ਡਿਬੇਟ। ਉਹ ਉਹਨਾਂ ਨੂੰ ਪਿੱਛਾ ਕਰ ਦਿਓ ਬਈ ਤੁਸੀਂ ਨਾ ਕਰੋ ਡਿਬੇਟ, ਇਹ ਤੋਂ ਬਿਹਤਰ। ਜਿਨ੍ਹਾਂ ਨੂੰ ਪਤਾ ਵਾ ਵੀ ਇਹ ਇਹਨਾਂ ਨੇ ਕੁਰਾਨ ਦਾ ਤਾਂ ਐਵੇਂ ਨਾ ਹੀ ਲੈਣਾ, ਤੇ ਉਹ ਜੇ ਕੁਰਾਨ ਤੋਂ ਗੱਲ ਕਰਨੀ ਆ ਤੇ ਉਹ ਭਾਈ ਤੁਸੀਂ ਉਹਦੇ ਵਿੱਚ ਵੀ ਮਿਰਜ਼ਾ ਚੰਗੀ ਤਰ੍ਹਾਂ ਤੁਸੀਂ ਲਪੇਟ ਸਕਦੇ ਹੋ, ਇੰਨਾ ਟਿਕਾ ਕੇ ਲਪੇਟ ਸਕਦੇ ਹੋ ਕਿ ਮਰਜ਼ਈ ਜਿਹੜਾ ਨਾ ਉੱਥੇ ਐ
ਤੜਪੇਗਾ ਵੀ ਮਿਰਜ਼ੇ ਦਾ ਨਾਮ ਹੀ ਨਹੀਂ ਲੈ ਰਿਹਾ ਤੇ ਉਹਨੂੰ ਠੋਕੀ ਵੀ ਜਾ ਰਿਹਾ। ਮੈਂ ਯਾਰ ਤੇ ਕਰਨਾ ਨਾ ਕਿ ਇਸ ਬਾਰੇ ਦੇ ਵਿੱਚ ਦੱਸ ਦਿਓ, ਅਗਰ ਕੋਈ ਬੰਦਾ ਸਾਡਾ ਕਰਦਾ ਹੈ, ਸਾਡਾ ਰੱਦੇ ਅਮਲ ਕੀ ਹੋਣਾ ਚਾਹੀਦਾ ਹੈ, ਔਰ ਮੌਕਫ ਜਿਨ ਸਾਰੇ ਭਰਾ ਤੇ ਬਹਿ ਕੇ ਇੱਕ ਮੌਕਫ ਦੇ ਰਹੇ ਨੇ ਨਾ, ਉਸੇ ਤਰੀਕੇ ਨਾਲ ਫਿਰ ਉਸ ਬੰਦੇ ਦੇ ਉੱਤੇ ਸਾਰਿਆਂ ਦਾ ਇੱਕ ਹੀ ਮੌਕਫ ਹੋਣਾ ਚਾਹੀਦਾ, ਜਾਂ ਫਿਰ ਉਹਦਾ ਬਾਈਕਾਟ ਕੀਤਾ ਜਾਵੇ, ਠੀਕ ਹੈ ਜੀ, ਤੇ ਉਸ ਤੋਂ ਸਾਰੇ ਬੰਦੇ ਲੈਦਾ ਹੋ ਜਾਣ। ਇਹੀ ਹੋ ਸਕਦਾ, ਮੇਰਾ ਤੇ ਨਾਕਸ ਮਸ਼ਵਰਾ ਹੀ ਹੈ। ਬਾਕੀ ਤੁਸੀਂ ਜ਼ਰਾ ਦੱਸੋ ਕੀ ਉਹਦਾ ਕਰਨਾ ਚਾਹੀਦਾ। ਅਮਨ ਨਜ਼ੀਰ ਸਾਹਿਬ ਵੀ ਜਿਹੜਾ ਇਹ ਗੱਲ ਹੈ ਨਾ ਕਿ ਸਿਰਫ ਕੁਰਾਨ ਤੋਂ ਗੱਲ ਕਰਨੀ, ਉਹ ਤੁਸੀਂ ਵੇਖ ਕੇ ਉਹਦੇ ਵਿੱਚ ਤੁਸੀਂ ਆਪ ਜਿਹੜਾ ਨਾ ਆਪਣੇ ਦਿਮਾਗ ਦੇ ਨਾਲ ਵੀ, ਜੇ ਕੋਈ ਬੰਦਾ ਇੰਜ ਦੇ ਜਿਵੇਂ ਸ਼ਾਹ ਸਾਹਿਬ ਨੇ, ਮੁਬਸ਼ਰ ਸ਼ਾਹ ਸਾਹਿਬ, ਉਹਨਾਂ ਨੂੰ ਮਿਰਜ਼ਾ ਹੀ ਕਹਿੰਦੇ ਨੇ ਕੁਰਾਨ ਤੋਂ, ਉਹ ਕਹਿੰਦੇ ਹਾਂਜੀ ਕੁਰਾਨ ਤੋਂ ਹੀ ਗੱਲ ਹੋਏਗੀ, ਆਓ ਜੀ ਕੁਰਾਨ ਤੋਂ ਕਰੋ ਸਾਬਤ ਕੇ ਮਸੀਹ ਮੌਤ ਜਿਹੜਾ ਉਹਨੂੰ 100 ਵਾਰ ਮੂਤਰ ਆਏਗਾ। ਠੀਕ ਹੈ, ਮਤਲਬ ਤੁਸੀਂ ਉਹ ਆਪ ਹੀ ਵੇਖ ਕੇ ਫੈਸਲਾ ਕਰ ਲੈਣਾ ਕਿ ਇੱਕ ਬੰਦਾ ਸਿਰਫ ਉਹ ਮਰਜ਼ਈ ਤੇ ਕਰਦੇ ਨੇ ਕੁਰਾਨ ਨਾਲ ਖਿਲਵਾੜ, ਉਹ ਐਤਾਂ ਪੜ੍ਹ ਕੇ ਗਲਤ ਅਮਲ ਤਰਜਮੇ ਕਰੀ ਜਾਂਦੇ ਨੇ, ਇਹ ਵੀ ਅੱਗੋਂ ਤਰਜਮੇ ਕਰਕੇ ਉਹਨਾਂ ਨੂੰ ਸੁਣਾਈ ਜਾਂਦਾ। ਇਹ ਕੋਈ ਮਨਾਦਰਾ ਨਹੀਂ ਹੈ। ਇੰਜ ਦੇ ਬੰਦੇ ਜਿਹੜੇ ਉਹਨਾਂ ਨੂੰ ਰੋਕੋ, ਪੜ੍ਹ ਕੇ ਉਹਨਾਂ ਕੋਲ ਥੱਲੇ ਆਓ, ਤੁਸੀਂ ਕਰ ਲਿਆ ਜਿਹੜਾ ਮਨਾਦਰਾ ਕਰਨਾ ਸੀ। ਤੇ ਉਹ ਬੰਦਿਆਂ ਨੂੰ ਜਦੋਂ ਕਿਹਾ ਜਾਂਦਾ ਹੈ ਨਾ, ਕਿਉਂਕਿ ਬਕਾਇਦਾ ਪਿੱਛੇ ਇਹ ਮਾਮਲਾ ਚੱਲਿਆ ਸੀ, ਉਹਨਾਂ ਨੇ ਕਿਹਾ ਸੀ ਕਿ ਅਸੀਂ ਤੇ ਮਰਜ਼ਈਆਂ ਨਾਲ ਤੈਅ ਕਰ ਚੁੱਕੇ ਹਾਂ। ਅਗਰ ਕਹਿੰਦੇ ਹੋ ਤਾਂ ਮੈਂ ਤੁਹਾਨੂੰ ਰਿਕਾਰਡਿੰਗ ਵੀ ਸੁਣਾ ਸਕਣਾ ਕਿ ਉੱਥੇ ਬਕਾਇਦਾ ਇਹ ਵੀ ਗੱਲ ਸੀ ਕਿ ਜਨਾਬ ਅਸੀਂ ਇਹ ਤੈਅ ਕਰ ਚੁੱਕੇ ਹਾਂ ਕਿ ਮਿਰਜ਼ੇ ਦਾ ਨਾਮ ਹੀ ਨਹੀਂ ਹੈ। ਦੇਖੋ ਕੁਰਾਨ ਔਰ ਡਿਬੇਟ ਹੋ ਰਹੀ ਹੈ ਹਯਾਤ ਵਫਾਤੇ ਈਸਾ ਦੇ ਉੱਤੇ ਜਾਂ ਇੰਨੀ ਮੁਤਵਫੀ ਕੇ ਵਰਾਫੀਉਕਾ ਦੇ ਉੱਤੇ ਨਾ, ਗੱਲ ਸਮਝਿਓ। ਹੁਣ ਉਸੇ ਹੀ ਕੁਰਾਨ ਪਾਕ ਦੀ ਆਇਤ ਦਾ ਜਿਹੜਾ ਤਰਜਮਾ ਤਫਸੀਰ ਮਿਰਜ਼ਾ ਕਾਦੀਆਨੀ ਦਾ ਜਿਹੜਾ ਯਾਰ ਹੈ ਹਕੀਮ ਨੂਰੁਦੀਨ, ਉਹਨੇ ਵੀ ਉਹੀ ਲਿਖਿਆ ਜੋ ਉਲਮਾਏ ਅਹਲੇ ਸੁन्नत ਜਾਂ ਉਲਮਾਏ ਹੱਕ ਨੇ ਲਿਖਿਆ ਦਾ, ਸਮਝ ਰਹੇ ਹੋ। ਅਗਰ ਇਹ ਚੀਜ਼ਾਂ ਅਸੀਂ ਨਹੀਂ ਦਿਖਾਵਾਂਗੇ ਤੇ ਅਸੀਂ ਫਿਰ ਉਹਨਾਂ ਨਾਲ ਡਿਬੇਟ ਕਿਸ ਤਰੀਕੇ ਦੀ ਕਰ ਰਹੇ ਹਾਂ। ਸਾਡਾ ਤੇ ਮੌਕਫ ਹੈ ਵੀ ਕਿ ਮਿਰਜ਼ਾ ਗੁਲਾਮ ਕਾਦੀਆਨੀ ਜਿਹੜਾ ਹੈ ਨਾ ਇੱਕ ਦਜਾਲ ਹੈ, ਕਜ਼ਾਬ ਹੈ, ਝੂਠਾ ਇਨਸਾਨ ਹੈ, ਠੀਕ ਹੈ ਜੀ। ਔਰ ਕੁਰਾਨ ਦੇ ਉੱਤੇ ਸਾਨੂੰ ਕਿਸੇ ਮੁਸਲਮਾਨ ਨੂੰ ਕੋਈ ਸ਼ੱਕ ਨਹੀਂ। ਇਹਨਾਂ ਬੰਦਿਆਂ ਕਹਿਣ ਨਹੀਂ ਜਨਾਬ ਉਹਦੇ ਉੱਤੇ ਮਾਮਲਾ ਤੈਅ ਨੇ ਕਿ ਜਿਹਦੇ ਉੱਤੇ ਜਨਾਬ ਸਿਰਫ ਔਰ ਸਿਰਫ ਜਿਹੜਾ ਹੈ ਨਾ, ਮੈਂ ਮੁਫਤੀ ਮੁਬਸ਼ਰ ਸ਼ਾਹ ਸਾਹਿਬ ਨਾਲ ਵੀ ਗੱਲ ਕੀਤੀ ਸੀ, ਜਿਹੜੀ ਹੁਣ ਤੁਸੀਂ ਗੱਲ ਕੀਤੀ ਹੈ ਨਾ, ਇਹ ਵਾਕਈ ਜਿਹੜੇ ਸਾਡੇ ਪੁਰਾਣੇ ਬੰਦੇ ਨੇ ਜਾਂ ਮਾਸ਼ਾਅੱਲਾ ਜਿਹੜੇ ਜਾਣਦੇ ਨੇ, ਇਲਮ ਰੱਖਦੇ ਨੇ, ਉਹ ਇਹੀ ਕਹਿੰਦੇ ਨੇ ਠੀਕ ਹੈ, ਉਹ ਕੁਰਾਨ ਤੇ ਗੱਲ ਕਰ ਲੈਂਦੇ ਆ, ਹਦੀਸ ਤੇ ਗੱਲ ਕਰ ਲੈਂਦੇ ਆ। ਕੱਲ ਯਾਨੀ ਕਿ ਅਮਨ ਨਜ਼ੀਰ ਸ਼ਹਿਨशाह ਦੀ ਲਾਈਵ ਦੇ ਉੱਤੇ ਅਮਨ ਨਜ਼ੀਰ ਸਾਹਿਬ ਨੇ ਇੱਕ ਬੰਦਾ ਘੱਲਿਆ ਦਾ ਹੀ, ਮੁਹੰਮਦ ਤੈयब, ਉਹਨੇ ਚੰਗੀ ਛਤਰੋਲ ਕਰਵਾਈ ਹੈ। ਉਹ ਜਿਹੜਾ ਮਿਰਜ਼ਾ ਕਾਦੀਆਨੀ ਨੇ ਮਲਫੂਜ਼ਾਤ ਦੇ ਵਿੱਚ ਲਿਖਿਆ ਦਾ ਹੈ ਕਿ ਸਰਕਾਰ ਨੂੰ ਮਾਜ਼ਅੱਲਾ ਜਿਹੜਾ ਹੈ ਨਾ ਉਹ ਫਾਰਸੀ ਦੇ ਵਿੱਚ ਇਲਹਾਮ ਹੋਇਆ, ਠੀਕ ਹੈ ਨਾ। ਇਹਨਾਂ ਚੀਜ਼ਾਂ ਦੇ ਉੱਤੇ ਤੇ ਬੰਦਾ ਕਹਿੰਦਾ ਆਓ ਜੀ ਕੁਰਾਨ ਤੇ ਦਿਓ ਜੀ ਇਹ ਸਬੂਤ ਦਿਓ, ਹਦੀਸ ਤੋਂ ਇਹ ਦਿਓ, ਕਿਤੇ ਕਿਹੜੀ ਹਦੀਸ ਦੀ ਕਿਤਾਬ ਦੇ ਵਿੱਚ ਜਿਹੜਾ ਹੈ ਨਾ ਇਹ ਹਦੀਸ ਮੌਜੂਦ ਹੈ, ਦੱਸੋ ਸਾਨੂੰ ਇਸ ਚੀਜ਼ ਦਾ ਤੇ ਓਕੇ। ਪਰ ਇੱਕ ਚੀਜ਼ ਨੂੰ ਅਗਰ ਕਿਹਾ ਜਾਵੇ ਕਿ ਨਹੀਂ ਜੀ ਸਿਰਫ ਅਸੀਂ ਕੁਰਾਨ ਦੇ ਉੱਤੇ ਗੱਲ ਕਰਾਂਗੇ, ਮਿਰਜ਼ੇ ਦੀ ਕਿਤਾਬ ਵੀ ਨਹੀਂ ਹੋਵੇਗੀ, ਮਿਰਜ਼ੇ ਗੁਲਾਮ ਕਾਦੀਆਨੀ ਦੀ ਕਿਤਾਬ ਵੀ ਨਹੀਂ ਹੋਵੇਗੀ, ਮਿਰਜ਼ੇ ਦਾ ਨਾਮ ਵੀ ਨਹੀਂ ਲਿਆ ਜਾਏਗਾ। ਹਾਂ ਅਗਰ ਤੁਸੀਂ ਦਰੂਦ ਪੜੋਗੇ, ਬਲਕਿ ਤੁਸੀਂ ਅਗਰ ਨਾਂ ਲਵੋਗੇ ਮਿਰਜ਼ੇ ਦਾ, ਫਿਰ ਅਸੀਂ ਲਾਨਤ ਪਾਵਾਂਗੇ। ਤੇ ਭਾਈ ਫਿਰ ਤੁਸੀਂ ਲਾਨਤ ਕਿਉਂ ਪੇ ਪਾਉਂਦੇ ਹੋ? ਤੁਸੀਂ ਸਿੱਧੇ ਤਰੀਕੇ ਦੇ ਨਾਲ ਉਹਨਾਂ ਨੂੰ ਤੁਸੀਂ ਐਗਰੀ ਪੇ ਕਰਦੇ ਹੋ ਕਿ ਭਾਈ ਅਸੀਂ ਠੀਕ ਹੈ ਮਰਜ਼ਈ, ਜਿਵੇਂ ਤੁਸੀਂ ਕਿਹਾ ਕਿ ਮਰਜ਼ਈ ਤਾਂ ਚਾਹੁੰਦੇ ਹੀ ਹੈ ਨੇ ਕਿ ਮਿਰਜ਼ੇ ਦੀ ਕਿਤਾਬ ਖੁੱਲੇ ਹੀ ਨਾ, ਇਹਨਾਂ ਨੂੰ ਅਸੀਂ ਲਾਈ ਰੱਖੀਏ, ਅਸੀਂ ਉਹਦਾ ਤਰਜਮਾ ਕੋਈ ਹੋਰ ਕਰੀਏ, ਕੋਈ ਹੋਰ ਕਰਨ, ਤੇ 2-2 3-3 ਘੰਟੇ ਲਾਈਵ ਚੱਲੇ ਤੇ ਬਾਅਦ ਚ ਇਹੀ ਹੋਵੇ ਦੇਖੇं ਜੀ ਉਹ ਨਹੀਂ ਮਾਨੇ ਤਾਂ ਹਮ ਨਹੀਂ ਮਾਨੇ, ਇਹ ਕੰਮ ਹੋਣਾ ਜੀ। ਇਹਦੇ ਉੱਤੇ ਮੈਂ ਜਿਹੜੀ ਲੁੱਬੇ ਲੁਬਾਬ ਸੀ ਨਾ, ਇਹਦਾ ਜ਼ਰਾ ਮੈਨੂੰ ਕਨਫਰਮ ਦੱਸ ਦਿਓ ਕਿ ਇਹਨਾਂ ਬੰਦਿਆਂ ਦਾ ਕੀ ਕਰਨਾ ਚਾਹੀਦਾ। ਨਹੀਂ ਹੈ ਕਿ ਸਿਰਫ ਤੁਸੀਂ ਜਨਾ ਕੁਰਾਨ ਦੀਆਂ ਬਸ ਕਲੀਆਂ ਆਇਤਾਂ ਪੜ੍ਹ ਕੇ ਸੁਣਾਈ ਜਾਓ ਤੇ ਉਹਨਾਂ ਕੋਲੋਂ ਜਿਹੜਾ ਹੈ ਵੇ ਤਹਰੀਫ ਵਾਲੇ ਤਰਜਮੇ, ਇਹ ਕੋਈ ਡਿਬੇਟ ਨਹੀਂ ਹੈ। ਇੰਜ ਦੇ ਬੰਦੇ ਨੂੰ ਸਮਝਾਓ, ਮੰਨ ਜਾ ਠੀਕ ਆ, ਬਾਈਕਾਟ ਕਰਨਾ ਜੋ ਵੀ ਕਰਨਾ ਉਹਦੇ ਨਾਲ ਕਰੋ। ਬਿਹਤਰ ਇਹ ਹੈ ਕਿ ਉਸ ਬੰਦੇ ਨੂੰ ਬਲਾਕ ਕਰ ਦਿਓ, ਸਾਈਡ ਤੇ ਕਰ ਦਿਓ, ਉਹਨੂੰ ਉਹਦੇ ਹਾਲ ਤੇ ਛੱਡ ਦਿਓ ਬਸ। ਜਾਂ ਬਈ ਇਹ ਮੈਂ ਗੱਲ ਕਰਨ ਲੱਗਾ, ਇਹ ਜਿਹੜੀ ਗੱਲ ਹੈ ਨਾ ਉਹ ਸਾਰੀ ਖਰਾਬ ਹੋ ਚੱਲੀ। ਫਿਰ ਜਿੰਨੀ ਗੱਲ ਕੀਤੀ ਸੀ ਮੁੰਡੋ ਲੱਗ ਕੇ ਕਰਨੀ ਪੈ ਗਈ ਹੈ। ਅਗਰ ਇੱਕ ਬੰਦਾ ਜਾ ਕੇ ਮਨਾਜ਼ਰਾ ਕਰਦਾ ਜੀ ਛੜਾ ਕੁਰਾਨੇ ਕਰੀਮ ਤੋਂ ਅਸੀਂ ਗੱਲ ਕਰਾਂਦੇ, ਕੋਈ ਜਨਾਬ ਮਿਰਜ਼ੇ ਦਾ ਨਾਂ ਨਹੀਂ ਲਾਂਗੇ, ਜਾਂ ਤੁਸੀਂ ਸਾਡੇ ਸਾਹਮਣੇ ਉਹਨੂੰ ਲੈ ਸਲਾਮ ਪੇ ਆਖਿਓ ਅਸੀਂ ਬੋਲਣ ਨਹੀਂ ਲੱਗੇ, ਯਾਰ ਉਹਦਾ ਐਟੀਚਿਊਡ ਵੇਖੋ, ਉਹਨੂੰ ਪਰਸਨਲ 'ਚ ਜੇ ਸਮਝਾ ਸਕਦੇ ਹੋ ਸਮਝਾਓ, ਨਹੀਂ ਤਾਂ ਉਹਦੇ ਤੋਂ ਦੂਰੀ ਇਖਤਿਆਰ ਕਰੋ, ਉਹਦੇ ਖਿਲਾਫ ਬਰਾੜ ਨਾ ਲਾਓ, ਉਹਨੂੰ ਟੰਗੋ ਨਾ, ਉਹਨੂੰ ਟੰਗੋ ਨਾ। ਉਹਦਾ ਮਤਲਬ ਹੈ ਕਿ ਜਦੋਂ ਤੁਸੀਂ ਉਹਨੂੰ ਟੰਗੋਗੇ ਉਹ ਵੀ ਤੁਹਾਨੂੰ ਟੰਗੇਗਾ ਨਾ। ਨਤੀਜਾ ਤਾਂ ਇਹ ਆ ਰਿਹਾ ਨਾ ਕਿ ਇਹ ਟਿਕਟਾ ਕਿ ਭਾਈ ਸਾਹਿਬ ਕਿਸੇ ਨੂੰ ਕੋਈ ਬੰਦਾ ਸਮਝਾ ਨਹੀਂ ਸਕਦਾ, ਕੋਈ ਕਿਸੇ ਨੂੰ ਮਨਾ ਨਹੀਂ ਸਕਦਾ। ਜੇ ਤੁਸੀਂ ਕਿਸੇ ਨੂੰ ਟੰਗੋਗੇ ਉਹ ਵੀ ਤੁਹਾਨੂੰ ਟੰਗ ਦੇਗਾ ਜਾ ਕੇ, 2-4 ਉਹਦੇ ਨਾਲ ਜਾ ਕੇ ਫਲਾਣੇ ਢਿੰਗੇ ਬਹਿ ਜਾਣਗੇ। ਹੁਣ ਮੇਰੇ ਮੂੰਹ ਨਿਕਲ ਚੱਲੀ ਸੀ ਕੋਈ ਲਫ਼ਜ਼ ਗਲਤ,
ਜਾ ਕੇ 2-4 ਉਹਦੇ ਨਾਲ ਬਹਿ ਜਾਣਗੇ, 2-4 ਤੁਹਾਡੇ ਆ ਕੇ ਆਖਣਗੇ ਤੁਸੀਂ ਸਹੀ ਕਹਿ ਰਹੇ ਹੋ, 2-4 ਉਹਨੂੰ ਜਾ ਕੇ ਨਹੀਂ ਤੁਹਾਡਾ ਵੀ ਮੌਕਫ ਠੀਕ ਹੈ। ਇਸ ਗੱਲੇ ਕਰਕੇ ਇੱਕੋ ਹੀ ਨੁਕਤਾ ਸਿਰਫ ਬੰਨ ਲਓ ਪੱਲੇ, ਇਹਦੇ ਤੋਂ ਇਲਾਵਾ ਕੋਈ ਨਾ ਨਵਾਂ ਕੋਈ ਜਿਹੜਾ ਨਾ ਉਹ ਐਡ ਕਰੋ ਪੁਆਇੰਟ ਇਹਦੇ ਵਿੱਚ। ਇੰਨਾ ਹੀ ਕਾਫੀ ਹੈ। ਇਹ ਟੰਗਣਾ ਟਿਕਾਣਾ ਇੱਕ ਦੂਜੇ ਨੂੰ ਬੰਦ ਕਰ ਦਿਓ। ਜਿਸ ਤਰ੍ਹਾਂ ਕੋਈ ਕਰਦਾ ਉਹਨੂੰ ਕਰਨ ਦਿਓ। ਜੇ ਉਹ ਗਲਤ ਪਿਆ ਕਰਦਾ ਤੁਸੀਂ ਉਹਦੇ ਨਾਲ ਚੰਗਾ ਕਰਕੇ ਵਹਾਓ, ਤੁਸੀਂ ਉਹਦੇ ਨਾਲ ਚੰਗਾ ਮੁਨਾਜ਼ਰਾ ਕਰਕੇ ਵਹਾਓ ਔਰ ਦਲੀਲ ਨਾਲ ਦੂਜੇ ਨੂੰ ਸਾਬਤ ਕਰਕੇ ਵਹਾਓ ਕਿ ਲੋਕੀ ਤੁਹਾਡੇ ਇਲਮ ਨੂੰ, ਦਲੀਲ ਨੂੰ, ਗੱਲ ਨੂੰ, ਤਰੀਕੇ ਨੂੰ ਪਸੰਦ ਕਰਨ ਤੇ ਲੋਕੀ ਤੁਹਾਡੇ ਉਹਦਾ ਸੁਣਨ ਹੀ ਕੋਈ ਨਹੀਂ ਜਾਣ ਲੱਗਾ। ਅਗਰ ਹਰ ਬੰਦੇ ਇਹਦੇ ਵਿੱਚ ਸੋਚ ਪੈਦਾ ਹੋ ਜਾਏ, ਤੁਸੀਂ ਮੁਸਲਮਾਨਾਂ ਦੇ ਵਿੱਚ ਸੋਚ ਪੈਦਾ ਕਰੋ ਬਜਾਏ ਇਸ ਦੇ ਕਿ ਕਿਸੇ ਬੰਦੇ ਨੂੰ ਟੰਗਣ ਦੇ, ਕਿਸੇ ਬੰਦੇ ਦਾ ਨਾਂ ਲਿਓ ਬਗੈਰ, ਤੁਸੀਂ ਬੰਦਿਆਂ ਦੇ ਵਿੱਚ ਸੋਚ ਪੈਦਾ ਕਰੋ ਨਾ ਕਿ ਯਾਰ ਮਿਰਜ਼ਾਈਆਂ ਦਾ ਤੇ ਸਾਡਾ ਇਖਤਲਾਫ ਕਿਹੜੀ ਗੱਲ ਦਾ ਹੈ। ਕਿਆ ਕੁਰਾਨ ਕਰੀਮ ਦੀਆਂ ਆਇਤਾਂ ਦੋਏ ਵੱਲ ਪੇ ਪੜਨ ਮਸਲਾ ਹੱਲ ਹੋ ਜਾਏਗਾ? ਕਿਆ ਉਹ ਲਾਂਤੀ ਦੇ ਉੱਤੇ ਆ ਕੇ ਲੈ ਇਸਲਾਮ ਪੇ ਆਖਣ, ਕਿਆ ਗੁੱਸਾ ਨਹੀਂ ਲੱਗਦਾ? ਅਗਰ ਸਾਰੇ ਮੁਸਲਮਾਨ ਇੱਕ ਬਰਾੜ, ਇੱਥੇ ਮਿਸਾਲ ਦੇ ਤੌਰ ਤੇ 1 ਮਿੰਟ ਫਰਜ਼ ਕਰ ਲਓ, ਇੱਥੇ ਇੱਕ ਮਿਰਜ਼ਾਈ ਆ ਗਿਆ, ਜ਼ਿਆ ਰਸੂਲ ਭਾਈ ਮੁਨਾਜ਼ਰਾ ਪੇ ਕਰਦੇ ਨੇ, ਉਹ ਮਿਰਜ਼ਾਈ ਜਿਹੜਾ ਉਹ ਕੰਟੀਨਿਊਸਲੀ ਉਹ ਪੜ੍ਹੀ ਜਾ ਰਿਹਾ ਲੈ ਇਸਲਾਮ ਮਿਰਜ਼ਾ। ਇੱਥੋਂ ਮੁਸਲਮਾਨ ਬਜਾਏ ਇਸ ਦੇ ਕਿ ਬਰਾੜ ਲਾਣ, ਮੁਸਲਮਾਨਾਂ ਸਾਰਿਆਂ 'ਚ ਇੰਨਾ ਸ਼ਊਰ ਹੋਣਾ ਚਾਹੀਦਾ ਕਿ ਸਾਰੇ ਉੱਤਰ ਕੇ ਪਰਾਂ ਹੋ ਜਾਣ ਤੇ ਜ਼ਿਆ ਰਸੂਲ ਨੂੰ ਤਾਰੇ ਨਜ਼ਰ ਆ ਜਾਣ ਕਿ ਮੁਸਲਮਾਨ ਤੇ ਸਾਰੇ ਛੱਡ ਕੇ ਟੁਰ ਗਏ ਨੇ ਨਫ਼ਰਤ ਕਰਕੇ। ਮਾਸ਼ਾਅੱਲਾ, ਕਿਆ ਬਾਤ। ਬਸ ਇੰਨਾ ਹੀ ਕਾਫੀ ਹੈ। ਇਹਦੇ ਤੋਂ ਵੱਧ ਜੇ ਤੁਸੀਂ ਜਾ ਕੇ ਜ਼ਿਆ ਰਸੂਲ ਨੂੰ ਟੰਗੋ ਤੇ ਜ਼ਿਆ ਰਸੂਲ ਤੁਹਾਨੂੰ ਟੰਗ ਲਏਗਾ। ਉਹਦੀ ਵੀ ਬਰਾੜ ਹੈ, ਉਹਦੇ ਕੋਲ ਵੀ ਹੱਥ ਹੈ ਨਹੀਂ, ਉਹਦੇ ਕੋਲ ਵੀ ਮੂੰਹ 'ਚ ਜ਼ੁਬਾਨ ਹੈ। ਬਸ ਲੜਨਾ ਨਹੀਂ ਹੈ, ਇੱਕ ਦੂਜੇ ਨੂੰ ਟੰਗਣਾ ਨਹੀਂ ਹੈ। ਪਿੱਛੇ ਹਟ ਜਾਓ ਉਸ ਬੰਦੇ ਤੋਂ ਜਿਹੜਾ ਬੰਦਾ ਤੁਹਾਡੀ ਮਰਜ਼ੀ ਦੀ ਗੱਲ ਨਹੀਂ ਪਿਆ ਕਰਦਾ। ਇੰਨਾ ਹੀ ਕਾਫੀ ਹੈ। अस्सलाम वालेकुम। ਵਾਲੇਕੁਮ। ਨਹੀਂ ਅਮਰ ਭਾਈ, ਇੱਥੇ ਆਪਣੀ ਮਰਜ਼ੀ ਵਾਲੀ ਵੀ ਗੱਲ ਕੋਈ ਨਹੀਂ ਵੀ ਸਾਡੀ ਮਰਜ਼ੀ ਦੇ ਮੁਤਾਬਕ ਗੱਲ, ਮਤਲਬ ਕਿ ਇਹ ਤਾਂ ਇੱਕ ਪੜ੍ਹੀ ਲਿਖੀ ਗੱਲ ਹੈਗੀ ਨਾ ਕਿ ਮਰਜ਼ਈਆਂ ਨਾਲ ਕੁਰਾਨ ਪਾਕ ਦਾ ਤਾਂ ਕੋਈ ਲਿੰਕ ਹੈ ਹੀ ਕੋਈ ਨਹੀਂ ਨਾ। ਉਹ ਤੇ ਮਜਬੂਰੀ ਦੇ ਤਹਿਤ ਜਿਹੜੇ ਲੋਕ ਇਲਮ ਰੱਖਦੇ ਨੇ, ਬਾਮਰੇ ਮਜਬੂਰੀ ਕਿਧਰੇ ਉਹਨਾਂ ਨੂੰ ਗੱਲ ਕਰਨੀ ਪੈ ਜਾਏ, ਓਕੇ, ਉਹਦਾ ਕੋਈ ਮਸਲਾ ਨਹੀਂ ਹੈ। ਲੇਕਿਨ ਇਹ ਸਿਰਫ ਹੀ ਬਸ ਜੀ ਕੁਰਾਨ ਤੋਂ ਗੱਲ ਕਰਨੀ ਆ ਤੇ ਮਰਜ਼ਈਆਂ ਦੀ ਤਹਰੀਫਾਂ ਬਹਿ ਕੇ ਸੁਣਦੇ ਰਹੋ, ਝੂਠ ਮਾਰੀ ਰੱਖਦੇ ਨੇ ਕੁਰਾਨ ਤੇ ਤੁਸੀਂ ਉਹਨਾਂ ਨੂੰ ਅੱਗੋਂ ਦੱਸਦੇ ਰਹੋ ਵੀ ਨਹੀਂ ਇਹ ਗਲਤ ਤਰਜਮਾ ਤੇਰਾ ਤੇ ਮੇਰਾ ਸਹੀ ਹੈ। ਇਹਦੇ ਨਾਲ ਕੀ ਮਰਜ਼ਈਆਂ ਨੂੰ ਅਸਰ ਹੋਣਾ? ਇਹ ਸ਼ਊਰ ਪੈਦਾ ਕਰੋ ਨਾ। ਮੈਂ ਪਿਆ ਕਹਿੰਦਾ 1 ਮਿੰਟ, ਵਾਲੇਕੁਮ ਸਲਾਮ, ਸੌਰੀ, ਮੈਂ ਪਿਆ ਕਹਿਣਾ ਕਿ ਇਹਦੇ ਵਾਸਤੇ ਸਿਰਫ ਔਰ ਸਿਰਫ ਜ਼ਿਆ ਭਾਈ, ਮੈਂ ਕਹਿਣਾ ਕਿ ਇਹਦੇ ਵਾਸਤੇ ਸਿਰਫ ਔਰ ਸਿਰਫ ਆਪਣੀ ਕੌਮ ਵਿੱਚ, ਆਪਣੇ ਭਾਈਆਂ ਵਿੱਚ ਸ਼ਊਰ ਪੈਦਾ ਕਰਨ ਦੀ ਜ਼ਰੂਰਤ ਹੈ ਕਿ ਦੇਖੋ ਮਿਰਜ਼ਾਈਆਂ ਦਾ ਤੇ ਸਾਡਾ ਕੋਈ ਕੁਰਾਨ ਦੀ ਤਫਸੀਰ ਉੱਤੇ ਝਗੜਾ ਨਹੀਂ ਹੈ ਕਿ ਉਹ ਕੋਈ ਤਫਸੀਰ ਪੇ ਕਰਨ, ਕੋਈ ਮਹੀਨਾ ਪੇ ਕਰਨ ਤੇ ਤੁਸੀਂ ਕੋਈ ਹੋਰ ਪੇ ਕਰੋ ਤੇ ਪੇ ਇੱਕ ਦੂਜੇ ਨੂੰ ਕਾਇਲ ਕਰੋ ਨਾ। ਇਹਦਾ ਕੋਈ ਫਾਇਦਾ ਨਹੀਂ ਇਸ ਗੁਫ਼ਤਗੂ ਦਾ, ਕੋਈ ਵੀ ਨਹੀਂ ਸੁਣਨ ਲੱਗਾ। ਅਗਰ ਤੁਸੀਂ ਆਪਣੇ ਮੁਸਲਮਾਨਾਂ ਨੂੰ ਉਹਦੇ ਨਾਲ ਬਿਹਤਰ ਗੱਲ ਕਰਕੇ ਵਹਾਇਆ ਨਾ ਤੇ ਉਹਦੀ ਇਹ ਜਿਹੜੀ ਸੋਚ ਖਤਮ ਹੋ ਜਾਏਗੀ, ਮਰ ਜਾਏਗੀ, ਲੋਕ ਉਹਨੂੰ ਸੁਣਨ ਹੀ ਨਹੀਂ ਜਾਣ ਲੱਗੇ। ਜੋ ਕੁਰਾਨ ਨਾਲ ਮੁਨਾਜ਼ਰਾ ਕਰੇਗਾ ਕੋਈ ਵੀ ਨਹੀਂ ਉਹਦੀ ਪਿੱਛੇ ਮਦਦ ਵਾਸਤੇ ਜਾਏਗਾ ਤੇ ਉਹਨੂੰ ਸੁਣਨ ਵਾਸਤੇ ਜਾਏਗਾ। ਸਾਰੇ ਆਖਣਗੇ ਕਿ ਇਹ ਫਲਾਣਾ ਢੀਂਗਾ ਨਲਾਇਕ ਉੱਥੇ ਜਾ ਕੇ ਐਤਾਂ ਪਿਆ ਪੜ੍ਹਦਾ ਤੇ ਉਹ ਵੀ ਅੱਗੋਂ ਐਤਾਂ ਪਿਆ ਪੜ੍ਹਦੇ ਨੇ ਤੇ ਨਤੀਜਾ ਤਾਂ ਕੁਝ ਵੀ ਨਹੀਂ ਹੈ। ਤੁਸੀਂ ਉਹਨੂੰ ਬਿਹਤਰ ਕਰਕੇ ਵਹਾਓ, ਤੁਸੀਂ ਐਸੇ ਸ਼ਰਾਇਤ ਔਰ ਐਸੇ ਤਰੀਕੇ ਨਾਲ ਗੁਫ਼ਤਗੂ ਕਰਕੇ ਵਹਾਓ ਕਿ ਮਿਰਜ਼ਾਈ ਨੂੰ ਸਾਹਮਣੇ ਬਹਾ ਕੇ ਝੂਠੀਆਂ ਸਾਬਤ ਕਰਕੇ ਵਹਾਓ, ਲੋਕ ਤੁਹਾਨੂੰ ਪਸੰਦ ਕਰਨਗੇ। ਅੱਛਾ ਅਮਰ ਭਾਈ, ਇਹ ਦੱਸੋ, ਸੌਰੀ ਤੁਹਾਡੀ ਗੱਲ ਕੱਟੀਏ, ਸਿਆਲ ਜੰਗ ਵਾਲਾ ਜਿਹੜੇ ਭਾਈ ਨੇ ਇਹ ਤੁਹਾਡੀ ਕੋਈ ਗੱਲ ਮੰਨਦੇ ਨੇ? ਇਹ ਕਿਸੇ ਦੀ ਨਹੀਂ ਮੰਨਦੇ ਭਾਈ ਜੀ। ਯਾਰ ਉਹ ਖੁਦਾ ਦੀ ਕਸਮ, ਇੱਥੇ ਦੇਖੋ ਨਾ ਕਿੰਨੀ ਅੱਛੀ ਗੱਲ ਕਰ ਰਹੇ ਆ, ਹੁਣ ਬੰਦਾ ਕੀ ਕਰੇ ਫਿਰ? ਹੁਣ ਛੱਡ ਦਿਓ। ਮੈਂ ਤੁਹਾਨੂੰ ਆਖਿਆ ਵੀ ਇਹਨਾਂ ਬੰਦਿਆਂ ਨੂੰ ਇੱਕੋ ਹੀ ਇਲਾਜ ਏ, ਇੱਥੇ ਬਰਾੜ ਤੇ ਅਮਨ ਖਾਮੋਸ਼ੀ ਇਖਤਿਆਰ ਕਰੋ, ਉਹਨੂੰ ਚੁੱਕੋ ਨਾ ਬਰਾੜ ਤੇ। ਐਸੇ ਬੰਦੇ ਨੂੰ, ਜਿਹੜਾ ਬੰਦਾ ਤੁਹਾਡੀ ਗੱਲ ਆਖਿਆ ਨਹੀਂ ਨਾ ਮੰਨਦਾ, ਉਹ ਇੱਥੇ ਬਰਾੜ ਤੇ ਆਵੇ, ਉਹਨੂੰ ਬਰਾੜ ਤੇ ਨਾ ਚੁੱਕੋ, ਉਹਨੇ ਆਪਣੀ ਬਰਾੜ ਲਾਈ ਹੋਵੇ ਉਹਦੀ ਬਰਾੜ ਤੇ ਨਾ ਜਾਓ। ਇਹਦੇ ਇਲਾਵਾ ਕੋਈ ਹੱਲ ਨਹੀਂ ਹੈ ਭਾਈ ਜਾਨ। ਤੁਸੀਂ ਨਹੀਂ ਨਹੀਂ ਦੀ ਬਰਾੜ ਤੇ ਉੱਥੇ ਅਮਰ ਭਾਈ ਖੁਦਾ ਦੀ ਕਸਮ ਮਰਜ਼ਈ ਤਮਾਸ਼ਾ ਵੇਖਣ ਦੇ ਨੇ ਉੱਥੇ, ਫੇਰ ਉਹੀ ਗੱਲ ਏ 15 ਦਿਨਾਂ ਬਾਅਦ ਮਿੱਟੀ ਪਾਣੇ ਆ। ਉਹਨਾਂ ਨੂੰ ਬੜੇ ਟੈਕਸਟ ਥੱਲੇ ਲਿਖੇ ਗਏ ਨੇ ਕਿ छोड़ दो इस बात को सुल्तान भाई खुदा के वास्ते। ਅਸਲ ਗੱਲ ਹੈ, ਅਸਲ ਹੈ ਤੁਸੀਂ ਜ਼ਿੰਦਾ ਰੱਖਿਆ ਉਸ ਪ੍ਰੋਗਰਾਮ ਸਾਰੇ ਨੂੰ, ਜਿਹੜੇ ਟੈਕਸਟ ਮੈਸੇਜ ਹਰ ਬੰਦੇ ਨੂੰ ਇਹ ਸ਼ੱਕ ਕਿ ਮੈਂ ਅਸੀਂ ਉਹਨੂੰ ਗੱਲ ਆਖਾਂ ਦਾ ਉਹਦੇ ਚ ਅਸਰ ਹੋਵੇਗਾ, ਉਹ ਉਤਰ ਕੇ ਆ ਜਾਏਗਾ। ਅਸੀਂ ਕਿਉਂ ਘੰਟਾ ਹੋਇਆ ਇੱਥੇ ਬਹਿ ਕੇ ਗੱਲਾਂ ਕਰਨ ਲੱਗੇ ਹਾਂ? ਮੈਂ ਤਾਂ ਫੌਰੀ ਵਾਪਸ ਆ ਗਿਆ 2 ਸਕਿੰਟ। ਆਪਣਾ ਅਬੂ ਬਕਰ ਭਾਈ ਨੇ ਕਿਹਾ ਕਿ ਉੱਥੇ ਤੇ ਮੈਂ ਸਿਰਫ ਗਿਆ ਤੇ ਮੈਂ ਵਾਪਸ ਆ ਗਿਆ। ਤੁਹਾਨੂੰ ਇਹ ਪਤਾ ਹੈ ਪੱਥਰ ਨੇ ਪੱਥਰ, ਮੂਰਖ ਨੂੰ ਕੀ ਪੰਧ ਨਸੀਹਤ, ਪੱਥਰ ਨੂੰ ਕੀ ਪਾਲਾ। ਸਹਿ ਮਣਾ ਦੇ ਸਾਬਣ ਲਾਈਏ ਕੰਬਲ ਫਿਰ ਕਾਲੇ ਦਾ ਕਾਲਾ।
अस्सलाम वालेकुम। ਮਾਸ਼ਾਅੱਲਾ ਪਰ ਭਾਈ ਜਿਹੜੇ ਨਾ ਇਹਨਾਂ ਦੀ ਹਾਇਸ਼ ਕੋਈ ਇੱਟ ਵਾਲਾ ਬਟਨ ਹੋਏ ਟਿਕਟੌਕ 'ਚ ਜਿਹੜੀ ਇੱਥੋਂ ਮਾਰ ਲਈਏ। ਹਾਂ ਜੀ ਜੀ ਨਹੀਂ ਅਲਾਮਾ ਸਾਹਿਬ ਇੱਕ 30 ਸੈਕਿੰਡ ਦੀ ਬਸ ਇਜਾਜ਼ਤ ਚਾਹਾਂਗਾ। ਤੁਸੀਂ ਸਾਰੇ ਮੁਹਤਰਮ ਹੋ। ਵੇਖੋ ਗੱਲ ਹੈ ਵੇ ਕਿ ਹੁਣ ਫੋਰ ਐਗਜ਼ਾਮਪਲ ਤੁਸੀਂ ਕਿਸੇ ਮਰਜ਼ਈ ਦੇ ਨਾਲ ਮਨਾਜ਼ਰਾ ਕਰ ਰਹੇ ਹੋ ਜਾਂ ਜ਼ਿਆ ਭਾਈ ਕਰ ਰਹੇ ਨੇ, ਉਹ ਮਿਰਜ਼ੇ ਦੇ ਉੱਤੇ ਪੜ ਰਿਹਾ ਵੇ, ਇਹਦੇ ਵਿੱਚ ਤੁਸੀਂ ਉਹਦਾ ਰੱਦ ਕਰ ਰਹੇ ਹੋ, ਤੁਸੀਂ ਉਹਨੂੰ ਉਹਦੇ ਉਹ ਹਵਾਲਾਜਾਤ ਵਹਾ ਰਹੇ ਹੋ ਕਿ ਜਿਹੜੇ ਉਹਦੇ ਆਪਣੇ ਦਜਲ ਕੀਤਾ ਹੋਇਆ। ਇਹਦੇ ਵਿੱਚ ਸਾਨੂੰ ਮੁਸਲਮਾਨਾਂ ਨੂੰ ਤੁਹਾਡੇ ਉੱਤੇ ਬਲਾਸਫੇਮੀ ਜਾਂ ਕੋਈ ਐਸੀ ਤਨਕੀਦ ਨਹੀਂ ਕਰਨੀ ਚਾਹੀਦੀ ਕਿ ਜਿਹਦੀ ਵਜ੍ਹਾ ਤੋਂ ਅਸੀਂ ਆਪਸ ਵਿੱਚ ਲੜੀਏ। ਵੇਖੋ ਗੱਲ ਕਰਨ ਦਾ ਮਕਸਦ ਹੈ ਵੇ ਉਹਨਾਂ ਵਾਸਤੇ ਉਹ ਅਫਜ਼ਲ ਹੈ। ਉਹ ਮਿਰਜ਼ਈ ਜਿਹੜੇ ਨੇ, ਮਿਰਜ਼ੇ ਨੂੰ ਨਬੀ ਵੀ ਮੰਨਦੇ ਨੇ, ਮੁਜੱਦਦ ਵੀ ਮੰਨਦੇ ਨੇ, ਰਸੂਲ ਵੀ ਮੰਨਦੇ ਨੇ, ਉਹ ਉਹਨਾਂ ਵਾਸਤੇ ਅਫਜ਼ਲ ਹੈ। ਉਹਨਾਂ ਨੇ ਉਹਦੇ ਉੱਤੇ ਪੜ੍ਹਨਾ ਹੀ ਪੜ੍ਹਨਾ ਹੈ। ਅਗਰ ਕੋਈ ਬੰਦਾ ਸਾਡਾ ਮੁਸਲਮਾਨ ਜਿਹੜਾ ਕਾਬਲ ਨੇ, ਤੁਸੀਂ ਹੋ ਗਏ, ਜ਼ਿਆ ਭਾਈ ਹੋ ਗਏ, ਸਾਹਲ ਭਾਈ ਹੋ ਗਏ, ਫੋਰ ਐਗਜ਼ਾਮਪਲ ਜਿੰਨੇ ਵੀ ਸਾਡੇ ਵੱਡੀਆਂ ਬਰਾਡਾਂ ਚਲਾਉਣ ਵਾਲੇ ਨੇ, ਅਗਰ ਕੋਈ ਬੰਦਾ ਮਨਾਜ਼ਰੇ ਦੇ ਦੌਰਾਨ ਅਗਰ ਉਹ ਪੜ੍ਹਦਾ ਪਿਆ ਤੇ ਅੱਲਾ ਦੀ ਮਿਹਰਬਾਨੀ ਨਾਲ ਕੋਈ ਸਾਡਾ ਈਮਾਨ ਕੋਈ ਐਡਾ ਕਮਜ਼ੋਰ ਨਹੀਂ ਕਿ ਅਸੀਂ ਉਹਦੇ ਉੱਤੇ ਪੜ੍ਹਦੇ ਪਏ ਕਿ ਸਾਨੂੰ ਗੁੱਸਾ ਤੇ ਆਂਦਾ ਵੇ, ਕਿਉਂ ਨਹੀਂ ਆਂਦਾ? ਤੇ ਇਹਦਾ ਇਹ ਮਤਲਬ ਨਹੀਂ ਹੈ ਕਿ ਅਸੀਂ ਆਪਣੇ ਡੰਡਾ ਲੈ ਕੇ ਤੇ ਆਪਣੇ ਫੌਜੀ ਮਾਰਨੇ ਸ਼ੁਰੂ ਕਰ ਦਈਏ। ਇਹ ਵੀ ਗੱਲ ਨਹੀਂ ਅਲੀ ਅਖ ਭਾਈ, ਉਹ ਫੌਜੀ ਤੇ ਆਪਣੇ ਨਹੀਂ ਮਾਰਨੇ ਚਾਹੀਦੇ, ਉਹ ਗੱਲ ਤਾਂ ਤੁਹਾਡੀ ਠੀਕ ਆ, ਉਹ ਲੇਕਿਨ ਇਹ ਪੜਨ ਕਿਉਂ ਭਾਈ? ਜ਼ਿਆ ਭਾਈ ਉਹਨਾਂ ਵਾਸਤੇ ਉਹ ਸਾਡੀ ਕਿਹੜੀ ਵੇਲਣੇ ਚ ਬਾਹ ਆਈ ਆ ਕਿ ਵੀ ਲਾਜ਼ਮੀ ਅਸੀਂ ਮੈਂ ਵੀ ਇਸੇ ਗੱਲ ਦੇ ਉੱਤੇ ਗੱਲ ਕੀਤੀ ਸੀ। ਅਸਲ ਮਸਲਾ ਇਹੀ ਪੇ ਚੱਲਦਾ ਹੈ ਨਾ, ਮਸਲਾ ਹੀ ਇਹ ਪੇ ਚੱਲਦਾ ਹੈ। ਆਮਰ ਭਾਈ ਨੇ ਦੋ ਲਫ਼ਜ਼ਾਂ ਦੇ ਵਿੱਚ ਜਿਹੜੀ ਗੱਲ ਮੁਕਾਈ ਹੈ ਉਹ ਇਹੀ ਗੱਲ ਹੈ ਕਿ ਭਾਈ ਇਹ ਸਾਨੂੰ ਕੀ ਜ਼ਰੂਰਤ ਹੈ। ਔਰ ਅਗਰ ਜਿੰਜੋ ਆਮਰ ਭਾਈ ਨੇ ਅੱਗੇ ਗੱਲ ਕੀਤੀ ਹੈ ਕਿ ਯਾਰ ਅਗਰ ਉਹ ਪੜ੍ਹਦੇ ਨੇ ਨਾ, ਪਰ ਮੈਂ ਖੁਦ ਦੇਖਿਆ, ਮੈਂ ਆਪਣੀ ਅੱਖਾਂ ਦੇ ਨਾਲ, ਹੈ ਨਹੀਂ ਕਿ ਮੂੰਹ ਦੀ ਗੱਲ ਹੈ ਕਿ ਮੈਂ ਇੱਥੇ ਬੈਠਾ, ਮੈਂ ਆਪਣੀ ਲਾਈਵ ਦੇ ਉੱਤੇ ਵੀ ਕਈ ਵਾਰੀ ਇਹ ਗੱਲ ਕੀਤੀ ਹੈ, ਮੈਂ ਖੁਦ ਦੇਖਿਆ ਕਿ ਅਗਰ ਆਪਣੀ ਬਰਾੜ ਲੱਗੀ ਹੈ ਜਾਂ ਸਾਡੇ ਕਿਸੇ ਮੁਸਲਮਾਨ ਦੀ ਬਰਾੜ ਲੱਗੀ ਹੈ, ਫਿਰ ਜਦੋਂ ਉਹਨੇ ਪੜ੍ਹਨ ਦੀ ਜਾਂ ਪੜ੍ਹਿਆ ਜਾਂ ਉਹਨੇ ਪੜ੍ਹਨ ਦੀ ਕੋਸ਼ਿਸ਼ ਕੀਤੀ ਹੈ, ਫਿਰ ਅੱਗੋਂ ਸਾਡੇ ਬੰਦਿਆਂ ਨੇ ਆਪਣਾ ਵੀ ਹੱਕ ਅਦਾ ਕੀਤਾ। ਤੇ ਯਾਰ ਇਹਦੇ ਵਿੱਚ ਇਹ ਨਹੀਂ ਕਿ ਅਸੀਂ ਜਨਾਬ ਅਸੀਂ ਉਹ ਕਿ ਜ਼ਿਆ ਭਾਈ ਵਾਲੀ ਗੱਲ ਕਿ ਜਨਾਬ ਸਾਡੀ ਕਿਹੜੀ ਕੋਈ ਬੇਲਣੇ 'ਚ ਬਾਂਹ ਆਈ ਹੈ ਜਾਂ ਸਾਡੀ ਰੋਟੀ ਨਹੀਂ ਹਜ਼ਮ ਹੁੰਦੀ। ਭਾਈ ਇਸ ਗੱਲ ਨੂੰ, ਇਸ ਮਾਮਲਾਤ ਨੂੰ ਸਮਝੋ। ਉਹ ਤੁਹਾਡੀ ਤੇ ਹੋ ਜਾਂਦੀ ਮਲਕ ਸਾਹਿਬ, ਕਈਆਂ ਦੀ ਨਹੀਂ ਹੁੰਦੀ ਹੈ। ਅਮਰ ਭਾਈ ਅੱਜ ਦਾ ਤੁਹਾਨੂੰ ਵਾਕਿਆ ਪਤਾ ਹੈ ਕਿ 1122 ਤੇ ਕੀ ਪੇਸ਼ ਕਰ ਰਿਹਾ ਤੁਹਾਡੇ ਬਾਰੇ ਚ? ਉਹ ਕਹਿ ਰਿਹਾ ਕਿ ਅੱਜ ਸਾਡਾ ਮਰਦ ਮੁਜਾਹਦ ਅਮਰ ਸਾਹਿਬ ਦੇ ਸਾਹਮਣੇ ਪੜਾ ਅਲੈਹ ਸਲਾਮ ਤੇ ਇਹਨਾਂ ਕੁਛ ਨਹੀਂ ਕੀਤਾ। ਮੈਂ ਤੇ ਉਹਨੂੰ ਆਖਿਆ ਮੈਂ ਤੇ ਕਦੇ ਮਨਾ ਹੀ ਨਹੀਂ ਕੀਤਾ। ਅੱਜ ਤਾਈਂ ਕੋਈ ਦਿਹਾੜਾ ਦੱਸੋ ਜਿਸ ਦਿਨ ਮੈਂ ਮਨਾ ਕੀਤਾ ਹੋਵੇ। ਬੜਾ ਤੀਰ ਮਾਰ ਕੇ ਗਿਆ ਸੀ। ਹਾਂ, ਇੱਕ ਦਿਹਾੜਾ ਦੱਸੋ ਜਿਸ ਦਿਨ ਮੈਂ ਆਪਣੀ ਬਰਾੜ ਤੇ ਐਲਾਨ ਕੀਤਾ ਮੇਰੀ ਬਰਾੜ ਤੇ ਨਹੀਂ ਇਜਾਜ਼ਤ ਹੈ। ਪੜ੍ਹ ਕੇ ਵੇਖੋ, ਰੋਕਣਾ ਹੋਇਆ ਤਾਂ ਰੋਕ ਲੈਂਦੇ, ਜਿਸ ਵੇ ਦਿਲ ਹੋਇਆ ਤੇ ਰੋਕ ਕੇ ਤੁਹਾਨੂੰ ਐਸਾ ਦੱਸਾਂਦੇ ਕਿ ਘਰ ਤਾਂ ਹੀ ਨਾ ਮਗਰ ਗੈਸ ਗਈ ਤਾਂ ਆਖਿਓ ਵਾਲਾ। ਜਿਹਨੇ ਰੋਕਣਾ ਹੋਵੇ ਉਹ ਰੋਕ ਲੈਂਦਾ ਹੈ, ਉਹਦਾ ਤਰੀਕਾ ਮੁਖਤਲਿਫ ਹੋ ਸਕਦਾ ਹੈ, ਲੇਕਿਨ ਕਿਸੇ ਦੇ ਉੱਤੇ ਜਿਹੜੇ ਨੇ ਲਾਣੀਆਂ ਕਦਗਣਾ ਲਾਣੀਆਂ, ਉਹਨੂੰ ਸਮਝਾਉਣਾ ਇਹਦੇ ਤੋਂ ਤਾਂ ਲੜਾਈ ਵੀ ਹੁੰਦੀ ਸਾਰੀ, ਡਿਕਟੇਸ਼ਨਾਂ ਦੇਣ ਨਾਲ ਤੇ ਮਤਾਂ ਦੇਣ ਨਾਲ। ਫਲਾਣੇ ਇੰਜ ਨਾ ਕਰੋ, ਫਲਾਣੇ ਇੰਜ ਕਰੋ। ਉਹ ਯਾਰ ਜਿਸ ਤਰ੍ਹਾਂ ਕਰਦਾ ਉਹਨੂੰ ਕਰ, ਤੁਹਾਨੂੰ ਨਹੀਂ ਪਸੰਦ ਉਹ ਤਾਂ ਪਿੱਛੇ ਹਟ ਜਾਓ ਬਸ। ਇਹਦੇ ਇਲਾਵਾ ਕੱਖ ਨਾ ਕਿਸੇ ਦੇ ਖਿਲਾਫ ਕਰੋ। अस्सलामु अलैकुम वालेकुम अस्सलाम। करो साहिल भाई गल, सॉरी ਤੁਹਾਨੂੰ ਦੋ ਤਿੰਨ ਵਾਰੀ ਮੈਂ ਰੋਕਿਆ। ਇਹ ਲੈ ਸੈਫੀ ਮੈਂ ਤੁਹਾਨੂੰ ਮੁਸ਼ਕਿਲ ਮੂਡ ਕਰਨਾ ਵਾ, ਆਰਾਮ ਕਰ ਮੇਰਾ ਪੁੱਤਰ, ਚੱਲ ਕੇ ਕਰੋ ਗੱਲ ਸਾਹਿਬ। ਲੋ ਜੀ, ਮੇਰੀ ਤਰਫੋਂ ਤੁਸੀਂ ਆਮਿਰ ਭਾਈ ਜਿਹੜਾ ਵੀ ਫੈਸਲਾ ਤੁਹਾਡਾ ਹੋਵੇ ਜਾਂ ਜ਼ਿਆ ਰਸੂਲ ਅਮੀਨੀ ਭਾਈ ਦਾ ਹੋਵੇ, ਸਾਡੀ ਤਰਫੋਂ ਆਮੀਨ। ਦੂਸਰੀ ਗੱਲ ਇਹ ਕਿ ਅਲਹਮਦੁਲਿਲਾ ਟਰਾਈ ਹਮੇਸ਼ਾ ਹੀ ਇਹ ਕਰੀ ਦੀ ਹੈ ਕਿ ਆਪਣੇ ਜਿਹੜੇ ਮੁਜਾਹਿਦੀਨ ਹਤਮ ਨਬੂਵਤ ਨੇ, ਜਿਹੜੇ ਆਪਣੇ ਸੀਨੀਅਰਸ ਨੇ, ਹਰ ਇੱਕ ਦੀ ਇੱਜ਼ਤ ਕਰੀਏ। ਅਤੇ ਕੋਸ਼ਿਸ਼ ਹਮੇਸ਼ਾ ਕਰੀ ਦੀ ਹੈ ਕਿ ਕੋਈ ਅਗਰ ਉਹਨਾਂ ਦੀ ਤਰਫੋਂ ਗੱਲ ਹੋਵੇ ਵੀ ਅਤੇ ਉਹਨੂੰ ਇਗਨੋਰ ਕਰੀਏ, ਹੱਤਲ ਇਮਕਾਨ ਕੋਸ਼ਿਸ਼ ਕਰੀ ਦੀ ਇਗਨੋਰ ਕਰੀਏ। ਅਤੇ ਅਗਰ ਕੋਈ ਐਸੀ ਗੱਲ ਹੋਵੇ ਵੀ ਉਹਦੇ 'ਚ ਕੋਈ ਇਲਮੀ ਗੱਲ ਅਗਰ ਕਿਸੇ ਨੇ ਕੀਤੀ ਹੋਵੇ ਸਾਡੇ 'ਤੇ ਤਨਕੀਦ, ਉਹਦਾ ਜਵਾਬ ਤਾਂ ਦੇ ਦਈਦਾ। ਉਸ ਤੋਂ ਇਲਾਵਾ ਜਿਹੜੀ ਕੋਈ ਪਰਸਨਲ ਹੋਵੇ, ਪੂਰੀ ਕੋਸ਼ਿਸ਼ ਹੁੰਦੀ ਹੈ ਕਿ ਅਵਾਇਡ ਕਰੀਏ, ਅਤੇ ਇੰਸ਼ਾਅੱਲਾ ਅੱਗੋਂ ਵੀ ਅਵਾਇਡ ਕਰਾਂਗੇ। ਬਾਕੀ ਜਿਸ ਤਰ੍ਹਾਂ ਆਮਿਰ ਨਜ਼ੀਰ ਭਾਈ, ਬਾਕੀ ਜ਼ਿਆ ਭਾਈ ਨੇ, ਮੁਫਤੀ ਮੁਬਸ਼ਰ ਸਾਹਿਬ ਨੇ, ਸੈਯਦ ਜ਼ਫਰੁल्लाह शाह ਸਾਹਿਬ ਨੇ, ਜਿਸ ਤਰ੍ਹਾਂ ਵੱਡੇ ਜਿਹੜਾ ਵੀ ਫੈਸਲਾ ਕਰਨ, ਹਮੇਸ਼ਾ 100% ਨਾਲ ਆ ਜਨਾਬ ਤੁਹਾਡੇ।
ਜਜ਼ਾਕੱਲਾ। ਬਸ ਜੀ ਸਾਹਿਲ ਭਾਈ ਜਜ਼ਾਕੱਲਾ, ਤੁਹਾਡਾ ਅੱਗੇ ਹੀ ਸਾਨੂੰ ਮਾਸ਼ਾਅੱਲਾ ਤੁਹਾਡੇ ਤੇ ਕੋਈ ਡਾਊਟ ਨਹੀਂ ਹੈ, ਔਰ ਤੁਸੀਂ ਬਰਾੜ ਵੀ ਬੜੇ ਅੱਛੇ ਤਰੀਕੇ ਨਾਲ ਮਾਸ਼ਾਅੱਲਾ ਮੈਨੇਜ ਕਰ ਰਹੇ ਹੋ। ਅੱਲਾਹ ਤਾਲਾ ਤੁਹਾਨੂੰ ਜਜ਼ਾ ਦੇ ਜੀ। ਐਸੇ ਤਰੀਕੇ ਨਾਲ ਇਕੱਠੇ ਹੀ ਹੋ ਕੇ ਤੇ ਸਾਰੇ ਉਹ ਵੇਖੋ ਹੁਣ ਸਾਹਿਲ ਭਾਈ ਆਪਣੀ ਬਰਾੜ ਲਾਉਂਦੇ ਨੇ, ਠੀਕ ਹੈ, ਕਦੀ ਉਹਨਾਂ ਨੇ ਕਿਸੇ ਨਾਲ ਇਖਤਲਾਫ ਨਹੀਂ ਕੀਤਾ, ਕਿਸੇ ਨੂੰ ਕੋਈ ਗੱਲ ਨਹੀਂ ਉਹਨਾਂ ਨੇ ਕੀਤੀ, ਅੱਛੇ ਤਰੀਕੇ ਨਾਲ ਆਪਣਾ ਪੈਗਾਮ ਦੇ ਰਹੇ ਨੇ ਉੱਥੇ ਬਹਿ ਕੇ, ਤੇ ਖੁਸ਼ੀ ਹੁੰਦੀ ਹੈ ਦੇਖ ਕੇ ਵੀ। ਤੇ ਇਸ ਤਰੀਕੇ ਸਾਰੇ ਭਰਾ ਰਲ ਮਿਲ ਕੇ ਕੰਮ ਕਰੀ ਜਾਓ ਤੇ ਕਿਹੜਾ ਤੁਹਾਨੂੰ ਕੋਈ ਉੱਥੇ ਆਖਰ ਆਉਣ ਲੱਗੀ। ਅੱਛਾ ਜ਼ਿਆ ਭਾਈ, ਇੱਕ ਹੋਰ ਗੱਲ ਹੈ, ਜਿੰਨੇ ਵੀ ਭਾਈ ਬਰਾੜ ਸਪੈਸ਼ਲੀ ਚਲਾਉਂਦੇ ਨੇ ਨਾ, ਜੇ ਕੋਈ ਨਵਾਂ ਬੰਦਾ ਆਉਂਦਾ ਨਾ ਬੜਾ ਮਿੱਠਾ ਮਿੱਠਾ ਬਣ ਕੇ ਤੇ ਜੀ ਹਜ਼ੂਰੀ ਤੇ ਇਹ ਤੇ ਉਹ, ਫਟਾਫਟ ਉਹਨੂੰ ਸਿਰ ਤੇ ਬਾਂਹਣ ਦੀ ਬਜਾਏ ਪਹਿਲੇ ਉਹਨੂੰ ਚੈੱਕ ਕਰ ਲਵੋ ਠੋਕ ਵਜਾ ਕੇ ਕਿ ਇਹ ਬੰਦਾ ਵਾਕਈ ਕੱਲ ਨੂੰ ਸੱਪ ਤੇ ਨਹੀਂ ਕੋਈ ਜਿਹਾ ਡੰਗ ਮਾਰ ਲੇਗਾ ਆ ਕੇ। ਇਸ ਚੀਜ਼ ਤੇ ਵੀ ਗੌਰ ਕਰਿਆ ਕਰੋ। ਨਹੀਂ ਉਹ ਮਸਲਾ ਐਡਾ ਕੋਈ ਨਹੀਂ ਹੈ, ਨਵੇਂ ਕਈ ਨਮੂਨੇ ਆਉਂਦੇ ਨੇ ਤੇ ਉਹ ਅਸੀਂ ਕਿਹੜਾ ਵੀ ਪਹਿਲੇ ਦਿਨ ਹੀ ਉਹਨਾਂ ਨੂੰ ਜਨਾਬ ਉੱਤੇ ਫਰੰਟ ਸੀਟ ਤੇ ਬਿਠਾ ਦੇਣਾ। ਗੱਲਬਾਤ ਕਰੇਗਾ, 4 ਦਿਨ ਕੰਮ ਕਰੇਗਾ ਤੇ ਸਾਰਿਆਂ ਨੂੰ ਪਤਾ ਲੱਗ ਜਾਏਗਾ ਕਿੰਨੇ ਕੁ ਜੋਗਾ ਹੈ ਕੰਮ ਕਰਨ ਵਾਲਾ ਜਾਂ ਕੀ ਚੀਜ਼। ਤੇ ਕਈ ਹੁੰਦੇ ਨੇ ਸੱਪ ਜਿਹੜੇ ਬਾਜ਼ਾਰ ਕੁਛ ਨਾ ਕੁਛ ਅਰਸਾ। ਹਾਂਜੀ ਹਾਂਜੀ, ਕਿਉਂਕਿ ਕੁਝ ਸੱਪ ਵੇਖਣ ਚ ਆਏ ਨੇ ਕਿ ਉਹ ਕਾਫੀ ਹੱਦ ਤੱਕ ਡੈਮੇਜ ਕਰਕੇ ਗਏ ਨੇ, ਖਾਸ ਤੌਰ ਤੇ ਮੁਸਲਮਾਨਾਂ ਨੂੰ ਆਪਸ ਚ ਲੜਾ ਦਿੱਤਾ ਹੈ, ਉਹ ਹਰ ਥਾਂ ਨਜ਼ਰ ਆਉਂਦੇ ਨੇ। ਤੇ ਹਾਂਜੀ ਇਹਦੇ ਸੱਪ ਬਿਲਕੁਲ ਹੈ ਨੇ, ਲੇਕਿਨ ਇਹ ਗੱਲ ਭੁੱਲ ਜੋ, ਠੀਕ ਆ ਵਕਤੀ ਤੌਰ ਤੇ ਜਿਹੜਾ ਵਾ ਨੁਕਸਾਨ ਹੁੰਦਾ ਵਾ, ਲੇਕਿਨ ਇਹ ਅੱਲਾ ਦਾ ਦੀਨ ਹੈ, ਅੱਲਾ ਤੇ ਅੱਲਾ ਦੇ ਰਸੂਲ ਦਾ ਦੀਨ ਆ, ਅੱਲਾ ਦੇ ਪਿਆਰੇ ਮਹਿਬੂਬ ਦਾ ਖਾਸਾ ਖਤਮੇ ਨਬੂਵਤ ਆ, ਉਹਨੂੰ ਕੱਖ ਫਰਕ ਨਹੀਂ ਪੈਣ ਲੱਗਾ ਜਿੰਨੇ ਮਰਜ਼ੀ ਆ ਜਾਣ। ਇਹ ਵਕਤੀ ਤੌਰ ਤੇ ਨੁਕਸਾਨ ਕਰਦੇ ਨੇ, ਕੁਝ ਡੈਮੇਜ ਹੁੰਦਾ, ਮਰਜ਼ੀਆਂ ਨੂੰ ਵਾਹ ਕਰਨ ਦਾ ਮੌਕਾ ਮਿਲਦਾ, ਹੱਸਣ ਦਾ ਮੌਕਾ ਮਿਲਦਾ, ਇਸ ਚੀਜ਼ ਤੋਂ ਤਕਲੀਫ ਹੁੰਦੀ ਹੈ। ਬਾਕੀ ਇਹਨਾਂ ਨੇ ਕੀ ਵਿਗਾੜ ਲੈਣਾ ਜਦੋਂ ਸਾਰੀ ਦੁਨੀਆ ਦੇ ਕਾਫਰ ਰਲ ਕੇ ਅੱਲਾ ਦੇ ਦੀਨ ਦਾ ਕੱਖ ਨਹੀਂ ਵਿਗਾੜ ਸਕੇ, ਇਹ 4 ਟੋਟਰੂਆਂ ਨੇ ਕੀ ਕਰ ਲੈਣਾ। ਲੇਕਿਨ ਉਹ ਜਿਹੜਾ ਨਾ ਵਕਤੀ ਤੌਰ ਤੇ ਜਿਹੜੇ ਮਰਜ਼ੀਆਂ ਨੂੰ ਹੱਸਣ ਦਾ ਤਮਾਸ਼ਾ ਕਰਨ ਦਾ ਜਿਹੜਾ ਮੌਕਾ ਮਿਲਦਾ ਨਾ, ਉਹ ਤੋਂ ਬੜੀ ਤਕਲੀਫ ਹੁੰਦੀ ਹੈ। ਤੇ ਅੱਲਾ ਇਹਨਾਂ ਨੂੰ ਵੀ ਹਦਾਇਤ ਦੇ ਇੰਜ ਦੇ ਜਿਹੜੇ ਉੱਤੋਂ ਕੁਝ ਤੇ ਅੰਦਰੋਂ ਕੁਝ, ਤੇ 4 ਦਿਨ ਬੜੇ ਜਨਾਬ ਡਿਬੇਟਰ ਬਣਨਗੇ ਤੇ ਬੜੇ ਮੁਜਾਹਦ ਬਣਨਗੇ ਤੇ ਐਂਡ ਤੇ ਆ ਕੇ ਡੰਗ ਮਾਰਦੇ ਨੇ ਤੇ ਉਦੋਂ ਫਿਰ। ਲੇਕਿਨ ਉਹ ਹੱਤੁਲ ਇਮਕਾਨ ਜਿਹੜਾ ਉਹਨਾਂ ਨੂੰ ਇਗਨੋਰ ਕਰੀਦਾ ਵਾ, ਵਿੱਚੋਂ ਵਿੱਚ ਪਤਾ ਲੱਗ ਵੀ ਜਾਏ ਨਾ, ਇਗਨੋਰ ਕਰੀਦਾ, ਸਮਝਾਉਣ ਦੀ ਕੋਸ਼ਿਸ਼ ਕਰੀਦੀ ਆ। ਤੇ ਲੇਕਿਨ ਉਹ ਜਿਹੜੇ ਸੱਪ ਹੋਣ ਉਹਨਾਂ ਨੇ ਡੰਗ ਕਿਤੇ ਨਾ ਕਿਤੇ ਮਾਰਨਾ ਹੀ ਹੁੰਦਾ, ਤੇ ਜਦੋਂ ਫਿਰ ਡੰਗ ਮਾਰਦੇ ਆ ਉਦੋਂ ਸਾਰਿਆਂ ਨੂੰ ਪਤਾ ਲੱਗ ਜਾਂਦਾ, ਜਿਹੜੇ ਨਾਲ 4 ਹੁੰਦੇ ਉਹਨਾਂ ਨੂੰ ਪਤਾ ਲੱਗ ਜਾਂਦਾ, ਉਹਨਾਂ ਦੀਆਂ ਅੱਖਾਂ ਖੁੱਲ ਜਾਂਦੀਆਂ ਕਿ ਭਾਈ ਅਸਲ 'ਚ ਤਾਂ ਸੱਪ ਸੀ, ਅਸੀਂ ਜਿਹਦੇ ਮਗਰ ਲੱਗੇ। ਤੇ ਐਸਾ ਐਸਾ ਉਹ ਖੁਦ ਹੀ ਅੱਲਾਹ ਤਾਲਾ ਉਹਨਾਂ ਨੂੰ ਖੁਦ ਹੀ ਗੁਮਨਾਮ ਕਰ ਦਿੰਦਾ। ਜ਼ਿਆ ਸਾਹਿਬ, ਤੁਹਾਡੀ ਇੱਕ ਗੱਲ ਦਾ ਮੈਂ ਬੜਾ ਫੈਨ ਆ, ਉਹ ਤੁਸੀਂ ਹੁਣੇ ਕੀਤੀ ਹੈ ਕਿ ਤੁਸੀਂ ਇਗਨੋਰ ਕਰ ਜਾਂਦੇ ਹੋ ਔਰ ਕਰਨਾ ਜਾਣਦੇ ਹੋ ਬੜੇ ਬੜੇ ਰੋਲਿਆਂ 'ਚ। ਮੈਨੂੰ ਦੱਸੋ ਕਿ ਕੀ ਇਹਦਾ ਕੋਈ ਖਾਸ ਵਿਰਧ ਹੈ, ਕਿਉਂਕਿ ਮੇਰਾ ਇਸ ਟਾਈਮ ਨਾਲ ਦਿਮਾਗ ਖਰਾਬ ਹੋ ਰਿਹਾ ਹੈ ਤੇ ਮੈਨੂੰ ਜਿਹਨੇ ਭੇਜਿਆ ਇਹਨੂੰ ਵੀ ਅੱਲਾ ਹੀ ਪੁੱਛੇਗਾ। ਅਹੀਰ ਭਾਈ, ਮੈਂ ਤਾਂ ਤੁਹਾਨੂੰ ਇੱਕ ਛੋਟੀ ਜਿਹੀ ਗੱਲ ਦੱਸ ਦਿੰਦਾ ਵੀ ਵੇਖੋ, ਇੱਕ ਬੰਦਾ ਜਿਹੜਾ ਨਾ ਉਹ ਕੋਈ ਸ਼ੈਤਾਨੀ ਲੈ ਕੇ ਆਇਆ ਨਾ ਇੱਥੇ ਟਿਕਟੌਕ ਤੇ, ਇੱਥੇ ਵੇਖੋ ਅਸੀਂ ਸਾਹਮਣੇ ਨਹੀਂ ਬੈਠੇ, ਇਹ ਉੱਤੇ ਮਲਕ ਭਾਈ ਬੈਠੇ ਨੇ, ਇਹਨਾਂ ਦੇ ਸਾਹਮਣੇ ਬਹਿ ਕੇ ਅਗਰ ਕੋਈ ਬੰਦਾ ਕੋਈ ਚੂੰ ਚਲਾਕੀ ਕਰੇ ਜਾਂ ਕੋਈ ਮੁਨਾਫਕਤ ਕਰਨ ਦੀ ਕੋਸ਼ਿਸ਼ ਕਰੇ, ਇੱਕ ਚਪੇੜ ਮਾਰ ਦੇਵੇ, ਮੈਂ ਨਾ ਉਹਦੀਆਂ 7 ਨਸਲਾਂ ਵੀ ਮੁੜ ਕੇ ਉਹ ਚੂੰ ਚਲਾਕੀ ਨਹੀਂ ਕਰਨ ਲੱਗੀ ਵੀ ਸਾਹਮਣੇ ਤੇ ਅਸੀਂ ਬੈਠੇ ਨਹੀਂ ਹੈ। ਹੁਣ ਇੱਕ ਬੰਦੇ ਨੇ ਮੁਨਾਫਕਤ ਕਰਨੀ ਆ, ਉਹਨੂੰ ਅਸੀਂ ਸਮਝਾਉਣ ਦੀ ਕੋਸ਼ਿਸ਼ ਕਰਾਂਗੇ, ਉਹਦੇ ਅੰਦਰ ਜੈਲਸੀ ਵੀ ਹੋ ਸਕਦੀ ਆ, ਉਹਦੇ ਅੰਦਰ ਸਾਡੇ ਵਾਸਤੇ ਬੁਗਜ਼ ਹੋ ਸਕਦਾ ਵਾ, ਜਾਂ ਉਹ ਅੰਦਰ ਕਿਸੇ ਹੋਰ ਮਿਸ਼ਨ ਤੇ ਆ, ਉੱਤੋਂ ਕੁਝ ਹੋਰ ਬਣਿਆ ਹੋਇਆ, ਉਹਦੇ ਨਾਲ ਹੋਏਗਾ ਕੀ, ਅਸੀਂ ਉਹਨੂੰ ਗੁੱਸਾ ਕਰਾਂਗੇ, ਉਹ ਵੀ ਅੱਗੋਂ ਜਾ ਕੇ ਬਰਾੜ ਲਾ। ਹੁਣ ਅਸੀਂ ਚਪੇੜ ਤਾਂ ਕੱਢਣ ਮਾਰਨੋਂ ਰਿਹਾ ਟਿਕਟੌਕ ਤੇ, ਮੂੰਹ ਨਾਲ ਹੀ ਆ ਨਾ ਜੋ ਕਰ ਸਕਦੇ, ਉਹ ਬਰਾਡਾਂ ਲਾ ਕੇ ਤਮਾਸ਼ੇ ਕਰੇਗਾ, ਉਹਦੇ ਨਾਲ ਹੋਏਗਾ ਕੀ, ਸਾਡੀ એનર્ਜੀ ਵੇਸਟ ਹੋਏਗੀ, ਸਾਡਾ ਜਿਹੜਾ ਵਾ ਮਾਈਂਡ ਤੇ ਸਾਡਾ ਡਾਇਵਰਟ ਹੋਏਗਾ। ਅਸੀਂ ਜਿਹੜੇ ਕੰਮ ਕਰਨ ਵਾਸਤੇ ਇੱਥੇ ਟਿਕਟੌਕ ਤੇ ਜਾਂ ਸੋਸ਼ਲ ਮੀਡੀਆ ਤੇ ਆਨੇ ਆ, ਅਸੀਂ ਉਹ ਕੰਮ ਕਰਨ ਦੀ ਬਜਾਏ ਉਹਦੇ ਰੋਲੇ 'ਚ ਪਿੱਛੇ ਪੈ ਜਾਾਂਗੇ। ਇੱਕ ਗੱਲ। ਦੂਜੀ ਗੱਲ ਮੇਰੀ ਜ਼ਿਹਨ 'ਚ ਰੱਖਣਾ ਕਿ ਜਦੋਂ ਕੋਈ ਬੰਦਾ ਤੁਹਾਡੇ ਮੁਖਾਲਫਤ ਕਰ ਰਿਹਾ ਜਾਂ ਕੋਈ ਸ਼ੈਤਾਨੀ ਕਰ ਰਿਹਾ ਜਾਂ ਮੁਨਾਫਕਤ ਕਰ ਰਿਹਾ, ਤੁਹਾਨੂੰ ਪਤਾ ਲੱਗ ਰਿਹਾ ਸਾਫ਼, ਉਸ ਬੰਦੇ ਨੂੰ ਅਗਰ ਕ੍ਰਿਟਿਸਾਈਜ਼ ਕਰਨਗੇ, ਉਹਦੇ ਖਿਲਾਫ ਬਰਾਡਾਂ ਲਾਣਗੇ, ਇਹ ਉਹਦੇ ਵਾਸਤੇ ਫਿਊਲ ਆ। ਉਹ ਚਾਹੇਗਾ ਇਹ ਕਿ ਬਈ ਮੇਰੇ ਮਗਰ ਹੀ ਲੱਗੇ ਰਹਿਣ, ਭਾਵੇਂ ਮੈਨੂੰ ਗਾਲਾਂ ਕੱਢੇ ਰਹਿਣ, ਮੇਰੀ ਹਰ ਜਗ੍ਹਾ ਤੇ ਗੱਲ ਹੁੰਦੀ ਰਹੇ। ਤੁਸੀਂ ਅਜ਼ਮਾ ਕੇ ਵੇਖ ਲੈਣਾ, ਜਦੋਂ ਤੁਸੀਂ ਇਹੋ ਜਿਹੇ 100% ਟੋਟਲ ਇਗਨੋਰ ਕਰੋ ਵੀ ਜਿਵੇਂ ਉਹਨੇ ਕੋਈ ਗੱਲ ਕੀਤੀ ਨਹੀਂ। ਮੈਂ ਤੁਹਾਨੂੰ ਤੁਹਾਡੀ ਮਿਸਾਲ ਦੇ ਦਿਆਂ ਅਹੀਰ ਭਾਈ, ਮੈਨੂੰ ਪਤਾ ਵੇ ਮੈਂ ਗੱਲ ਹੀ ਉੱਥੋਂ ਕੀਤੀ ਹੈ। ਹਾਂ, ਮੈਂ ਜਦੋਂ ਆਪਣਾ ਆਕਾ ਦਾ ਗੁਲਾਮ ਚੈਨਲ ਤੇ ਬੈਠਾ ਹੁੰਦਾ ਸੀ ਨਾ, ਤੇ ਆ ਕੇ ਥੱਲੇ ਜਨਾਬ ਉਹਨਾਂ ਨੇ ਕਹਿਣਾ, यार आज जैतून चैनल वाले ने ज़िया भाई आपके बारे में ये बात की है, ਤੇ ਮੈਂ ਉਹ ਇੰਜ ਮਤਲਬ ਕਿ ਗੱਲ ਜਿਵੇਂ ਸੁਣੀ ਨਹੀਂ,
ਤੇ ਜੇ ਉੱਤੇ ਬਰਾੜ ਤੇ ਆ ਕੇ ਕਿਸੇ ਬੰਦੇ ਨੇ ਗੱਲ ਕਰ, ਮੈਂ ਉਹਨੂੰ ਨਹੀਂ ਕਹਿੰਦਾ ਸੀ, ਮੈਂ ਕਿਹਾ ਯਾਰ ਕਰ ਲਈ ਹੋਏਗੀ ਗੱਲ, ਇਹ ਚ ਕੀ ਹੋਇਆ, ਫਿਰ ਕੀ ਹੋਇਆ, ਤੂੰ ਕੀ ਦੱਸਣ ਆਇਆ ਤੇ ਸ਼ਿਕਾਇਤ ਕਾਹਦੀ ਲਾਣ ਆਇਆ? ਉਹ ਦੁਬਾਰਾ ਨਹੀਂ ਸੀ ਕਹਿੰਦਾ। ਇਹ ਸ਼ੁਰੂ ਦੀ ਗੱਲ ਹੈਗੀ, ਬਾਅਦ ਤੋਂ ਤੁਸੀਂ ਸਿਆਣੇ ਹੋ ਗਏ ਸੀ ਮਾਸ਼ਾਅੱਲਾ। ਉਹ ਕੀ ਸੀ, ਜੇ ਮੈਂ ਵੀ ਇੱਧਰ ਬਹਿ ਕੇ ਅੱਛਾ ਅਹੀਰ ਨੇ ਮੇਰੇ ਖਿਲਾਫ ਗੱਲ ਕੀਤੀ, ਉਹਦੀ ਐਸੀ ਦੀ ਤੈਸੀ, ਉਹ ਤੇ ਇੰਜ ਦਾ ਤੇ ਉਹ ਉਂਝ ਦਾ, ਤੇ ਜੇ ਫਰਜ਼ ਕਰੋ ਇੱਕ ਦਿਨ ਤੁਸੀਂ ਕੋਈ ਹਲਕੀ ਜੀ ਸਰਸਰੀ ਕੋਈ ਗੱਲ ਕੀਤੀ ਹੋਏਗੀ, ਤੁਹਾਨੂੰ ਪਤਾ ਸ਼ਿਕਾਇਤਾਂ ਲਾਣੇ ਵਾਲੇ ਤੇ ਜਿਹੜੇ ਇੰਜ ਦੇ ਮੁਨਾਫਕ ਹੁੰਦੇ ਨੇ, ਉਹ ਗੱਲ ਥੋੜੀ ਜਿਹੀ ਹੁੰਦੀ ਤੇ ਬਹੁਤ ਹੀ ਲਾ ਕੇ ਅੱਗੇ ਜਾ ਦੱਸਦੇ ਨੇ। ਜੇ ਤੁਸੀਂ ਫਰਜ਼ ਕਰੋ ਥੋੜੀ ਜਿਹੀ ਐਵੇਂ ਸਰਸਰੀ ਕਿਸੇ ਗੱਲ ਦੇ ਕਿਸੇ ਮੌਕੇ ਦੇ ਮੁਨਾਸਬਤ ਨਾਲ ਕੀਤੀ ਵੀ ਹੋਏਗੀ, ਤੇ ਮੈਂ ਜਦੋਂ ਇੱਥੇ ਬਹਿ ਕੇ ਰੱਦੇ ਅਮਲ ਦੇਗਾ, ਕੱਲ ਨੂੰ ਤੁਸੀਂ ਹੋਰ ਕਰਨੀ, ਉਹ ਸਾਡੀ ਸੁਲ੍ਹਾ ਹੁੰਦੇ ਸਾਲ ਲੱਗ ਜਾਣਾ। ਫਿਰ ਚਲੋ ਆ ਗਏ ਨੇ ਉਹ ਆਪ ਹੀ ਹੁਣ। ਇਹਦਾ ਜਿਹੜਾ ਨਾ ਫਿਰ ਕਿਸੇ ਦੀ ਹਿੰਮਤ, ਇਹਦਾ ਬਿਹਤਰੀਨ ਹੱਲ ਇਹ ਆ ਕਿ ਜੇ ਇਸ ਬੰਦੇ ਨੂੰ ਤੁਸੀਂ ਡੈਮੇਜ ਕਰਨਾ ਨਾ, ਜਿਸ ਬੰਦੇ ਨੂੰ ਤੁਸੀਂ ਚੁੱਪ ਕਰਾਉਣਾ, ਜਿਸ ਬੰਦੇ ਨੂੰ ਰੋਕਣਾ ਤੁਸੀਂ ਚਾਹੁੰਦੇ ਹੋ ਕਿ ਮੁਨਾਫਕਤ ਜਾਂ ਘਟੀਆ ਕੰਮ ਨਾ ਕਰੇ, ਉਹ ਬੰਦੇ ਨੂੰ ਇੰਨਾ ਇਗਨੋਰ ਕਰੋ ਕਿ ਜਿਸ ਤਰੀਕੇ ਉਹ ਹੈ ਹੀ ਨਹੀਂ ਦੁਨੀਆ ਤੇ। ਬਸ ਠੀਕ ਹੈ, ਫਿਰ ਜਿਹੜਾ ਕੰਮ ਹੋ ਰਿਹਾ ਹੁਣ ਸਮਝ ਤੇ ਸਾਰੇ ਗਏ ਹੋਣਗੇ ਉਹ ਕਿੱਥੇ ਹੋ ਰਿਹਾ, ਤੇ ਉਹਦਾ ਗੁੱਸਾ ਫਿਰ ਹੁਣ ਜਿਹੜਾ ਨਾ ਅੱਜ ਮੈਂ ਮਿਰਜ਼ੇ ਤੇ ਹੀ ਕੱਢਣਾ, ਜੇ ਤੁਹਾਡੀ ਬਰਾੜ ਤੋਂ ਉੱਠ ਕੇ ਥੋੜੀ ਦੇਰ ਤੱਕ, ਇਹੀ ਬਿਹਤਰੀਨ ਹੱਲ ਹੈ ਕਿ ਜਿੰਨਾ ਉਹਨੇ ਚੜਾਇਆ ਨਾ ਉਹ ਮੈਂ ਮਿਰਜ਼ੇ ਤੇ ਜਾ ਕੇ ਮੂੰਦਾ ਕਰ ਦੇਣਾ। ਅੱਲਾ ਅੱਲਾ ਖੈਰ ਸਾਲਾ ਜਿੰਨਾ ਹੋ ਰਿਹਾ ਹੁਣੇ ਮਰਵਾਨ ਆਣਾ ਮਰਜ਼ਾਈਆਂ ਦਾ ਮੁੰਡਾ, ਸਭ ਟੁੱਟ ਜਾਣਾ। नहीं वो आगे ने ਹੁਣ ਜਵਾਨ औरतों के छूने से ए जेड़ा पोस्टर लगा है, जवान औरतों के छूने से परहेज ना करने वाला शख्स कैसा शख्स होता है, वो आप ही आगे ने ਹੁਣ ਰਾਜਾ ਸਾਹਿਬ ਦਾ ਨਾਂ ਨਾ ਲਿਆ ਜੀ, ਤੁਹਾਡੀ ਮਿਹਰਬਾਨੀ। ਅਲੀ ਹੱਕ ਹੁੰਦਾ ਹੈ, ਉਹ ਡਾਕਟਰ ਹੁੰਦਾ ਜੇ, ਉਹ ਹੱਡੀ ਜੋੜ ਵੀ ਹੋ ਸਕਦਾ ਹੈ। ਅੱਛਾ ਇਹ ਮਰਜ਼ਈਆ ਨੇ ਅੱਜ ਕੀ ਕੀਤਾ? ਅੱਲਾ ਬੋਲਤਾ ਨੇ ਰਸਨੀ ਦੀ ਬਰੋੜ ਤੇ। ਬਸ ਰਾਜਾ ਸਾਹਿਬ ਉਹੀ ਤੇ ਇਸ਼ਾਰਿਆਂ 'ਚ ਗੱਲ ਹੋ ਰਹੀ ਹੈ ਹੁਣ ਨਾ, ਬਸ ਛੱਡੋ ਪਰੇ ਮਿੱਟੀ। ਔਰ ਰਾਜਾ ਸਾਹਿਬ ਉਹ ਫਿਰ ਆਪਣੇ ਬੰਦੇ ਨੇ ਹੱਲਾ ਬੁਲਵਾਇਆ, ਇਹਨਾਂ ਨੂੰ ਬੁਲਵਾ ਲੈਣ ਦਿਓ, ਉਹਨੂੰ ਕਰ ਲੈਣ ਦਿਓ, ਰਾਂਝਾ ਰਾਜ਼ੀ ਆਪਣਾ। ਵੇਖਨੇ ਆ ਨਾ ਤੇਲ ਦੀ ਧਾਰ ਕਿੰਨੀ ਕੁ ਰਾਜਾ ਸਾਹਿਬ ਕਿੰਨੀ ਦੇਰ ਚੱਲਦੀ ਹੈ, ਕਿੰਨੇ ਮਹੀਨੇ ਚੱਲਦੀ ਹੈ, ਕੀ ਹੁੰਦਾ ਵੇਖਨੇ ਆ ਫਿਰ ਹੌਲੀ ਹੌਲੀ। ਵੇਖ ਤੇ ਰਹੇ ਆ, ਬਰਦਾਸ਼ਤ ਕਰ ਰਹੇ ਆ ਸਾਰਾ ਕੁਛ। ਭਾਈ ਮਹੀਨੇ ਤੁਸੀਂ ਜ਼ਿਆਦਾ ਕਹਿ ਰਹੇ। ਇਹ ਸਾਰਾ ਪਤਾ ਕੀ ਹੋ ਰਿਹਾ? ਇਹ ਸਾਰਾ ਇਹ ਹੋ ਰਿਹਾ ਕਿ ਆਮਰ ਨਜ਼ੀਰ ਸਾਹਿਬ ਕੋਲ ਉੱਥੋਂ ਉਸ ਬਰੋੜ ਤੋਂ ਕਿਸੇ ਤਰੀਕੇ ਨਾਲ ਹਟਾਇਆ ਜਾਏ, ਹੋਰ ਕੁਛ ਵੀ। ਕੀ ਹੋਇਆ ਰਾਜਾ ਸਾਹਿਬ, ਕੀ ਫਰਮਾਇਆ ਜੇ? ਮੈਂ ਕਿਹਾ ਕਿ ਤੁਸੀਂ ਉੱਥੇ ਜਾ ਕੇ ਜਿਹੜਾ ਮਰਜ਼ਈਆਂ ਦੀ ਸਖਤੀ ਆਂਦੀ ਸੀ ਨਾ, ਉਸ ਦੀ ਵਜ੍ਹਾ ਤੋਂ ਅੱਜ ਇਹ ਸਾਰਾ ਪਲਾਨਿੰਗ ਨਾਲ ਰਾਜਾ ਤਾਲਮਨਾਨ ਤੇ ਬੜਾਇਜ ਤੇ ਸਾਰੇ ਇੱਕ ਕੱਲ੍ਹ ਦੀ ਗੱਲ ਸ਼ੁਰੂ ਹੈ ਤੇ ਪਲਾਨਿੰਗ ਸ਼ੁਰੂ ਹੋਈ ਹੈ। ਤੇ ਆਮਰ ਭਈਆ ਜਿਹੜਾ ਕੰਮ ਸ਼ੁਰੂ ਹੋਇਆ ਸੀ ਨਾ, ਇਹ ਕੰਮ ਮੈਂ ਆਪਣੀ ਲਾਈਵ ਦੇ ਉੱਤੇ ਇਹ ਗੱਲ ਕੀਤੀ ਸੀ ਕਿ ਅਖੀਰ ਭਾਈ ਦੀ ਲਾਈਵ ਦੇ ਉੱਤੇ ਇੰਟਰਵਿਊ ਦਿੱਤਾ ਗਿਆ ਸੀ ਜਮਾਤ ਅਹਿਮਦੀਆ ਦੀ ਔਰਤ ਦੀ ਤਰਫੋਂ ਨਾ, ਠੀਕ ਹੈ। ਤੇ ਇਹ ਮੈਂ ਉਦੋਂ ਹੀ ਗੱਲ ਕਰ ਦਿੱਤੀ, ਮੈਂ ਕਿਹਾ ਮਰਜ਼ਈਆਂ ਨੇ ਕੋਈ ਐਸਾ ਕੰਮ ਜ਼ਰੂਰ ਕਰਨਾ ਹੈ ਜਿਸ ਕੰਮ ਦੇ ਵਿੱਚ ਇਹਨਾਂ ਨੇ ਨਾ ਲੈਵਲ ਕਰਨੀ ਹੈ ਗੇਮ ਨੂੰ ਨਾ, ਕਿਉਂਕਿ ਯੂਰਪ ਦੇ ਵਿੱਚ ਖਾਸ ਕਰਕੇ ਜਰਮਨ ਦੇ ਵਿੱਚ ਜਿਹੜਾ ਨਾ ਇਹਨਾਂ ਬੰਦਿਆਂ ਦੀ ਏਜੰਸੀਆਂ ਦੇ ਵਿੱਚ ਉਹ ਤਮਾਮ ਜਿਹੜੀਆਂ ਨੇ ਉਹ ਚੀਜ਼ਾਂ ਪਹੁੰਚ ਰਹੀਆਂ ਨੇ, ਤੇ ਇਹਨਾਂ ਦੇ ਕਈ ਕਾਦੀਆਨੀ ਜਿਹੜੇ ਇਹਨਾਂ ਨੇ ਡਿਪੋਰਟ ਹੋਏ ਨੇ ਇੱਥੋਂ ਵੀ। ਤੇ ਉਹ ਮੈਂ ਆਪਣੀ ਲਾਈਵ ਦੇ ਉੱਤੇ ਵੀ ਇਹ ਗੱਲ ਕੀਤੀ ਸੀ ਕਿ ਯਾਰ ਇਹਨਾਂ ਨੇ ਨਾ ਲੈਵਲ ਜ਼ਰੂਰ ਕਰਨਾ ਹੈ। ਤੇ ਇਹ ਕੱਲ੍ਹ ਦੀ ਲਾਈਵ ਤੇ ਜਿਹੜੀ ਅਖੀਰ ਭਾਈ ਹੁਣ ਪੇ ਗੱਲ ਕਰਦੇ ਨੇ ਨਾ, ਉਹ ਲਾਈਵ ਲੈਵਲ ਦੇ ਉੱਤੇ ਜਾ ਰਹੀ ਹੈ। ਸਿਰਫ ਮਕਸਦ ਹੈ ਵੇ, ਔਰ ਗੱਲ ਹੀ ਹੈ ਵੇ, ਮੈਂ ਨਾਮ ਨਹੀਂ ਕਿਸੇ ਦਾ ਲੈਂਦਾ ਔਰ ਬਿਹਤਰ ਵੀ ਨਹੀਂ ਹੈਗਾ ਹੈ, ਕਿਉਂਕਿ ਉਹ ਜਿਵੇਂ ਤੁਸੀਂ ਕਿਹਾ ਕਿ ਜੀ ਅਗਲੇ ਬੰਦੇ ਨੂੰ ਉਹ ਦੇਣਾ ਹੁੰਦਾ ਵੇ ਕਿ ਜਨਾਬ ਇਹ ਬੰਦਾ ਇਹ ਚੀਜ਼ ਹੈ, ਤੇ ਉਸ ਵਜ੍ਹਾ ਤੋਂ ਬਿਹਤਰ ਹੈ ਵੇ ਕਿ ਉਸ ਬੰਦੇ ਨੇ ਜਿਹੜਾ ਕੰਮ ਕਰਨਾ ਸੀ ਨਾ ਉਹ ਕਰ ਚੁੱਕਿਆ ਦਾ, ਔਰ ਸਭ ਦੇ ਸਾਹਮਣੇ ਵਾਜ਼ਿਆ ਹੋ ਗਿਆ ਦਾ। ਤੇ ਸਾਨੂੰ ਜਿਹੜਾ ਹੈ ਨਾ ਉਸ ਬੰਦੇ ਨੂੰ ਆਪਣੀਆਂ ਬਰਾਡਾਂ ਤੋਂ ਜਿਹੜਾ ਨਾ ਕੱਟ ਆਫ ਕਰਨਾ ਚਾਹੀਦਾ, ਜੋ ਕਰਦਾ ਇਕੱਲਾ ਕਰਦਾ ਫਿਰੇ, ਠੀਕ ਹੈ ਜੀ। ਔਰ ਸਭ ਨੂੰ ਪਤਾ ਲੱਗ ਗਿਆ ਦਾ ਕੀ ਮਾਮਲਾਤ ਨੇ। ਤੇ ਇਹ ਉਹ ਵਾਲੀ ਜਿਹੜਾ ਕੰਮ ਹੋਇਆ ਸੀ ਨਾ, ਜਿਹੜਾ ਇੰਟਰਵਿਊ ਹੋਇਆ ਸੀ, ਇਹ ਉਹਦਾ ਯਾਨੀ ਕਿ ਮੁਤਬਾਦਲ ਹੈ ਕੰਮ ਹੋ ਰਿਹਾ ਕਿ ਸਾਡੇ ਕੋਲ ਵੀ ਇਹ ਚੀਜ਼ਾਂ ਆਉਣ। ਔਰ ਜਿਹੜੀ ਰਾਤੀ ਇੱਕ ਲਾਈਵ ਲੱਗੀ ਦੀ ਸੀ ਨਾ ਕਾਦੀਆਨੀ ਦੀ, ਉਸ ਕਾਦੀਆਨੀ ਦੀ ਲਾਈਵ ਦੇ ਉੱਤੇ ਜਿਹੜੀਆਂ ਗੱਲਾਂ ਚੱਲ ਰਹੀਆਂ ਸੀ ਉਹ ਠੀਕ ਉਹੀ ਇੰਟਰਵਿਊ ਦੇ ਵਿੱਚੋਂ ਜਿਹੜੇ ਸਵਾਲ ਸਨ ਨਾ, ਕਿਉਂਕਿ ਮੈਂ ਥੱਲੇ ਬਹਿ ਕੇ ਸੁਣਦਾ ਰਿਹਾ ਵਾਂ, ਉਹ ਸੇਮ ਉਹੀ ਸਵਾਲ ਪੁੱਛੇ ਜਾ ਰਹੇ ਸਨ, ਸੇਮ ਕਿ ਆਇਆ ਇਹ ਕੰਮ ਹੈ, ਆਇਆ ਉਹ ਕੰਮ ਹੈ, ਕੀ ਜੀ ਰਿਕਾਰਡਿੰਗ ਕਿ ਜੀ ਦੇਖੋ ਜੀ ਅਸੀਂ ਸਾਡੇ ਆ ਹੋਇਆ ਤੇ ਦੇਖੋ ਜੀ ਇਹ ਵੀ ਤੇ ਉਹੀ ਕਰਦੇ ਪਏ ਨੇ, ਇਹ ਬੰਦਾ ਜਿਹੜਾ ਵੇ ਇਹ ਵੀ ਤਾਂ ਮੁਸਲਮਾਨ ਹੈ, ਇਹ ਮਾਮਲਾ ਚੱਲਦੇ ਪਏ ਨੇ।
ਚਲੋ ਦੇਖੋ ਆਪਣਾ ਮਲਕ ਭਾਈ, ਸਾਰੀ ਮੇਨ ਗੱਲ ਤੇ ਇਹ ਹੀ ਹੈ ਨਾ, ਛੋਟੇ ਮੋਟੇ ਸ਼ਿਕਾਰ ਛੱਡੋ, ਮੇਨ ਗੱਲ ਇਹ ਹੀ ਹੈ ਕਿ ਮਿਰਜ਼ਾ ਬਚਾਣਾ ਹੈ ਨਾ, ਲੈ ਫਿਰ ਬਚਾ ਕੇ ਵਿਖਾਓ ਇਹਨਾਂ ਨੂੰ ਕੋ। ਨਹੀਂ ਇਹ ਸੌਰੀ ਇੱਕ ਮਿੰਟ ਸਿਰਫ। ਵੈਸੇ ਸਾਹਿਲ ਸਾਹਿਬ ਨੇ ਉਹ ਕੁੱਤੀ ਬੜੀ ਨਵਾਈ ਹੈ ਮਿਰਜ਼ੇ ਦੀ ਉੱਥੇ ਉਸਨੇ ਦੀ ਬਰੋਡ ਤੇ ਜੀ। ਕੁੱਤੀ ਤੇ ਸਾਰੇ ਹੀ ਮਾਸ਼ਾਅੱਲਾ ਸਾਰੇ ਹੀ ਭਾਈ ਨਵਾਉਂਦੇ ਨੇ। ਉਹ ਮੇਰੇ ਬਸ ਠੀਕ ਹੈ, ਮੇਰਾ ਦਿਮਾਗ ਯਕੀਨ ਕਰੋ ਇਸ ਟਾਈਮ ਬਹੁਤ ਤਪਿਆ ਹੋਇਆ, ਲੇਕਿਨ ਨਾ ਜ਼ਿਆਰ ਰਸੂਲ ਦੀ ਗੱਲ ਮੇਰੇ ਦਿਮਾਗ 'ਚ ਘੁੰਮ ਰਹੀ ਹੈ ਕਿ ਉਹ ਬਚਪਨ 'ਚ ਮੂਵੀਆਂ ਵੇਖਦੇ ਸਨ ਨਾ, ਤੇ ਉਹ ਜਦੋਂ ਕੋਈ ਜਿੰਨ ਭੂਤ ਆਂਦਾ ਸੀ ਨਾ, ਤੇ ਉਹ ਇੱਕ ਸਿਆਣਾ ਬਾਬਾ ਦੱਸਦਾ ਸੀ ਕਿ ਬਈ ਇਹ ਤੁਹਾਡੇ ਖੌਫ ਪੇ ਇਸਕੋ ਖੁਰਾਕ ਮਿਲਤੀ ਹੈ। ਤਾਂ ਉਹ ਕੁਝ ਲੋਕਾਂ ਨੂੰ ਅਟੈਂਸ਼ਨ ਦੀ ਖੁਰਾਕ ਮਿਲਦੀ ਹੈ ਕਿ ਬਸ ਜ਼ਿਕਰੇ ਖੈਰ ਸਾਡਾ ਹੁੰਦਾ ਰਵੇ, ਉਹ ਤੇ ਨਹੀਂ। ਲੇਕਿਨ ਉਹਨੇ ਜੋ ਹੋਇਆ ਨਾ, ਇਹ ਆਪਣਾ ਸਕਲ ਕ੍ਰਸ਼ਰ ਸਾਹਿਬ ਤੁਸੀਂ ਵਿਹਲੇ ਹੀ ਹੋ। ਮਿਰਜ਼ਾ ਪਣਵਾਣਾ ਜੇ ਤੇ ਵਿਹਲੇ ਹੀ ਜੇ ਮੈਂ। ਬਸ ਉਹ ਇੱਥੇ ਅਲਾਮਾ ਸਾਹਿਬ ਦਾ ਮੈਂ ਬੜਾ ਇਹਤਰਾਮ ਕਰਨਾ, ਉਹ ਉਹਨਾਂ ਖੁੱਲ ਕੇ ਮੈਂ ਪੌਣ ਨਹੀਂ ਪਾਵਾਂਗਾ ਕਰਨੇ ਇਸ ਬਾਰੇ ਨਾ। ਨਹੀਂ ਜ਼ਰੂਰ ਇਤਨੇ ਕੀ ਤੇ ਪੁੱਛ। ਨਹੀਂ ਅਲਾਮਾ ਸਾਹਿਬ ਦਾ ਕੋਈ ਮਸਲਾ ਨਹੀਂ ਹੈ। ਮਿਰਜ਼ਾ ਜਿੱਥੇ ਵੀ ਟੰਗਣਾ ਖੁੱਲ ਕੇ ਟੰਗੋ। ਮਿਰਜ਼ਾ ਟੰਗਣ ਦੇ ਵਿੱਚ ਕੰਜੂਸੀ ਨਹੀਂ ਹੋਣੀ ਚਾਹੀਦੀ, ਬਾਕੀ ਤਾਂ ਕੰਜੂਸੀ ਚੱਲ ਜਾਂਦੀ ਹਰ ਮਾਮਲੇ 'ਚ। ਮਿਰਜ਼ਾ 24 ਘੰਟੇ ਟੰਗਿਆ ਰਹੇ, ਮਰਜ਼ਈਆਂ ਨੂੰ ਸਾਹ ਹੀ ਨਾ ਆਵੇ ਕੋਈ ਹੋਰ ਮੁਨਾਫਕਤ ਤੇ ਕੋਈ ਹੋਰ ਪ੍ਰੋਪੇਗੈਂਡਾ ਕਰਨ ਦਾ। ਉਹ ਵਿਚਾਰੇ ਆ ਮਿਰਜ਼ੇ ਦੇ ਪਿੱਛੇ ਨੱਸੇ ਰਹਿਣ ਵੀ ਆ, ਕਿੱਦਾਂ ਹੁਣ ਇਹਦਾ ਕੀ ਜਵਾਬ ਦੇਈਏ ਤੇ ਇਹਦਾ ਕੀ ਦਈਏ। ਉਹ ਜਦੋਂ ਅਸੀਂ ਆਪਸ ਦੇ ਰੌਲਿਆਂ 'ਚ ਪੈ ਜਾਂਦੇ ਆ, ਉਹ ਚਾਹੁੰਦੇ ਹੀ ਇਹ ਨੇ, ਉਹ ਹੋਰ ਹਵਾ ਦਿੰਦੇ ਨੇ, ਹੋਰ ਸ਼ੈਤਾਨੀਆਂ ਕਰਦੇ ਨੇ। 24 ਘੰਟੇ ਟੰਗੀ ਰੱਖੋ ਮਿਰਜ਼ੇ ਨੂੰ, ਟੰਗੀ ਰੱਖੋ। ਕਿੰਨੀ ਕੁ ਦੇਰ ਇਹ ਪ੍ਰੋਪੇਗੈਂਡਾ ਕਰਕੇ ਸਾਡਾ ਮਾਈਂਡ ਡਿਵਰਟ ਕਰਨ ਦੀ ਕੋਸ਼ਿਸ਼ ਕਰਨਗੇ। ਅੱਕ ਕੇ ਇਹਨਾਂ ਨੂੰ ਫਿਰ ਮਿਰਜ਼ਾ ਬਚਾਉਣ ਵਾਸਤੇ ਅੱਗੇ ਆਉਣਾ ਪੈਣਾ। ਬਸ ਸਾਰੀ ਰੰਗਬਾਜ਼ੀ ਹੋ ਤੇ ਇਸੇ ਚੱਕਰ 'ਚ ਹੀ ਰਹੀ ਹੈ ਨਾ ਮੌਲਵੀ ਜ਼ਾਰ ਰਸੂਲ। ਹੁਣ ਤੂੰ ਤੇ ਸਮਝਦਾਰ ਆਦਮੀ, ਤੈਨੂੰ ਪਤਾ ਤਵੱਜਾ ਹਟਾਓ ਮਿਸ਼ਨ ਹੈ ਨਾ। ਉਹ ਜਦੋਂ ਉਹ ਕੰਮ ਪਾਣਾ ਹੁੰਦਾ ਨਾ, ਉਹ ਕਿਸੇ ਮੁਲਕ ਨੇ ਦੂਏ ਪਾਸੇ ਕੋਈ ਕੰਮ ਪਾਣਾ ਹੁੰਦਾ ਨਾ, ਇਹ ਬੜਾ ਪੋਲਿਟਿਕਸ 'ਚ ਤਰੀਕਾ ਹੈ ਕਿ ਉਹ ਹਲਕਾ ਜਿਹਾ ਸ਼ੋਸ਼ਾ ਛੱਡ ਕੇ ਉਧਰੋਂ ਕੋਈ ਜਨਾਬ ਉਹ ਜੀ ਉਹ ਉਧਰੋਂ ਜੀ ਉਹ ਮੀਰਾ ਦੀ ਵੀਡੀਓ ਆ ਗਈ ਜੀ ਇੱਕ ਸੋਸ਼ਲ ਮੀਡੀਆ ਤੇ, ਸਾਰੇ ਲੱਗ ਜਾਓ ਤੇ ਅਸਲ ਕੰਮ ਪਾ ਦਿਓ। ਇਹ ਅਮਰ ਨਜ਼ੀਰ ਨੂੰ ਫਰਾਣੇ ਦੀ ਬਰਾੜ ਤੋਂ ਹਟਾ ਦਿਓ, ਉੱਥੇ ਨਾ ਬਵੇ। ਇਹ ਜਨਾਬ ਅਮਰ ਨਜ਼ੀਰ ਨਾਲ ਡਿਬੇਟ ਨਹੀਂ ਕਰਨੀ, ਤੇ ਇਹ ਜਨਾਬ ਇਹ ਬੰਦੇ ਬਲੈਕ ਲਿਸਟ ਹੋ ਗਏ ਨੇ, ਇਹ ਜੀ ਬਰਾਡਾਂ ਤੇ ਸਾਡੀਆਂ ਤੇ ਨਾ ਆਣ, ਇਹ ਜਨਾਬ ਇਹਨਾਂ ਨੂੰ ਲੜਾ ਦਿਓ, ਇਹ ਕੋਈ ਸ਼ੋਸ਼ਾ ਛੱਡ ਦਿਓ, ਵਿੱਚੋਂ ਕੋਈ ਆਪਣਾ ਬੰਦਾ ਲਾਂਚ ਕਰ ਦਿਓ, ਮੁਸਲਮਾਨ ਬਣ ਕੇ ਇਹਨਾਂ ਦੇ ਵਿੱਚ ਤੇ ਫਰਕ। ਇਹ ਕਾਹਦੇ ਵਾਸਤੇ ਆ? ਸਿਰਫ ਮਿਰਜ਼ਾ ਬਚਾਉਣ ਵਾਸਤੇ ਬਸ। ਤੁਸੀਂ ਮਿਰਜ਼ਾ ਫੜ ਕੇ ਲੰਮਿਆਂ ਪਾ ਦਿਓ, ਇਹਨਾਂ ਨੂੰ ਸਾਰਿਆਂ ਆਪਣੇ ਸ਼ੈਤਾਨੀਆਂ ਭੁੱਲ ਜਾਣੀਆਂ। ਨਹੀਂ ਮਿਰਜ਼ਾ ਤੇ ਸਾਈਡ ਹੋ ਨਹੀਂ ਨਾ ਸਕਦਾ ਵੀ। ਦੇਖੋ ਸਬਜੈਕਟ ਮੈਟਰ ਹੈ ਤੇ ਉਹਨੂੰ ਕਿਸ ਤਰ੍ਹਾਂ ਛੱਡੀਏ? ਦੱਸੋ ਫਿਰ, जवान औरतों के छूने से परहेज ना करने वाला शख्स कैसा होता है? मिर्जा गुलाम कादियानी जैसा। अच्छा ਪੁੱਛੋ ਕੋਈ ਸਵਾਲ ਤੁਹਾਨੂੰ ਦੇਣੇ ਆ ਮੁxtਲਿਫ ਜਵਾਬ, ਪੁੱਛੋ ਫਿਰ ਪੁੱਛੋ ਦੁਬਾਰਾ ਪੁੱਛੋ। ਤੇ ਇਹ ਕਿਉਂ ਇਹਨਾਂ ਨੇ ਪੋਸਟਰ ਲਾਇਆ ਹੋਇਆ ਮਿਰਜ਼ਾ ਗੁਲਾਮ ਕਾਦੀਆਨੀ ਜਵਾਨ ਔਰਤਾਂ ਨੂੰ ਕੀ ਹੱਥ ਲਾਉਂਦਾ ਸੀ, ਕੀ ਕਰਦਾ ਸੀ? ਹਾਂਜੀ ਜੀ ਸਕਾਲ ਸਾਹਿਬ ਤੁਹਾਡੀ ਵਾਰੀ। नहीं सवाल दोबारा पूछो ना अजीजा अपना ज़िया भाई। ये अमन नज़ीर भाई ने ये जो पोस्टर लगाया हुआ है, इनका इशारा जो है मिर्जा गुलाम कादियानी की तरफ है, तो आपको क्या लगता है कि मिर्जा जो है वो जवान औरतों को हाथ लगाता था? नहीं, क्या फायदा भी खाली हाथ लाने दा, बस वो खाली हाथ तक ही था। नहीं, वो एक रवायत इन्होंने लिखी हुई है भी वो एक औरत सी ते मिर्जा गुलाम कादियानी दे कमरे चों नंगी फड़ी गई सी, ਤੇ ਉਹ ਇੱਕ ਮੁਲਾਜ਼ਮਾ ਸੀ, ਉਹ ਅੰਦਰ ਨੰਗੀ ਸੀ ਮਿਰਜ਼ੇ ਦੇ ਕੋਲ, ਤੇ ਇੱਕ ਉੱਤੋਂ ਹੋਰ ਮੁਲਾਜ਼ਮਾ ਚਲੀ ਗਈ। ਉਹਨੂੰ ਲੱਗਦਾ ਸਾੜਾ ਮੱਚਿਆ ਵੀ ਆਈ ਮੈਂ ਸੀ, ਤੇ ਇਹਨਾਂ ਨੇ ਉਧਰ ਲਾਈਨ ਸਿੱਧੀ ਕੀਤੀ ਆ। ਉਹ ਫਿਰ ਉੱਥੇ ਉਹਨੇ ਵੇਖਿਆ ਅੰਦਰ ਹਿਸਾਬ ਕਿਤਾਬ, ਉਹ ਬਿਲਕੁਲ ਨੰਗੀ, ਤੇ ਉਹ ਅੰਦਰ ਪਤਾ ਨਹੀਂ ਕੀ ਇਹਨਾਂ ਦੇ ਆਪਸ 'ਚ ਗੇਮ ਪਾਈ ਆ ਕਿ ਬਾਹਰ ਆ ਕੇ ਉਹਨੇ ਕਿਹਾ ਜੀ ਉਹ ਤੇ ਅੰਦਰ ਬਹਿ ਕੇ ਨਹਾ ਰਹੀ ਸੀ। ਉਹ ਕਮਰੇ ਦੇ ਵਿੱਚ ਕਿਹੜਾ ਨਹਾਣ ਹੁੰਦਾ ਬਈ ਨੰਗੀ ਬਹਿ ਕੇ? नहीं तो ज़िया भाई मंजिल मकसूद तक ते पहुंचे ही नहीं ना, पहुंच ही नहीं ना होया वो। ਅਲੀ ਭਾਈ ਵੇਖੋ ਪੁਰਾਣਾ ਜ਼ਮਾਨਾ ਸੀ, ਉਸ ਜ਼ਮਾਨੇ ਦੇ ਵਿੱਚ ਤਾਂ ਗੁਸਲਖਾਨੇ ਜਿਹੜੇ ਉਹ ਘਰ ਦੇ ਵਿੱਚ ਇੱਕ ਸਾਈਡ ਤੇ ਹੁੰਦੇ ਸੀ। ਇਹ ਅੱਜ ਕੱਲ ਦੇ ਕੋਈ ਜਦੀਦ ਤਾਂ ਕੋਠੀਆਂ ਤਾਂ ਬਣੀਆਂ ਨਹੀਂ ਹੋਈਆਂ ਸੀ ਵੀ ਨਾਲ ਅਟੈਚ ਬਾਥਰੂਮ ਸੀ, ਇੰਦਾ ਤਾਂ ਚੱਕਰ ਹੈ ਕੋਈ ਨਹੀਂ ਸੀ। ज़िया भाई ਅੰਦਰ ਕਿਹੜਾ ਜਨਾਬ? ज़िया भाई ਵੀ ਜਿਸ ਵੇਲੇ ਬੰਦੇ ਨੂੰ ਪਤਾ ਹੋਵੇ ਨਾ ਵੀ ਇੱਥੇ ਉਹ ਬਿਲਕੁਲ ਮਹਿਫੂਜ਼ ਹੈ, ਤੇ ਉਹ ਬੰਦਾ ਚਿੜ ਕੇ ਉਹਨੂੰ ਆਦਾ ਹੱਥ ਲਾ ਹਾਂ, ਤੇ ਉਹਨੂੰ ਪਤਾ ਵੀ ਅਗਲੇ ਨੇ ਨਹੀਂ ਲਾਣਾ। ਮਾਸ਼ਾਅੱਲਾ ਹੁਣ ਪਹੁੰਚਿਓ ਨਾ ਅਸਲ ਗੱਲ ਤੱਕ। ਜ਼ਿਆ ਸਾਹਿਬ ਦੇਖੋ ਤੁਸੀਂ ਜਮਾਤ ਦੀ ਮੁਖਾਲਫਤ 'ਚ ਇਹ ਸੋਚ ਰਹੇ ਹੋ ਵੀ ਉੱਥੇ ਕੋਈ ਐਨ ਗੈਨ ਹੋਇਆ ਹੋਣਾ, ਏਦਾਂ ਹੀ ਸੋਚ ਰਹੇ ਹੋ ਨਾ?
ਨਹੀਂ ਮੈਂ ਇਹ ਨਹੀਂ ਸੋਚਿਆ, ਨਹੀਂ ਮੈਂ ਇਹ ਨਹੀਂ ਸੋਚਿਆ, ਮੈਂ ਇਹ ਸੋਚ ਰਿਹਾ ਵਾਂ ਕਿ ਦੋਵੇਂ ਜਿਹੜੀਆਂ ਨੇ ਉਹ ਰਲੀਆਂ ਹੋਈਆਂ ਸੀ। ਉੱਥੇ ਸਵਾਲ ਹੀ ਨਹੀਂ ਪੈਦਾ ਹੁੰਦਾ ਐਨ ਗੈਨ ਹੋਣ ਦਾ, ਕਿਉਂਕਿ ਐਨ ਗੈਨ ਕਰਨ ਵਾਸਤੇ ਜਿਹੜੀ ਅਲਿਫਬੇ ਚਾਹੀਦੀ ਹੈ ਨਾ, ਉਹ ਤੇ ਮਿਰਜ਼ਾ ਸਾਹਿਬ ਕੋਲ ਹੈ ਹੀ ਕੋਈ ਨਹੀਂ ਸੀ। ਜੀ 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 ਬ੍ਰਦਰ, ਇਹ ਨਸਰਤ ਨੂਰੇ ਨੂੰ ਕਿਹਾ ਸੀ ਹੱਥ ਲਾ ਕੇ ਵਿਖਾ ਦਾਂ। ਹਾਂ, ਉਹਨੇ ਕਿਹਾ ਵਿਖਾ ਹੱਥ ਲਾ ਕੇ, ਇਸ ਬਗੈਰਤ ਦੀ ਕੋਈ ਗੈਰਤ ਜਾਗੇ, ਲੇਕਿਨ ਨਹੀਂ ਜਾਗੀ। ਉਹਨੇ ਵਿਖਾਇਆ ਨਹੀਂ, ਉਹਦਾ ਤਾਂ ਸਬੂਤ ਮੌਜੂਦ ਹੈ, ਬਸ਼ੀਰੁਦੀਨ ਮਹਿਮੂਦ। ਉਹ ਅਗਲੇ ਦਿਨ ਜਿਹੜਾ ਫਾਰਮੂਲਾ ਦਿੱਤਾ ਸੀ ਨਾ, ਬਈ ਜਦੋਂ ਫਾਇਲ ਨੂਰਾ ਹੋਵੇ, ਇਹ ਮਫੂਲ ਨੁਸਰਤ ਹੋਵੇ, ਫੇਲ ਕੁਸ਼ਤੀ ਹੋਵੇ, ਤੇ ਉਹਦਾ ਇੱਕ ਹੀ ਨਤੀਜਾ ਉਹਦਾ ਹੁੰਦਾ ਜੇ, ਉਹ ਬਸ਼ੀਰੁਦੀਨ ਮਹਿਮੂਦ। ਹਾਂ ਬਿਲਕੁਲ। ਇਸ ਕੁਲੀਏ ਕਾਇਦੇ ਨੂੰ ਜਿਹੜਾ ਤੋੜ ਦੇਵੇ, ਰੁਪਈਆ 5000 ਸਿੱਕਾ ਰਾਇਜੁਲ ਵਕਤ ਅਮਰੀਕਾ ਦਾ ਉਹਨੂੰ ਇਨਾਮ। ਲੇਕਿਨ ਮੈਂ ਤੁਹਾਨੂੰ ਦੱਸਿਆ ਸੀ ਅਹੀਰ ਭਾਈ ਕਿ ਇਹ ਮਰਜ਼ਈ ਬਹੁਤ ਸ਼ਾਤਰ ਕੌਮ ਹੈ। ਅਗਰ ਇਹਨਾਂ ਨੇ ਫਾਇਲ ਨੂਰਾ, ਮਫੂਲ ਨੁਸਰਤ ਜਾਂ ਤੇ ਫੇਲ ਕੁਸ਼ਤੀ ਦਾ ਰਿਜ਼ਲਟ ਅਗਰ ਇਹਨਾਂ ਨੇ ਮੁਬਾਰਕ ਅਹਿਮਦ ਕੱਢ ਲਿਆ ਜਾਂ ਮੁਬਾਰਕਾ ਬੇਗਮ ਕੱਢ ਲਈ ਜਾਂ ਨਿੱਕਾ ਬਸ਼ੀਰਾ ਕੱਢ ਲਿਆ, ਫਿਰ ਨਹੀਂ ਉਹ ਤੇ ਕਿਆਸ ਮਾਲ ਫਾਰਕ ਹੋਵੇਗਾ ਨਾ। ਹਾਂ, ਉਹ ਤੇ ਬਾਤ ਪੋਸਿਬਿਲਿਟੀ ਤੇ ਹੈ ਨਾ। ਨਹੀਂ ਗੱਲ ਇਹ ਵੇ ਨਾ, ਇਸ ਰਿਜ਼ਲਟ ਨਾਲ ਕੱਢਣ ਨਾਲ ਬਸ਼ੀਰੁਦੀਨ ਮਹਿਮੂਦ ਦੇ ਰਿਜ਼ਲਟ ਦੀ ਨਫੀ ਤੇ ਨਹੀਂ ਨਾ ਹੁੰਦੀ। ਹਾਂ ਬਿਲਕੁਲ ਬਿਲਕੁਲ, ਹਾਂ ਸਾਬਤ ਨਫੀ ਕਰਨੀ ਹੈ ਨਾ। ਇਹ ਤੇ ਬਲਕਿ ਆਪਣਾ ਨਹੀਂ ਬਾਈ, ਇਹ ਤੇ ਸਾਡੇ ਕੁਲੀਏ ਦਾ ਮਜ਼ੀਦ ਜਿਹੜਾ ਤੁਸੀਂ ਵੇਖੋ ਕਿ ਉਹਦੀ ਤਸਦੀਕ ਹੁੰਦੀ ਹੈ ਨਾ, ਕਿ ਵੇਖੋ ਫਾਰਮੂਲਾ ਤੇ ਉਹੀ ਲੱਗਾ ਹੈ ਨਾ, ਰਿਜ਼ਲਟ ਹੋਰ ਨਵਾਂ ਆ ਗਿਆ, ਹਰ ਵਾਰੀ ਨਵਾਂ ਰਿਜ਼ਲਟ। ਇਹ ਗੱਲ ਠੀਕ ਹੈ ਤੁਹਾਡੀ। ਅਸਾਂ ਦਾ ਫਾਰਮੂਲਾ ਤਾਂ ਰੱਦ ਹੁੰਦਾ ਕਿ ਉਹਦੀ ਨਫੀ ਸਾਬਤ ਹੋਵੇ, ਤੇ ਉਹਦਾ ਇਸਬਾਤ ਸਾਬਤ ਹੁੰਦਾ ਮਜ਼ੀਦ। ਹਾਂਜੀ ਦੇਖੋ, ਉਹੀ ਕੁਲੀਆ ਉਹਨੇ ਇੱਕ ਵਾਰੀ ਲਾਇਆ, ਉਹਨੇ ਬਸ਼ੀਰਾ ਕੱਢ ਮਾਰਿਆ, ਫਿਰ ਉਹਨੇ ਉਹ ਕੁਲੀਆ ਲਾਇਆ, ਉਹਨੇ ਤੁਸੀਂ ਜਿਹੜਾ ਦੱਸਿਆ ਜੇ ਨਾ ਮੁਬਾਰਕ ਅਹਿਮਦ, ਉਹ ਕੱਢ ਮਾਰਿਆ, ਤੇ ਵੇਖੋ ਫਿਰ ਗੱਲ ਤੇ ਹੋਈ ਹੈ ਨਾ। अच्छा वैसे यह लिखा होया है इन्होंने कि मौसम गर्मा में दिन को भी और रात को तो अक्सर कपड़े उतार देते थे। यह मिर्जे गुलाम कादर ने दोबारा लिखा होया, रात को तो अक्सर कपड़े उतार देते और सिर्फ चादर या लुंगी बांध लेते थे। गर्मी दाने बाज दफा बहुत निकल आते तो इसकी खातिर भी कुर्ता उतार दिया करते। बंद तय बंद अक्सर निस्फ साक तक होता था और घुटनों से ऊपर ऐसी हालतों में मुझे याद नहीं कि आप बरहना हुए हों। वो चवड़ा जिहा घुटनिਆਂ ਦੇ ਉੱਤੇ ਰਹਿ ਕਿਹੜੀ ਸ਼ੈ ਜਾਂਦੀ ਜਿਹੜੀ ਬਰਹਨਾ ਨਹੀਂ ਹੋਣੀ ਸੀ।